ਵੈਲਕਮ ਟੂ ਡੀ ਅਕੈਡਮੀ। ਅੱਜ ਆਪਣੇ ਥਰਡ ਲੈਕਚਰ ਦੇ ਵਿੱਚ ਫਸਟਲੀ ਆਪਾਂ ਦੋ ਲੈਕਚਰਸ ਦੇ ਵਿੱਚ ਦੇਖ ਲਿਆ ਕਿਸ ਤਰ੍ਹਾਂ ਤੁਹਾਡਾ ਯੂਨੀਵਰਸ ਫਾਰਮ ਹੋਇਆ, ਉਸ ਤੋਂ ਬਾਅਦ ਕਿਸ ਤਰ੍ਹਾਂ ਅਰਥ ਫਾਰਮ ਹੋਈ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਜੋ ਅਰਥ ਦਾ ਪਾਰਟ ਹੈਗਾ ਜੋ ਸਿਲੇਬਸ ਦੇ ਵਿੱਚ ਡਿਫਰੈਂਟਲੀ ਮੈਂਸ਼ਨ ਕੀਤਾ ਹੋਇਆ, ਤੁਹਾਡੇ ਕੋਲ ਲਿਥੋਸਫੇਅਰ ਜਾਣੀ ਕਿ ਤੁਹਾਡਾ ਜੋ ਹੈਗੀ ਭੂਮੀ ਹੈ ਉਹਦੇ ਬਾਰੇ ਆਪਾਂ ਜਾਣਾਂਗੇ, ਕਿੱਦਾਂ ਉਹ ਫਾਰਮ ਹੋਈ, ਕਿਸ ਤਰ੍ਹਾਂ ਉਹਦੇ ਕੀ ਪਾਰਟਸ ਨੇਗੇ ਅਤੇ ਕਿਸ ਤਰ੍ਹਾਂ ਦੇ ਅੱਗੇ ਉਹਦੇ ਫਾਰਮੇਸ਼ਨ ਹੈ, ਉਹਦੇ ਬਾਰੇ ਆਪਾਂ ਸਾਰਾ ਜਾਣਾਂਗੇ ਅੱਜ। ਸੋ ਬੇਸਿਕਲੀ ਤੁਹਾਡੀ ਜੋ ਲਿਥੋਸਫੇਅਰ ਹੈ, ਸੇਮ ਜੋ ਆਪਾਂ ਕੰਸੈਪਟ ਦੀ ਗੱਲ ਕੀਤੀ ਸੀ ਕਰਸਟ ਦੀ, ਕਿਸ ਤਰ੍ਹਾਂ ਤੁਹਾਡੀ ਕਰਸਟ ਫਾਰਮ ਹੋਈ ਸੀ, ਠੰਡੀ ਹੋਣ ਤੋਂ ਬਾਅਦ ਉਹ ਸਖਤ ਹੋਈ, ਸਾਰਾ ਕੁਝ ਹੋਇਆ, ਉਹਦੇ ਨਾਲ ਹੀ ਇਹ ਚੀਜ਼ ਉੱਪਰਲੀ ਜੋ ਪਰਤ ਹੈ ਤੁਹਾਡੀ ਉਹੀ ਬਣੀ ਹੋਈ ਆ, ਉਹੀ ਉਹਦਾ ਓਰੀਜਨ ਹੈ ਲਿਥੋਸਫੇਅਰ ਦਾ। ਇਹਦੇ ਅਗਰ ਆਪਾਂ ਹੁਣ ਸਟੱਡੀ ਕਰੀਏ ਕੀ ਪਾਰਟਸ ਪਾਏ ਜਾਂਦੇ ਨੇ, ਕਿਤੇ ਕਿਤੇ ਜਾ ਕੇ ਪਹਿਲਾਂ ਕਰਸਟ ਆਉਂਦੀ ਹੈ, ਮੈਂਟਲ ਆਉਂਦੀ ਹੈ, ਕੋਰ ਆਉਂਦੀ ਹੈ। ਇਹਦੇ ਪਾਰਟਸ ਨੂੰ ਸਟੱਡੀ ਕਰਦੇ ਹੋਏ ਆਪਾਂ ਨੂੰ ਇੱਕ ਪੂਰੀ ਨੌਲੇਜ ਕ੍ਰੀਏਟ ਹੋ ਜਾਂਦੀ ਹੈ ਮਾਈਂਡ ਦੇ ਵਿੱਚ ਕਿ ਕਿਸ ਤਰ੍ਹਾਂ ਤੁਹਾਡੀ ਅਰਥ ਹੈ ਜੋ ਫਾਰਮ ਹੋਈ ਹੈ ਅਤੇ ਇਨ ਪ੍ਰੋਸੈਸ ਹੈ। ਇੱਦਾਂ ਨਹੀਂ ਹੈ ਕਿ ਪੂਰੀ ਤਰ੍ਹਾਂ ਹੋ ਗਈ, ਬਟ ਇਨ ਪ੍ਰੋਸੈਸ ਹੈਗੀ। ਜਿੱਦਾਂ ਕੋਰ ਆਪਣੇ ਲਈ ਸਖਤ ਹੈਗੀ, ਉਸ ਤੋਂ ਬਾਅਦ ਮੈਂਟਲ ਹੈ ਜੋ ਤੁਹਾਡੇ ਕੋਲ ਸੈਮੀ ਸੋਲਿਡ ਹੈ, ਜਿਹਦੇ ਵਿੱਚ ਚੀਜ਼ਾਂ ਇੱਧਰ ਉੱਧਰ ਫਿਰਦੀਆਂ ਨੇਗੀਆਂ, ਉਹ ਮੂਵ ਕਰ ਸਕਦੀ ਹੈ। ਕਰਸਟ ਫਿਰ ਤੁਹਾਡੀ ਸੋਲਿਡ ਆ ਗਈ। ਕਰਸਟ ਦੀ ਜਿਹੜੀ ਸੈਮੀ ਮੈਂਟਲ ਦੀ ਮੂਵਮੈਂਟ ਹੈ ਉਸੇ ਕਰਕੇ ਤੁਹਾਡੀ ਕਰਸਟ ਦੇ ਉੱਪਰ ਮੂਵਮੈਂਟ ਹੁੰਦੀ ਹੈ, ਉਸੇ ਕਰਕੇ ਤੁਹਾਡੇ ਕੋਲ ਵੋਲਕੈਨੋਜ਼ ਇਰਪਟ ਹੁੰਦੇ ਨੇ, ਉਸੇ ਕਰਕੇ ਤੁਹਾਡੇ ਕੋਲ ਮਾਊਂਟੇਨਸ ਕ੍ਰੀਏਟ ਹੁੰਦੀਆਂ ਨੇ, ਉਸੇ ਕਰਕੇ ਤੁਹਾਡੇ ਕੋਲ ਵੈਲੀਜ਼ ਕ੍ਰੀਏਟ ਹੁੰਦੀਆਂ, ਰਿਫਟ ਕ੍ਰੀਏਟ ਹੁੰਦੇ ਨੇ, ਟ੍ਰੈਂਚਸ ਕ੍ਰੀਏਟ ਹੁੰਦੀਆਂ ਨੇ, ਐਂਡ ਉਸੇ ਕਰਕੇ ਹੀ ਅਰਥਕੁਇਕ ਬਣਦੇ ਨੇ। ਸੋ ਇਹ ਸਾਰਾ ਕਨਸੈਪਟ ਹੀ ਹੈ ਜੋ ਜਿਓਗ੍ਰਾਫੀ ਦੇ ਵਿੱਚ ਲਿਥੋਸਫੇਅਰ ਦਾ ਹੋ ਗਿਆ, ਇਹ ਸਾਰਾ ਹੀ ਇੰਟਰਲੇਟਡ ਹੈ। ਇਹਦੇ ਬਾਰੇ ਆਪਾਂ ਜੋ ਗੱਲ ਕਰਦੇ ਹਾਂ, ਪਹਿਲੇ ਫਸਟਲੀ ਆਪਾਂ ਅਰਥ ਦੇ ਇੰਟੀਰੀਅਰ ਬਾਰੇ ਜਾਣ ਲੈਂਦੇ ਹੈਗੇ ਕੀ ਕੁਛ ਪਾਇਆ ਜਾਂਦਾ। ਸਭ ਤੋਂ ਪਹਿਲਾਂ ਉੱਪਰ ਤੁਹਾਡੇ ਲਵੇ ਕਰਸਟ ਹੈ ਜੋ ਸਾਰਿਆਂ ਨੂੰ ਉੱਪਰਲੀ ਪਰਤ ਹੈ। ਉਸ ਤੋਂ ਬਾਅਦ ਜ਼ਿਆਦਾ ਪਰਤ ਤੁਹਾਡੇ ਕੋਲ ਮੈਂਟਲ ਹੈਗੀ, ਮੈਂਟਲ ਤੋਂ ਬਾਅਦ ਆ ਜਾਂਦਾ, ਉਹ ਵੀ ਤੁਹਾਡੀ ਦੋ ਪਾਰਟਸ ਦੇ ਵਿੱਚ ਆ ਜਾਂਦੀ ਹੈ, ਅੱਪਰ ਮੈਂਟਲ ਹੈ ਅਤੇ ਲੋਅਰ ਮੈਂਟਲ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦੀ ਹੈ ਕੋਰ, ਇੱਕ ਤੁਹਾਡੀ ਇਨਰ ਕੋਰ ਹੈ, ਇੱਕ ਆਊਟਰ ਕੋਰ ਹੈ। ਇਹ ਤੁਹਾਡੇ ਤਿੰਨ ਪਾਰਟਸ ਪਾਏ ਜਾਂਦੇ ਨੇ ਅਰਥ ਦੇ। ਜੋ ਕੋਰ ਹੈ ਉਹਦਾ ਰੇਡੀਅਸ ਹੈ ਜਿਹੜਾ ਉਹ ਥੋੜ੍ਹਾ ਹੈਗਾ, ਮੈਂਟਲ ਦਾ ਜ਼ਿਆਦਾ ਭਾਗ ਅਰਥ ਦੇ ਵਿੱਚ ਹੈ ਅਤੇ ਕਰਸਟ ਵੀ ਥੋੜ੍ਹੀ ਲੇਅਰ ਦੇ ਵਿੱਚ ਪਾਈ ਜਾਂਦੀ ਹੈ। ਇੱਕ ਪਿਕ ਬਣਾ ਕੇ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮੋਸਟ ਆਫ ਤੁਹਾਡੇ ਜੋ ਡਾਊਟਸ ਨੇ ਅਤੇ ਜਿੰਨਾ ਵੀ ਤੁਹਾਡੀ ਇੱਕ ਕਹਿ ਸਕਦੇ ਹੋ ਆਈਡੀਆ ਆਫ ਇੰਟੀਰੀਅਰ ਆਫ ਅਰਥ ਹੈਗਾ, ਉਹ ਮੋਸਟ ਆਫ ਤੁਹਾਡਾ ਪਿਕ ਦੇ ਰਾਹੀਂ ਕਲੀਅਰ ਹੋ ਜਾਏਗਾ। ਚਲੋ ਜੀ, ਕੀ ਕਰਦੇ ਹਾਂ ਆਪਾਂ, ਅਰਥ ਨੂੰ ਆਪਣੇ ਸਾਹਮਣੇ ਦਾ ਗੋਲ ਅਰਥ ਹੈ ਉਹਦੇ ਵਿੱਚੋਂ ਇੱਕ ਇੱਦਾਂ ਪੋਰਸ਼ਨ ਆਪਾਂ ਕੱਟ ਕਰ ਲੈਂਦੇ ਹਾਂ। ਜਿੱਦਾਂ ਤੁਸੀਂ ਕੇਕ ਦੇ ਵਿੱਚੋਂ ਇੱਕ ਪੇਸਟਰੀ ਸਾਈਜ਼ ਕੱਟ ਕਰ ਲੈਂਦੇ ਹੋ, ਉਹਨੂੰ ਬਾਹਰ ਕੱਢ ਲੈਂਦੇ ਹੋ, ਉਸੇ ਤਰ੍ਹਾਂ ਆਪਾਂ ਅਰਥ ਦੇ ਵਿੱਚੋਂ ਇੱਕ ਸਾਈਜ਼ ਕੱਟ ਕਰ ਲੈਂਦੇ ਹਾਂ ਪੇਸਟਰੀ ਬਰਾਬਰ ਦਾ ਨੁਕੀਲਾ ਟਰਾਇੰਗਲ। ਉਹਦੇ ਵਿੱਚ ਆਪਾਂ ਨੂੰ ਕਾਫੀ ਚੀਜ਼ਾਂ ਇਹਦੀਆਂ ਕਲੀਅਰ ਹੋ ਜਾਣਗੀਆਂ। ਜੋ ਇਹ ਵਾਲਾ ਪਾਰਟ ਹੈ ਜੀ ਉੱਪਰ ਵਾਲਾ, ਇਹ ਹੈ ਤੁਹਾਡੇ ਕੋਲ ਕਰਸਟ, ਇਹਨੂੰ ਬੋਲਦੇ ਆ ਜੀ ਕਰਸਟ। ਐਂਡ ਜੋ ਇਹ ਪਾਰਟ ਹੈ ਇਹਨੂੰ ਬੋਲਦੇ ਨੇ ਸਿਆਲ, ਇਸ ਪਾਰਟ ਨੂੰ ਬੋਲਦੇ ਨੇ ਸੀਮਾ। ਪਹਿਲਾਂ ਆਪਾਂ ਇਹਨੂੰ ਟੋਟਲੀ ਬਣਾਈ ਲਈ, ਉਸ ਦੇ ਬਾਰੇ ਗੱਲ ਕਰ ਲਾਂਗੇ, ਬਾਅਦ ਦੇ ਵਿੱਚ ਆਪਾਂ ਗੱਲ ਕਰ ਲਾਂਗੇ। ਇਹ ਅੱਪਰ ਮੈਂਟਲ ਹੋ ਗਿਆ ਜੀ। ਮੈਂਟਲ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਤਾ, ਅੱਪਰ ਮੈਂਟਲ ਐਂਡ ਲੋਅਰ ਮੈਂਟਲ। ਉਸ ਤੋਂ ਬਾਅਦ ਆਪਣੇ ਕੋਲ ਆਊਟਰ ਕੋਰ ਆ ਗਈ, ਇਸ ਤੋਂ ਬਾਅਦ ਆਪਣੇ ਕੋਲ ਇਨਰ ਕੋਰ। ਕੋਨਾਰਡ ਡਿਸਕੰਟੀਨਿਊਟੀ, ਜੋ ਉਸ ਤੋਂ ਬਾਅਦ
ਮੈਂਟਲ ਤੇ ਕਰਸਟ ਨੂੰ ਸੈਪਰੇਟ ਕਰਦੀ ਹੈ ਉਹ ਹੈਗੀ ਤੁਹਾਡੇ ਕੋਲ ਮੋਹਰੋਵਿਕ। ਇਸ ਤੋਂ ਬਾਅਦ ਤੁਹਾਡੇ ਕੋਲ ਆ ਗਈ ਗਟਨਬਰਗ ਡਿਸਕੰਟੀਨਿਊਟੀ। ਮੋਹਰੋਵਿਕ ਐਂਡ ਗਟਨਬਰਗ ਤੁਹਾਡੀ ਜੋ ਹੈਗੀ ਮੈਂਟਲ ਤੇ ਕੋਰ ਨੂੰ ਜੋ ਸੈਪਰੇਟ ਕਰਦੀ ਹੈ ਗਟਨਬਰਗ। ਇਸ ਤੋਂ ਬਾਅਦ ਆਪਣੇ ਲਈ ਐਂਡ ਤੇ ਆ ਜਾਂਦੀ ਹੈਗੀ ਲਹਿਮਨ ਡਿਸਕੰਟੀਨਿਊਟੀ ਜੋ ਕੋਰ ਤੇ ਮੈਂਟਲ ਨੂੰ ਸੈਪਰੇਟ ਕਰਦੀ ਹੈ। ਸੋ ਬੇਸਿਕਲੀ ਇਹ ਤੁਹਾਡਾ ਸਟਰਕਚਰ ਹੈ ਜੀ ਅਰਥ ਦਾ। ਇੰਟੀਰੀਅਰ ਹੈਗਾ ਸਾਰਿਆਂ ਨੂੰ ਉੱਪਰ ਜੋ ਤੁਹਾਡੇ ਕੋਲ 40 ਕਿਲੋਮੀਟਰ ਦਾ ਏਰੀਆ, ਇਹ ਵਾਲਾ ਏਰੀਆ ਹੈਗਾ ਇੰਨਾ ਏਰੀਆ ਕਰਸਟ ਦਾ। ਇਹ 40 ਕਿਲੋਮੀਟਰ ਦਾ ਏਰੀਆ ਇਹ 8 ਕਿਲੋਮੀਟਰ ਤੋਂ ਲੈ ਕੇ 40 ਕਿਲੋਮੀਟਰ ਤੱਕ ਵੈਰੀ ਕਰਦੀ ਹੈ। ਕਿਤੇ ਇਹ 8 ਕਿਲੋਮੀਟਰ ਮੋਟੀ ਪਾਈ ਜਾਂਦੀ ਹੈ, ਕਿਤੇ ਇਹ 40 ਕਿਲੋਮੀਟਰ ਮੋਟੀ ਪਾਈ ਜਾਂਦੀ ਹੈ, ਅਤੇ ਇਹ ਡਿਫਰੈਂਸ ਇਹਦਾ ਧਰਤੀ ਦੇ ਉੱਪਰ ਬਣਿਆ ਰਹਿੰਦਾ ਹੈਗਾ। ਉਸ ਤੋਂ ਬਾਅਦ ਜੋ ਆਪਾਂ ਇਹਨੂੰ ਡਿਵਾਈਡ ਕੀਤਾ ਕਰਸਟ ਨੂੰ ਵੀ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਅੱਪਰ ਕਰਸਟ ਐਂਡ ਲੋਅਰ ਕਰਸਟ। ਜੋ ਤੁਹਾਡੇ ਕੋਲ ਹੈਗੀ ਅੱਪਰ ਕਰਸਟ, ਇਹਨੂੰ ਆਪਾਂ ਬੋਲਦੇ ਹਾਂ ਜੀ ਅੱਪਰ ਕਰਸਟ ਨੂੰ ਆਪਾਂ ਬੋਲਦੇ ਹਾਂ ਸਿਆਲ। ਇਸ ਦੇ ਵਿੱਚ ਜੋ ਸਿਆਲ ਹੈ ਜੀ ਉੱਪਰਲੀ ਲੇਅਰ ਹੈਗੀ ਇਹ ਤੁਹਾਡੀ ਬਣੀ ਹੋਈ ਹੈ ਸਿਲਿਕਾ ਅਤੇ ਐਲੂਮੀਨੀਅਮ ਦੀ। ਇਹਦੀ ਜ਼ਿਆਦਾ ਮਾਤਰਾ ਇੱਥੇ ਪਾਈ ਜਾਂਦੀ ਹੈ, ਇਸ ਕਰਕੇ ਇਹਦਾ ਨਾਮ ਸਿਆਲ ਹੈ। ਅੱਪਰ ਕਰਸਟ ਨੂੰ ਸਿਆਲ ਵੀ ਕਿਹਾ ਜਾਂਦਾ। ਜੋ ਤੁਹਾਡੇ ਕੋਲ ਲੋਅਰ ਕਰਸਟ ਹੈਗੀ ਨੀਚੇ ਵਾਲਾ ਪਾਰਟ ਹੈ ਕਰਸਟ ਦਾ, ਇਹਨੂੰ ਸੀਮਾ ਬੋਲਦੇ ਨੇ। ਸੀਮਾ ਦਾ ਕੀ ਮਤਲਬ ਹੈ? ਇਹਦੇ ਵਿੱਚ ਸਿਲਿਕਾ ਐਂਡ ਮੈਗਨੀਸ਼ੀਅਮ ਇਹਦੀ ਜ਼ਿਆਦਾ ਭਰਮਾਰ ਪਾਈ ਜਾਂਦੀ ਹੈ ਅਤੇ ਇਸੇ ਤੋਂ ਬੇਸਿਕਲੀ ਇਹ ਡਿਵੈਲਪ ਹੋਈ ਹੈ, ਇਸੇ ਕਰਕੇ ਇਸ ਨੂੰ ਸੀਮਾ ਬੋਲਿਆ ਜਾਂਦਾ। ਸੋ ਬੇਸਿਕਲੀ ਆਪਣੇ ਲਈ 8 ਤੋਂ ਲੈ ਕੇ 40 ਕਿਲੋਮੀਟਰ ਤੱਕ ਕਰਸਟ ਵੈਰੀ ਕਰ ਰਹੀ ਹੈ। ਉਹਦੇ ਵਿੱਚ ਆਪਣੇ ਲਈ ਅੱਪਰ ਕਰਸਟ ਹੈ ਜਿਹਨੂੰ ਸਿਆਲ ਬੋਲਿਆ ਜਾਂਦਾ। ਸਿਲਿਕਾ ਅਤੇ ਐਲੂਮੀਨੀਅਮ ਦੀ ਉਹਦੇ ਵਿੱਚ ਭਰਮਾਰ ਹੈ। ਨੀਚੇ ਵਾਲੀ ਕਰਸਟ ਨੂੰ ਆਪਾਂ ਸੀਮਾ ਬੋਲਦੇ ਹਾਂ ਜਿਹਦੇ ਵਿੱਚ ਸਿਲਿਕਾ ਐਂਡ ਮੈਗਨੀਸ਼ੀਅਮ ਦੀ ਭਰਮਾਰ ਹੈ। ਇਹ ਇਹਨਾਂ ਦੇ ਨੇਮਸ ਨੇ। ਉਸ ਤੋਂ ਬਾਅਦ ਆਪਾਂ ਨੂੰ ਜਦੋਂ ਜੋ ਸਿਆਲ ਦੀ ਕਰਸਟ ਦੀ ਜੋ ਤੁਹਾਡੀ ਸਿਆਲ ਅਤੇ ਸੀਮਾ ਨੂੰ ਆਪਸ ਦੇ ਵਿੱਚ ਡਿਵਾਈਡ ਕਰਦੀ ਹੈ, ਇੱਕ ਜੋ ਡਿਸਕੰਟੀਨਿਊਟੀ ਹੁੰਦੀ ਹੈਗੀ ਉਹਨਾਂ ਨੂੰ ਆਪਸ ਦੇ ਵਿੱਚ ਵੱਖ ਕਰਦੀ ਹੈ, ਉਸ ਨੂੰ ਬੋਲਿਆ ਜਾਂਦਾ ਜੀ ਕੋਨਾਰਡ ਡਿਸਕੰਟੀਨਿਊਟੀ। ਉਹਨੂੰ ਕੋਨਾਰਡ ਡਿਸਕੰਟੀਨਿਊਟੀ ਬੋਲਦੇ ਨੇ ਜਿੱਥੇ ਸਿਆਲ ਅਤੇ ਸੀਮਾ ਅੱਡ ਹੁੰਦੀਆਂ ਨੇ। ਉਸ ਤੋਂ ਬਾਅਦ ਕਰਸਟ ਤੋਂ ਬਾਅਦ ਜਦੋਂ ਮੈਂਟਲ ਸਟਾਰਟ ਹੁੰਦੀ ਹੈ, ਇਹਨਾਂ ਦੇ ਵਿੱਚ ਦੀ ਜੋ ਇੱਕ ਡਿਫਰੈਂਸ ਆਉਂਦਾ ਜੋ ਇਹਨਾਂ ਨੂੰ ਅਲੱਗ ਕਰਦਾ ਆਪਸ ਦੇ ਵਿੱਚ, ਉਹ ਡਿਸਕੰਟੀਨਿਊਟੀ ਨੂੰ ਬੋਲਿਆ ਜਾਂਦਾ ਜੀ ਮੋਹਰੋਵਿਕ ਡਿਸਕੰਟੀਨਿਊਟੀ ਜੋ 40 ਕਿਲੋਮੀਟਰ ਤੋਂ ਬਾਅਦ ਸਟਾਰਟ ਹੁੰਦੀ ਹੈ। ਉਸ ਤੋਂ ਬਾਅਦ ਅੱਪਰ ਮੈਂਟਲ ਹੈ ਜੋ 250 ਕਿਲੋਮੀਟਰ ਤੱਕ ਚੱਲਦੀ ਹੈ। ਬੇਸਿਕਲੀ ਤੁਹਾਡੀ ਅੱਪਰ ਮੈਂਟਲ ਅਤੇ ਤੁਹਾਡਾ ਜੋ ਕਰਸਟ ਹੋ ਗਿਆ ਇਹਦਾ ਪਾਰਟ ਹੈ, ਇਹਨਾਂ ਦੋਨਾਂ ਨੂੰ ਜੋੜ ਕੇ 40 ਤੋਂ 250 ਕਿਲੋਮੀਟਰ ਜੋੜ ਕੇ ਇੱਥੇ ਤੁਹਾਡਾ ਇੱਕ ਸਪੇਸ ਕ੍ਰੀਏਟ ਹੁੰਦੀ ਹੈ, ਜਿਹਨੂੰ ਟਰਮ ਕ੍ਰੀਏਟ ਹੁੰਦੀ ਹੈ ਬੇਸਿਕਲੀ ਜਿਹਨੂੰ ਐਥਨੋਸਫੇਅਰ ਕਹਿੰਦੇ ਨੇਗੇ। ਐਥਨੋਸਫੇਅਰ ਕੀ ਚੀਜ਼ ਆ? ਹੁਣ ਇਹ ਬਹੁਤ ਹੀ ਬੇਸਿਕਲੀ ਇੱਕ ਇੰਟਰਸਟਿੰਗ ਟੌਪਿਕ ਹੈ ਜਿਸ ਦੇ ਉੱਪਰ ਤੁਹਾਡੀ ਸਾਰੀ ਟੈਕਟੋਨਿਕ ਪਲੇਟਸ ਹੋ ਗਈਆਂ, ਵੋਲਕੈਨਿਕਸ ਹੋ ਗਈਆਂ, ਇਹ ਸਾਰੀਆਂ ਇਹਦੇ ਉੱਤੇ ਡਿਪੈਂਡ ਕਰਦੀਆਂ ਨੇ। ਐਥਨੋਸਫੇਅਰ ਕੀ ਹੈ? ਹੁਣ ਇਹ 250 ਕਿਲੋਮੀਟਰ ਦੀ ਜੋ ਰੇਂਜ ਹੈ ਇਹਦੇ ਵਿੱਚ ਤੁਹਾਡੇ ਕੋਲ ਜੋ ਮਟੀਰੀਅਲ ਆ ਉਹ ਸੋਲਿਡ ਫਾਰਮ ਦੇ ਵਿੱਚ ਨਹੀਂ ਆ, ਉਹ ਠੋਸ ਮਟੀਰੀਅਲ ਨਹੀਂ ਆ, ਅਤੇ ਨਾ ਹੀ ਉਹ ਤੁਹਾਡਾ ਲਿਕੁਇਡ ਫਾਰਮ ਦੇ ਵਿੱਚ ਹੈ। ਉਹ ਸੈਮੀ ਸੋਲਿਡ ਮਟੀਰੀਅਲ ਹੈਗਾ। ਜੋ ਸੈਮੀ ਸੋਲਿਡ ਹੈਗਾ ਉਹ ਮਟੀਰੀਅਲ ਮੂਵ ਕਰ ਸਕਦਾ ਹੈਗਾ, ਕਿਉਂ? ਨਾ ਤਾਂ ਉਹ ਠੋਸ ਹੈ ਨਾ ਲਿਕੁਇਡ ਹੈ, ਬਟ ਮੂਵ ਕਰ ਸਕਦਾ। ਉਹ ਸੈਮੀ ਸੋਲਿਡ ਹੈ। ਉਹਦੇ ਨਾਲ ਕੀ ਹੁੰਦਾ, ਜੋ ਤੁਹਾਡੀਆਂ ਪਲੇਟਸ ਨੇਗੀਆਂ, ਜੋ ਤੁਹਾਡੇ ਕੰਟੀਨੈਂਟਸ ਦੀਆਂ ਪਲੇਟਸ ਨੇ ਜਾਂ ਤੁਹਾਡੀਆਂ ਟੈਕਟੋਨਿਕ ਪਲੇਟਸ ਨੇਗੀਆਂ, ਉਹ ਉਸ ਦੇ ਉੱਪਰ ਟਿਕੀਆਂ ਹੋਈਆਂ ਅਤੇ ਉਹੀ ਉਹਨਾਂ ਦੀ ਮੂਵ ਦਾ ਕਾਰਨ ਬਣਦਾ ਅਤੇ ਉਸੇ ਕਾਰਨ ਹੀ ਇਹ ਮੂਵ ਹੁੰਦੀਆਂ ਨੇ ਅਤੇ ਇੱਕ ਦੂਜੇ ਨਾਲ ਟਕਰਾਉਂਦੀਆਂ ਨੇ। ਸੋ ਬੇਸਿਕਲੀ ਜੋ ਤੁਹਾਡਾ ਐਥਨੋਸਫੇਅਰ ਹੈ ਇਸੇ ਕਰਕੇ ਹੀ ਟੈਕਟੋਨਿਕ ਪਲੇਟਸ ਦੀ ਮੂਵਮੈਂਟ ਹੁੰਦੀ ਹੈ ਅਤੇ ਇਸੇ ਦੇ ਵਿੱਚੋਂ ਹੀ ਤੁਹਾਡਾ ਜੋ ਮੈਗਮਾ ਜਾਂ ਲਾਵਾ ਉਹ ਬਾਹਰ ਸਪਰਟ ਆਊਟ ਹੁੰਦਾ ਹੈਗਾ। ਚਲੋ ਜੀ, ਐਥਮੋਸਫੇਅਰ ਹੋਇਆ। ਉਸ ਤੋਂ ਬਾਅਦ ਅੱਪਰ ਮੈਂਟਲ ਤੋਂ ਬਾਅਦ ਜੋ ਆਪਣੇ ਲਈ ਲੋਅਰ ਮੈਂਟਲ ਹੈਗੀ, ਇਸ ਦੇ ਵਿੱਚ ਲੋਅਰ ਮੈਂਟਲ 750 ਕਿਲੋਮੀਟਰ ਤੱਕ ਆਪਣੇ ਲਈ ਲੋਅਰ ਮੈਂਟਲ ਪਾਈ ਜਾਂਦੀ ਹੈ। ਟੋਟਲ ਆਪਾਂ ਮੈਂਟਲ ਦੀ ਗੱਲ ਕਰੀਏ 40 ਤੋਂ ਲੈ ਕੇ 750 ਕਿਲੋਮੀਟਰ ਦੇ ਵਿੱਚ ਆਪਣੇ ਕੋਲ ਲੋਅਰ ਮੈਂਟਲ ਹੈਗੀ। ਉਸ ਤੋਂ ਬਾਅਦ ਕੀ ਹੁੰਦਾ ਜੀ, ਜੋ ਤੁਹਾਡੀ ਮੈਂਟਲ ਹੈ, ਮੈਂਟਲ ਨੂੰ ਕਰਸਟ ਨਾਲੋਂ ਡਿਫਰੈਂਟ ਕੌਣ ਕਰਦਾ ਹੈਗਾ? ਉਹ ਤੁਹਾਡੀ ਕਰਦੀ ਹੈ ਗਟਨਬਰਗ ਡਿਸਕੰਟੀਨਿਊਟੀ। ਗਟਨਬਰਗ ਡਿਸਕੰਟੀਨਿਊਟੀ ਜੋ ਹੈ ਉਹ ਇਹਨਾਂ ਆਪਸ ਦਾ ਇੱਕ ਡਿਫਰੈਂਸ ਹੈ ਜਿੱਥੇ ਜਾ ਕੇ ਮੈਂਟਲ ਖਤਮ ਹੋ ਜਾਂਦੀ ਹੈ ਅਤੇ ਕੋਰ ਸਟਾਰਟ ਹੋ ਜਾਂਦੀ ਹੈ। ਕੋਰ ਬੇਸਿਕਲੀ ਤੁਹਾਡੀ ਆਊਟਰ ਕੋਰ ਨੂੰ ਆਪਾਂ ਡਿਵਾਈਡ ਕੀਤਾ 750 ਤੋਂ ਲੈ ਕੇ 5100 ਕਿਲੋਮੀਟਰ ਤੱਕ ਤੁਹਾਡੀ ਜੋ ਜ਼ਿਆਦਾ ਹੈਗੀ ਆਊਟਰ ਕੋਰ ਹੈਗੀ। ਕੋਰ ਦੇ ਆਲੇ ਦੁਆਲੇ ਦਾ ਪੋਰਸ਼ਨ ਹੈਗਾ ਉਹ ਹੈਗਾ। ਹੁਣ ਜੋ ਤੁਹਾਡਾ ਆਊਟਰ ਕੋਰ ਅਤੇ ਇੰਦਰ ਕੋਰ ਹੈਗੀ, ਇੰਦਰ ਕੋਰ ਤੁਹਾਡੇ ਕੋਲ ਬੇਸਿਕਲੀ ਸਖਤ ਹੈਗੀ, ਜੋ ਆਪਾਂ ਦੇਖਿਆ ਹੀ ਹੈ ਕਿ ਰੌਕਿਸ਼ ਪਲੈਨਟ ਹੈ ਉਹਦੇ ਵਿੱਚ ਮੋਲਟਨ ਏਰੀਆ ਹੋ ਸਕਦਾ ਕੋਰ ਦਾ। ਅੱਗੇ ਜਾ ਕੇ ਦੇਖਦੇ ਹਾਂ ਆਪਣੇ ਲਈ ਕੋਰ ਕਿਸ ਤਰ੍ਹਾਂ ਦੀ ਹੈ।
ਹੁਣ ਜੋ ਇਹਨਾਂ ਦੋਹਾਂ ਨੂੰ ਆਊਟਰ ਕੋਰ ਤੇ ਇਨਰ ਕੋਰ ਨੂੰ ਕੀ ਹੈ ਜੋ ਡਿਸਕੰਟੀਨਿਊ ਕਰਦਾ, ਜੋ ਇਹਨਾਂ ਦੇ ਵਿੱਚ ਡਿਫਰੈਂਸ ਆਉਂਦਾ ਜਿੱਥੇ ਕਿ ਅਲੱਗ ਹੋ ਜਾਂਦੇ ਨੇ, ਉਸ ਨੂੰ ਬੋਲਿਆ ਜਾਂਦਾ ਜੀ ਲੈਹਮਨ ਡਿਸਕੰਟੀਨਿਊਟੀ। ਇਹ ਤੁਹਾਡਾ ਆ ਗਿਆ ਆਊਟਰ ਕੋਰ ਤੇ ਇਨਰ ਕੋਰ ਦਾ ਜੋ ਡਿਫਰੈਂਸ ਕ੍ਰੀਏਟ ਹੋ ਗਿਆ, ਜਿੱਥੋਂ ਤੁਹਾਡੀ ਇਨਰ ਕੋਰ ਸਟਾਰਟ ਹੋ ਗਈ ਆਊਟਰ ਕੋਰ ਨੂੰ ਛੱਡ ਕੇ। ਇਸ ਤੋਂ ਬਾਅਦ ਬਿਲਕੁਲ ਤੁਹਾਡਾ ਸੈਂਟਰ ਤੇ ਜਾ ਕੇ 6371 ਕਿਲੋਮੀਟਰ ਤੇ ਆ ਕੇ ਤੁਹਾਡੀ ਜੋ ਕੋਰ ਹੈ ਇਨਰ ਕੋਰ ਹੈ ਉਹਦਾ ਵੀ ਇੱਕ ਕਹਿ ਸਕਦੇ ਹੋ ਕਿ ਸੈਂਟਰ ਆ ਜਾਂਦਾ, ਇੱਥੇ ਤੱਕ ਤੁਹਾਡੀ ਧਰਤੀ ਪਾਈ ਜਾਂਦੀ ਹੈ। ਬੇਸਿਕਲੀ ਇਹ ਇੱਕ ਸਟਰਕਚਰ ਹੈ ਜੀ ਤੁਹਾਡਾ ਜੋ ਅਰਥ ਦੇ ਇੰਟੀਰੀਅਰ ਦਾ ਚੱਲ ਰਿਹਾ ਹੈਗਾ। ਹੁਣ ਆਪਾਂ ਥੋੜਾ ਕਰਸਟ ਬਾਰੇ ਜ਼ਿਆਦਾ ਪਾਰਟਸ ਬਾਰੇ ਜ਼ਿਆਦਾ ਜਾਣ ਲੈਂਦੇ ਹਾਂ। ਬੇਸਿਕਲੀ ਆਪਾਂ ਗੱਲ ਕਰਦੇ ਹਾਂਗੇ ਕਰਸਟ ਦੀ। ਇਹਦੇ ਵਿੱਚ ਆਪਾਂ ਜਾਣ ਹੀ ਲਿਆ ਜੀ ਜੋ ਤੁਹਾਡੀ ਕਰਸਟ ਹੈਗੀ ਬੇਸਿਕਲੀ 8 ਤੋਂ 40 ਕਿਲੋਮੀਟਰ ਤੱਕ ਇਹਦੀ ਰੇਂਜ ਪਾਈ ਜਾਂਦੀ ਹੈਗੀ। ਤੇ ਜੋ ਤੁਹਾਡੀ ਕਰਸਟ ਹੈ ਜਿਹੜੇ ਕੰਟੀਨੈਂਟਸ ਨੇ, ਜਿੱਥੇ ਕੰਟੀਨੈਂਟਸ ਪਲੇਟਸ ਨੇ ਉੱਥੇ ਜ਼ਿਆਦਾ ਮੋਟੀ ਹੋ ਜਾਂਦੀ ਹੈ, ਤੇ ਜੋ ਤੁਹਾਡੇ ਓਸ਼ਨਸ ਨੇਗੇ ਉਹਦੇ ਵਿੱਚ ਘੱਟ ਮੋਟੀ ਹੁੰਦੀ ਹੈ, ਉੱਥੇ ਬੇਸਿਕਲੀ 8 ਕਿਲੋਮੀਟਰ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਤੇ ਇਹਦੇ ਕੋਲ ਆਪਣੇ ਕੋਲ ਜੀ ਇੱਥੇ ਸਿਆਲ ਹੈ ਜੋ ਉਹ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ, ਸਿਲਕਾ ਐਂਡ ਅਲੂਮੀਨੀਅਮ। ਤੇ ਇਹਦੀ ਐਵਰੇਜ ਡੈਂਸਿਟੀ ਹੈ ਜੋ ਉਹ 2.7 ਗ੍ਰਾਮ ਪਰ ਸੈਂਟੀਮੀਟਰ ਸਕੁਏਅਰ ਹੈਗੀ। 2.7 ਗ੍ਰਾਮ ਪਰ ਸੈਂਟੀਮੀਟਰ ਸਕੁਏਅਰ ਇਹ ਤੁਹਾਡੀ ਡੈਂਸ ਹੈਗੀ। ਉਸ ਤੋਂ ਬਾਅਦ ਆਪਣੇ ਲੋਅਰ ਪਾਰਟ ਦੇ ਵਿੱਚ ਸੀਮਾ ਪਾਇਆ ਜਾਂਦਾ। ਗੱਲ ਕਰੀਏ ਇਸ ਤੋਂ ਬਾਅਦ ਮੈਂਟਲ ਦੀ। ਮੈਂਟਲ ਆਪਣੀ ਵਿਚਾਰਲੀ ਲੇਅਰ ਆ ਗਈ, ਇਹ ਅਰਥ ਦੀ ਤੁਹਾਡੀ ਲੋਕੇਸ਼ਨ ਦੇ ਵਜੋਂ ਤੇ ਡੈਂਸਿਟੀ ਵਜੋਂ ਵੀ ਇਨ ਬਿਟਵੀਨ ਹੈਗੀ। 2900 ਕਿਲੋਮੀਟਰ ਇਹਦੀ ਟੋਟਲ ਥਿਕਨੈਸ ਪਾਈ ਜਾਂਦੀ ਹੈਗੀ, ਤੇ ਜ਼ਿਆਦਾਤਰ ਇਹ ਤੁਹਾਡੇ ਸੈਮੀ ਸੋਲਿਡ ਮਟੀਰੀਅਲ ਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈਗੀ। ਹੁਣ ਜੋ ਆਪਾਂ ਇੱਕ ਐਥਨੋਸਫੇਅਰ ਸੀ ਉਹ ਵੀ ਦੇਖ ਲਿਆ, ਤੇ ਗਟਨਬਰਗ ਡਿਸਕੰਟੀਨਿਊਟੀ ਜੋ ਇਹਨੂੰ ਵੱਖ ਕਰਦੀ ਹੈ ਉਹ ਵੀ ਆਪਾਂ ਚੈੱਕ ਕਰ ਲਈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕੋਰ ਦੀ। ਕੋਰ ਆਪਣੀ ਲੇਅਰ ਹੈਗੀ ਜੋ ਆਕੂਪਾਈ ਕਰਦੀ ਹੈ ਸੈਂਟਰ ਨੂੰ, ਤੇ 3500 ਕਿਲੋਮੀਟਰ ਦਾ ਇਹਦਾ ਰੇਡੀਅਸ ਹੈ ਜੀ। 3500 ਕਿਲੋਮੀਟਰ ਇਹ ਸਾਰਾ ਰੇਡੀਅਸ ਇਹਦਾ ਬਣਦਾ ਹੈਗਾ ਕੋਰ ਦਾ। ਇਸ ਤੋਂ ਬਾਅਦ ਜੋ ਤੁਹਾਡੀ ਕੋਰ ਹੈਗੀ ਇੱਥੇ ਹੁਣ ਇਹ ਮੰਨਿਆ ਜਾਂਦਾ ਕਿ ਤੁਹਾਡੀ ਜੋ ਕੋਰ ਹੈਗੀ ਉਹਦਾ ਇਨਰ ਮੋਸਟ ਪਾਰਟ ਹੈ ਜਿਹੜਾ ਬਿਲਕੁਲ ਅੰਦਰ ਵਾਲਾ ਉਹ ਸੋਲਿਡ ਹੈਗਾ। ਆਊਟਰ ਪਾਰਟ ਕਹਿੰਦਾ ਤੁਹਾਡਾ ਫਿਰ ਵੀ ਹਜੇ ਲਿਕੁਇਡ ਦੇ ਵਿੱਚ ਹੋ ਸਕਦਾ ਹੈਗਾ। ਜੋ ਤੁਹਾਡੀ ਆਹ ਆਊਟਰ ਕੋਰ ਹੈਗੀ ਇੱਦਾਂ ਚੱਲਦੀ ਹੋਊਗੀ, ਇਹ ਲਿਕੁਇਡ ਫਾਰਮ ਦੇ ਵਿੱਚ ਹੋ ਸਕਦੀ ਹੈ, ਬਟ ਇਨਰ ਮੋਸਟ ਪਾਰਟ ਹੈ ਤੁਹਾਡਾ ਕੀ ਹੈ ਸੋਲਿਡ ਹੈ, ਇਹ ਇੱਕ ਸੋਲਿਡ ਫਾਰਮ ਦੇ ਵਿੱਚ ਬਣਿਆ ਹੋਇਆ ਹੈਗਾ। ਇਹ ਕਰਸਟ ਦਾ ਆ ਗਿਆ ਜੋ, ਇਹਨੂੰ ਸੋਲਿਡ ਔਰ ਕ੍ਰਿਸਟਲਾਈਨ ਤੁਸੀਂ ਕਹਿ ਸਕਦੇ ਹੋਗੇ। ਇਹਦੇ ਵਿੱਚ ਜ਼ਿਆਦਾਤਰ ਤੁਹਾਡੇ ਕੋਲ ਭਰਮਾਰ ਹੈਗੀ ਹੈ ਜੀ ਨਿਕਲ ਐਂਡ ਆਇਰਨ ਦੀ, ਇਸੇ ਕਰਕੇ ਕੋਰ ਨੂੰ ਨਾਈਫ ਵੀ ਬੋਲਿਆ ਜਾਂਦਾ, NIFE ਨਾਈਫ। ਇਹਦੇ ਵਿੱਚ ਜ਼ਿਆਦਾਤਰ ਪਾਇਆ ਜਾਂਦਾ ਨਿਕਲ ਐਂਡ ਆਇਰਨ, ਇਹ ਚੀਜ਼ਾਂ ਦੀ ਕੋਰ ਦੇ ਵਿੱਚ ਜ਼ਿਆਦਾ ਭਰਮਾਰ ਪਾਈ ਜਾਂਦੀ। ਤੇ ਟੈਂਪਰੇਚਰ ਤੁਹਾਡੀ ਕੋਰ ਦਾ ਜੋ ਵੈਰੀ ਕਰਦਾ ਹੈਗਾ ਉਹ 2200 ਡਿਗਰੀ ਤੋਂ ਲੈ ਕੇ 2750 ਡਿਗਰੀ, 2200 ਡਿਗਰੀ ਸੈਲਸੀਅਸ ਤੋਂ ਲੈ ਕੇ 2750 ਡਿਗਰੀ ਸੈਲਸੀਅਸ ਤੱਕ ਇਹਦੇ ਵਿੱਚ ਇਹਦਾ ਜੋ ਟੈਂਪਰੇਚਰ ਹੈ ਉਹ ਵੈਰੀ ਕਰਦਾ। ਤੇ ਡੈਂਸਿਟੀ ਜੋ ਕੋਰ ਦੀ ਹੈ ਜੀ ਉਹ 13.6 ਗ੍ਰਾਮ ਪਰ ਸੈਂਟੀਮੀਟਰ ਸਕੁਏਅਰ ਹੈ ਜੀ। 13.6 ਗ੍ਰਾਮ ਪਰ ਸੈਂਟੀਮੀਟਰ ਸਕੁਏਅਰ, ਇੰਨੀ ਜ਼ਿਆਦਾ ਡੈਂਸ ਕੋਰ ਅਰਥ ਦੀ ਪਾਈ ਜਾਂਦੀ ਹੈ ਜੀ, ਇੰਨੀ ਜ਼ਿਆਦਾ ਡੈਂਸ ਹੈ ਇਹ। ਚਲੋ ਜੀ, ਇਸ ਤੋਂ ਬਾਅਦ ਆਪਾਂ ਲਵੇ ਮੇਨਲੀ ਆ ਗਿਆ ਆਪਾਂ ਹੁਣ ਕਰਸਟ ਦੀ ਗੱਲ ਕਰ ਲੈਂਦੇ ਹਾਂ ਕਿ ਜੋ ਫੈਕਚੁਅਲਸ ਪਾਰਟਸ ਨੇ ਥੋੜ੍ਹੇ ਜਿਹੇ ਉਹ ਰਿਵਾਈਜ਼ ਕਰ ਲੈਂਦੇ ਹਾਂ। ਜੋ ਅਰਥ ਦੀ ਕਰਸਟ ਹੈ ਉਹਦੇ ਵਿੱਚ ਐਲੀਮੈਂਟ ਪਾਏ ਜਾਂਦੇ ਨੇ ਜੀ ਆਕਸੀਜਨ, ਸਿਲੀਕਨ, ਐਲੂਮੀਨੀਅਮ ਅਤੇ ਆਇਰਨ, ਅਤੇ ਬਾਕੀ ਉਸ ਦੇ ਨਾਲ ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਪਾਏ ਜਾਂਦੇ ਨੇਗੇ। ਸੋ ਕਰਸਟ ਦੇ ਵਿੱਚ ਜੋ ਮੇਨਲੀ ਪਰਸੈਂਟੇਜ ਪਾਈ ਜਾਂਦੀ ਹੈ ਆਕਸੀਜਨ ਦੀ ਪਾਈ ਜਾਂਦੀ ਹੈ 46% ਜਾਂ 46% ਪਾਇਆ ਜਾਂਦਾ। ਸਿਲੀਕਨ 28% ਹੈ, ਐਲੂਮੀਨੀਅਮ 8% ਹੋ ਗਿਆ, ਆਇਰਨ ਤੁਹਾਡਾ 6% ਹੈ, ਕੈਲਸ਼ੀਅਮ 3.6% ਪਾਇਆ ਜਾਂਦਾ, ਸੋਡੀਅਮ 2.8, ਪੋਟਾਸ਼ੀਅਮ 2.6 ਅਤੇ ਮੈਗਨੀਸ਼ੀਅਮ 1.5% ਇਹ ਪਾਇਆ ਜਾਂਦਾ ਅਰਥ ਦੀ ਕਰਸਟ ਦੇ ਵਿੱਚ। ਹੁਣ ਆਪਾਂ ਦੇਖਦੇ ਹਾਂ ਕੰਟੀਨੈਂਟਲ ਦੀ ਡ੍ਰਿਫਟ ਥਿਓਰੀ। ਕੰਟੀਨੈਂਟਲ ਡ੍ਰਿਫਟ ਥਿਓਰੀ ਦੇਖਦੇ ਹਾਂ ਜੋ ਤੁਹਾਡੀ ਬੇਸਿਕਲੀ ਕਿਸ 'ਤੇ ਡਿਪੈਂਡ ਹੋਊਗੀ, ਐਥਨੋਸਫੇਅਰ ਦੇ ਆਪਣੇ ਲਈ ਜੋ ਸੈਮੀ ਸੋਲਿਡ ਇੱਥੇ ਮਟੀਰੀਅਲ ਪਾਇਆ ਜਾਂਦਾ ਉਸੇ 'ਤੇ ਡਿਪੈਂਡ ਹੋਊਗੀ ਕੰਟੀਨੈਂਟਲ ਡ੍ਰਿਫਟ ਥਿਓਰੀ। ਕੰਟੀਨੈਂਟਲ ਡ੍ਰਿਫਟ ਥਿਓਰੀ ਤੁਹਾਡੀ ਜੀ ਪ੍ਰੋਡਿਊਸ ਕੀਤੀ ਆ ਅਲਫਰਡ ਵੈਗਨਾਰ ਨੇ, ਨੋਟ ਡਾਊਨ ਕਰ ਲਓ ਜੀ ਇਸ ਨੂੰ, ਅਲਫਰਡ ਵੈਗਨਾਰ 1915 ਦੇ ਵਿੱਚ ਉਹਨੇ ਇਹ ਥਿਓਰੀ ਦਿੱਤੀ ਸੀ। ਤੇ ਕਾਫੀ ਸੋਲਿਡ ਥਿਓਰੀ ਹੈ ਤੇ ਸਾਇੰਟਿਸਟ ਵੱਲੋਂ ਇਹਨੂੰ ਕਾਫੀ ਮੰਨਿਆ ਵੀ ਗਿਆ, ਤਾਂ ਹੀ ਆਪਾਂ ਇਸ ਚੀਜ਼ ਨੂੰ ਅੱਜ ਪੜ੍ਹ ਰਹੇ ਹਾਂਗੇ। ਉਸ ਥਿਓਰੀ ਦੇ ਵਿੱਚ ਕੀ ਸੀ ਆਪਾਂ ਅਰਥ ਦੇ ਪਹਿਲਾਂ ਫਾਰਮੇਸ਼ਨ ਦੇ ਵਿੱਚ ਵੀ ਦੇਖ ਲਿਆ ਸੀ।
ਇਸ ਥਿਊਰੀ ਦੇ ਅਕੋਰਡਿੰਗ ਅਲਫਰਡ ਵੈਗਨਰ ਨੇ ਕਿਹਾ, ਕਹਿੰਦਾ ਜੋ ਇੱਕ ਟਾਈਮ ਸੀਗਾ ਜਿਸ ਟਾਈਮ ਅਰਥ ਦੇ ਉੱਪਰ ਇੱਕ ਹੀ ਲੈਂਡ ਮਾਸ ਸੀ ਤੇ ਇੱਕ ਹੀ ਸਮੁੰਦਰ ਸੀ। ਸਾਰੀ ਇੱਕ ਹੀ ਤੁਹਾਡਾ ਕਹਿ ਸਕਦੇ ਹੋ ਮਹਾਦੀਪ ਸੀਗਾ ਤੇ ਇੱਕ ਸਮੁੰਦਰ ਸੀ, ਅਲੱਗ-ਅਲੱਗ ਨਹੀਂ ਸੀ ਉਸ ਟਾਈਮ ਦੇ ਵਿੱਚ। ਉਹ ਜੋ ਤੁਹਾਡਾ ਪੂਰਾ ਇੱਕ ਮਹਾਦੀਪ ਸੀਗਾ, ਪੂਰੇ ਦਾ ਪੂਰਾ ਇੱਕ ਵੱਡਾ ਲੈਂਡ ਮਾਸ ਸੀ, ਉਹਨੂੰ ਬੋਲਿਆ ਜਾਂਦਾ ਸੀ ਪੈਂਜੀਆ। ਤੇ ਜੋ ਤੁਹਾਡਾ ਪੂਰਾ ਸਮੁੰਦਰ ਸੀ ਉਹਨੂੰ ਬੋਲਿਆ ਜਾਂਦਾ ਸੀ ਪੈਂਥਸਾਲਸ, ਪੈਂਥਾਲਾਸਾ, ਸੌਰੀ ਪੈਂਥਾਲਾਸਾ, ਉਹਨੂੰ ਪੈਂਥਾਲਾਸਾ ਬੋਲਿਆ ਜਾਂਦਾ ਸੀ। ਇਹਨੂੰ ਪੈਂਜੀਆ ਬੋਲਦੇ ਆ, ਇਹਨੂੰ ਪੈਂਥਾਲਾਸਾ ਬੋਲਦੇ ਨੇ। ਸੋ ਇਹਦੇ ਵਿੱਚ ਕੀ ਹੋਇਆ, ਇਹ ਹਿਊਜ ਮਾਸ ਪੈਂਥਾਲਸ ਹੈ ਤੇ ਹਿਊਜ ਤੁਹਾਡਾ ਜੋ ਲੈਂਡ ਮਾਸ ਹੈਗਾ ਉਹ ਹੈਗਾ ਪੈਂਜੀਆ ਹੀ। ਇਹਦੇ ਵਿੱਚ ਕਹਿੰਦਾ ਓਸ਼ਨਸ ਦੇ ਵਿੱਚ ਜੋ ਆਪਾਂ ਗੱਲ ਕੀਤੀ ਸੀਗੀ ਐਥਨੋਸਫੇਅਰ ਦੀ, ਉਸੇ ਤਰ੍ਹਾਂ ਡ੍ਰਿਫਟ ਹੋਣੀਆਂ ਸਟਾਰਟ ਕਰ ਦਿੱਤਾ ਕੰਟੀਨੈਂਟਸ ਨੇ ਆਪਸ ਦੇ ਵਿੱਚ। ਉਹ ਜੋ ਪਾਰਟ ਸੀ ਇਹਦੇ ਵਿੱਚ ਇੱਕ ਡਿਸਟਰਕਸ਼ਨ ਕ੍ਰੀਏਟ ਹੋਣੀ ਸ਼ੁਰੂ ਕਰ ਦਿੱਤੀ, ਪਲੇਟਸ ਮੂਵ ਹੋਈਆਂ। ਪਲੇਟਸ ਮੂਵ ਹੋਣ ਨਾਲ ਜੋ ਤੁਹਾਡੇ ਕੰਟੀਨੈਂਟ ਨੇ ਉਹ ਕੱਟਣੇ ਸ਼ੁਰੂ ਹੋ ਗਏ ਆਪਸ ਦੇ ਵਿੱਚ। ਸੋ ਤੁਹਾਡਾ ਜੋ ਵੱਡਾ ਲੈਂਡ ਮਾਸ ਸੀ ਇਹ ਆਪਸ ਦੇ ਵਿੱਚ ਕੱਟ ਹੋ ਗਿਆ ਤੇ ਇਹਦੇ 'ਚੋਂ ਦੋ ਪਾਰਟ ਡਿਵੈਲਪ ਹੋਏ। ਇੱਕ ਨੂੰ ਬੋਲਿਆ ਜਾਂਦਾ ਜੀ ਲੌਰੇਸੀਆ ਤੇ ਇੱਕ ਹੀ ਤੁਹਾਡਾ ਗੋਂਡਵਾਨਾ ਲੈਂਡ। ਇਹ ਦੋ ਲੈਂਡ ਫਾਰਮ ਤੁਹਾਡੇ ਜੋ ਨੇ ਡਿਵੈਲਪ ਹੋਏ, ਲੌਰੇਸੀਆ ਐਂਡ ਗੋਂਡਵਾਨਾ ਲੈਂਡ। ਲੌਰੇਸੀਆ ਤੁਹਾਡਾ ਨਾਰਥ ਦਾ ਪਾਰਟ ਸੀ, ਗੋਂਡਵਾਨਾ ਜੋ ਸਾਊਥ ਦਾ ਪਾਰਟ ਸੀ। ਆਪਸ ਦੇ ਵਿੱਚ ਕੱਟਣ ਦੇ ਬਾਅਦ ਕੰਟੀਨੈਂਟਸ ਪਲੇਟਸ ਦੀ ਜੋ ਡਿਫਰੈਸ਼ਨ ਹੋਈ, ਜਦ ਤੁਸੀਂ ਕਹਿੰਦੇ ਹੋ ਉਹਨੇ ਮੂਵਮੈਂਟ ਹੋਈ, ਉਹਦੇ ਨਾਲ ਕੱਟ ਪੈਣ ਦੇ ਨਾਲ ਇਹ ਦੋ ਲੈਂਡ ਮਾਸ ਬਣ ਗਏ। ਉਸ ਤੋਂ ਬਾਅਦ ਕੀ ਹੋਇਆ ਜੀ, ਹੁਣ ਥੋੜ੍ਹਾ ਸਮਝ ਲਵਾਂਗੇ। ਇੱਥੇ ਆਪਣੇ ਲਈ ਆਈਡੀਆ ਵੀ ਇੱਕ ਆ ਜਾਏਗਾ ਕਿ ਤੁਹਾਡੇ ਹਿਮਾਲਿਆਜ਼ ਕਿਸ ਤਰ੍ਹਾਂ ਫਾਰਮ ਹੋਏ ਤੇ ਤੁਹਾਡਾ ਇੰਡੀਆ ਕਿਸ ਤਰ੍ਹਾਂ ਸੀ, ਕੀ ਚੀਜ਼ ਸੀ ਸਾਰੀ, ਉਹ ਤੁਹਾਡੇ ਸਾਹਮਣੇ ਆ ਜਾਏਗੀ। ਹੁਣ ਅਰਥ ਹੈ ਜੀ ਇਹ ਯੂਰੇਸ਼ੀਆ ਆ ਗਿਆ, ਇੱਥੇ ਲੌਰੇਸੀਆ ਆ ਗਿਆ, ਸੌਰੀ ਲੌਰੇਸੀਆ ਆ ਗਿਆ, ਜਾਂ ਇਹਨੂੰ ਕਹਿ ਲਓ ਤੁਸੀਂ ਯੂਰੇਸ਼ੀਅਨ ਪਲੇਟ ਆ ਗਈ। ਉਸ ਤੋਂ ਬਾਅਦ ਗੋਂਡਵਾਨਾ ਲੈਂਡ ਤੁਹਾਡਾ ਵੱਖ ਹੋ ਗਿਆ ਸੀ, ਇਸ ਸਾਈਡ 'ਤੇ ਸੀ ਉਹ ਗੋਂਡਵਾਨਾ ਲੈਂਡ। ਹੁਣ ਇਹਦੇ ਵਿੱਚ ਗੋਂਡਵਾਨਾ ਲੈਂਡ ਦੇ ਵਿੱਚ ਤੁਹਾਡਾ ਬੇਸਿਕਲੀ ਅੱਜ ਦੇ ਟਾਈਮ ਦੇ ਵਿੱਚ ਅਫਰੀਕਾ ਆ ਗਿਆ, ਇੰਡੀਆ ਵੀ ਉਸੇ ਦਾ ਪਾਰਟ ਸੀਗਾ। ਉਸ ਟਾਈਮ 'ਚ ਕੀ ਹੋਇਆ ਜੀ, ਗੋਂਡਵਾਨਾ ਲੈਂਡ ਦੇ ਵਿੱਚੋਂ ਕੁਛ ਪਾਰਟ ਉਹਦਾ ਸੀ ਜੋ ਸੀਗਾ ਉਹ ਲਾਈਕ ਇੱਦਾਂ ਦਾ ਪਾਰਟ, ਉਹ ਇਹਦੇ ਵਿੱਚੋਂ ਟੁੱਟ ਗਿਆ। ਟੁੱਟ ਕੇ ਇਸ ਤਰ੍ਹਾਂ ਜਾ ਕੇ ਡਰਿਫਟ ਕਰਨਾ ਸ਼ੁਰੂ ਕਰ ਦਿੱਤਾ ਇਹਨੇ। ਜਿਹੜਾ ਆਹ ਪਾਰਟ ਹੈ ਇਹ ਇਸ ਤਰ੍ਹਾਂ ਟੁੱਟ ਕੇ ਇੱਧਰ ਨੂੰ ਜਾਣਾ ਸ਼ੁਰੂ ਕਰ ਦਿੱਤਾ ਇਹਨੇ। ਇਸੇ ਤਰ੍ਹਾਂ ਹੀ ਤੁਹਾਡਾ ਆਸਟ੍ਰੇਲੀਆ ਦੇ ਆਹ ਪਾਰਟ ਵੀ ਬ੍ਰੇਕ ਹੋ ਕੇ ਕੁਛ ਆਈਲੈਂਡ ਬਣੇ ਤੇ ਇੱਥੋਂ ਤੁਹਾਡਾ ਇਹ ਇਸ ਤਰ੍ਹਾਂ ਦਾ ਸੀ, ਤਿਕੋਨਾ ਸੀ ਸਾਈਡਾਂ ਤੋਂ। ਤੇ ਆਹ ਜੋ ਵਿੱਚੇ ਵਾਲਾ ਪਾਰਟ ਸੀਗਾ ਇਹ ਹੈ ਤੁਹਾਡਾ ਅੱਜ ਦਾ ਮੈਡਾਗਾਸਕਰ ਜੋ ਅਫਰੀਕਾ ਤੋਂ ਵੱਖ ਹੋਇਆ। ਹੁਣ ਇਹ ਤੁਹਾਡਾ ਵੱਖ ਹੋ ਗਿਆ, ਵੱਖ ਹੋ ਕੇ ਇਹ ਤੁਹਾਡੀ ਯੂਰੇਸ਼ੀਅਨ ਪਲੇਟ ਹੈ ਜੋ ਇਹਦੇ ਵੱਲ ਇਹਨੇ ਜਾਣਾ ਸਟਾਰਟ ਕਰ ਦਿੱਤਾ। ਇਹ ਤੁਹਾਡਾ ਬੇਸਿਕਲੀ ਕੀ ਹੈ, ਇੰਡੀਅਨ ਸਬ ਕੰਟੀਨੈਂਟ ਜੋ ਆਪਾਂ ਇੰਡੀਆ ਸੀ ਆਪਣਾ, ਉਹ ਜਾ ਰਿਹਾ ਬੇਸਿਕਲੀ ਇੱਧਰ ਜਾਣਾ ਸ਼ੁਰੂ ਕਰ ਦਿੱਤਾ ਇਹਨੇ, ਉਹਦੇ ਵੱਲ ਹੌਲੀ ਹੌਲੀ ਚੱਲਣਾ ਸ਼ੁਰੂ ਕਰ ਦਿੱਤਾ। ਜੋ ਇਹ ਚੀਜ਼ਾਂ ਹੁੰਦੀਆਂ ਨੇ ਬਹੁਤ ਹੀ ਸਲੋ ਰੇਟ 'ਤੇ ਹੁੰਦੀਆਂ ਨੇ, ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦੇ ਜੋ ਇਫੈਕਟ ਨੇ ਤੁਹਾਨੂੰ ਲੱਖਾਂ ਸਾਲਾਂ ਬਾਅਦ ਦੇਖਣ ਨੂੰ ਮਿਲਦੇ ਨੇ, ਲੱਖਾਂ ਹੀ ਸਾਲ ਹੋ ਜਾਂਦੇ ਨੇ, ਉਸ ਤੋਂ ਬਾਅਦ ਥੋੜ੍ਹਾ ਚੇਂਜਸ ਪਤਾ ਲੱਗਦੇ ਨੇਗੇ। ਇਹ ਇੱਦਾਂ ਨਹੀਂ ਹੈ ਕਿ ਕੋਈ ਚੀਜ਼ ਡਰਿਫਟ ਕਰ ਰਹੀ ਹੈ ਯਾਰ। ਕੰਟੀਨੈਂਟ ਤੁਹਾਡਾ ਇੰਡੀਅਨ ਕੰਟੀਨੈਂਟ ਹੈ ਜੋ ਅੱਜ ਵੀ ਮੂਵ ਕਰ ਰਿਹਾ, ਹਰ ਸਾਲ ਉਹ 5 ਸੈਂਟੀਮੀਟਰ ਅੱਗੇ ਵੱਧ ਰਿਹਾ ਤੇ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਿਹਾ ਤੇ ਉਸੇ ਦੇ ਨਾਲ ਹਰ ਸਾਲ ਹਿਮਾਲਿਆ ਨੇ 1 ਸੈਂਟੀਮੀਟਰ ਵਧੇ ਜਾਂਦੇ ਨੇ। ਬਟ ਉਹਦਾ ਇਫੈਕਟ ਆਪਾਂ ਨੂੰ ਪਤਾ ਨਹੀਂ ਲੱਗਦਾ ਬਿਕੋਜ਼ ਬਹੁਤ ਸਲੋ ਹੋ ਰਿਹਾ, ਇਹ ਆਪਣੇ ਲਈ ਬਹੁਤ ਸਲੋ ਹੋ ਰਿਹਾ ਹੈਗਾ ਇਹ। ਸੋ ਬੇਸਿਕਲੀ ਇਹਨੇ ਇੱਧਰ ਜਾਣਾ ਸਟਾਰਟ ਕੀਤਾ ਜੀ। ਇਸ ਟਾਈਮ ਲੰਘਦੇ ਹੋਏ ਜਦੋਂ ਇਹ ਓਸ਼ਨ ਦੇ ਵਿੱਚੋਂ ਲੰਘ ਰਿਹਾ ਸੀ, ਇਸ ਓਸ਼ਨ ਦੇ ਵਿੱਚ ਅੰਦਰ ਤੁਹਾਡੇ ਜਵਾਲਾਮੁਖੀ ਸੀਗੇ ਜੋ ਉਸ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਫਟ ਰਹੇ ਸੀ, ਓਸ਼ਨ ਦੇ ਅੰਦਰ ਹੀ ਲੰਘ ਰਹੇ ਸੀ। ਤੇ ਉਸੇ ਓਸ਼ਨ ਦੇ ਵਿੱਚੋਂ ਲੰਘਦੇ ਹੋਏ ਜਦੋਂ ਇਹ ਇੱਕ ਟਾਈਮ 'ਤੇ ਉਹ ਜਵਾਲਾਮੁਖੀ ਦੀ ਬੈਲਟ 'ਤੇ ਆਇਆ, ਉਹ ਵੋਲਕੈਨੋਜ਼ ਦੀ ਬੈਲਟ 'ਤੇ ਆਇਆ, ਤਾਂ ਉਸੇ ਦੀ ਡੈਪੋਜੀਸ਼ਨ ਦੇ ਨਾਲ ਤੁਹਾਡੇ ਕੋਲ ਇੰਡੀਆ ਦੇ ਉੱਪਰ ਜੋ ਆ ਪੈਨੀਸੂਲਾ ਸੀ, ਇੱਥੇ ਪ੍ਰੋਡਿਊਸ ਹੋਇਆ ਤੁਹਾਡਾ ਡੈਕਨ ਪਲੇਟੂ। ਡੈਕਨ ਪਲੇਟੂ ਤੁਹਾਡਾ ਇਸ ਤਰ੍ਹਾਂ ਬਣਿਆ ਜੀ, ਜਵਾਲਾਮੁਖੀ ਦੀ ਜੋ ਮੈਗਮਾ ਸੀਗਾ, ਲਾਵਾ ਸੀ, ਉਸੇ ਦੀ ਡੈਪੋਜੀਸ਼ਨ ਨਾਲ ਤੁਹਾਡਾ ਜੋ ਇੰਡੀਆ ਦਾ ਡੈਕਨ ਪਲੇਟੂ ਹੈ ਜੋ ਸਾਊਥ ਦੇ ਵਿੱਚ ਪਾਇਆ ਜਾਂਦਾ, ਉਹ ਇਸ ਤਰ੍ਹਾਂ ਬਣਿਆਗਾ। ਜਦੋਂ ਇੰਡੀਆ ਦਾ ਜੋ ਕੰਟੀਨੈਂਟ ਸੀਗਾ ਜਾਂ ਗੋਂਡਵਾਨਾ ਲੈਂਡ ਦਾ ਇੱਕ ਪਾਰਟ ਸੀ ਜੋ ਕ੍ਰੋਸ ਕਰ ਰਿਹਾ ਸੀ ਤੁਹਾਡੇ ਓਸ਼ਨ ਨੂੰ। ਉਸ ਤੋਂ ਬਾਅਦ ਜੀ ਓਸ਼ਨ ਨੂੰ ਕ੍ਰੋਸ ਕਰਦੇ ਹੋਏ ਓਸ਼ਨ ਨੂੰ ਕ੍ਰੋਸ ਕਰਦੇ ਜੀ ਉਹ ਲੰਘਦਾ ਤੁਹਾਡਾ ਜਾ ਕੇ ਇੱਥੇ ਯੂਰੇਸ਼ੀਅਨ ਪਲੇਟ ਨਾਲ ਟਕਰਾਇਆ। ਹੁਣ ਆਪਾਂ ਦੇਖ ਰਹੇ ਜੀ ਆਪਣਾ ਜੋ ਪਾਰਟ ਸੀ ਉਹ ਇਸ ਤਰ੍ਹਾਂ ਦਾ ਸੀਗਾ, ਬੇਸਿਕਲੀ ਸਾਈਡਾਂ 'ਤੇ 2 ਸਿੰਗ ਜੇ ਨੇਗੇ ਅਤੇ ਵਿਚਾਲੋਂ ਉਹ ਖਾਲੀ ਸੀ, ਪਿੱਛੇ ਨੂੰ ਹਟਮਾ ਸੀ। ਸੋ ਇਸ ਤਰ੍ਹਾਂ ਟਕਰਾਇਆ। ਪਹਿਲਾਂ ਤੁਹਾਡੇ ਆ ਸਿੰਗ ਜੋ ਉਸ ਪਲੇਟ ਨਾਲ ਟਕਰਾਏ ਅਤੇ ਇੱਥੇ ਟਕਰਾਉਣ ਨਾਲ ਤੁਹਾਡੀਆਂ
ਮਾਊਂਟੇਨਸ ਪ੍ਰੋਡਿਊਸ ਹੋਈਆਂ ਤੇ ਜਿਹੜਾ ਆਹ ਵਾਲਾ ਪਾਰਟ ਸੀ ਇੱਥੇ ਉਵੇਂ ਦਾ ਉਵੇਂ ਪਾਣੀ ਬਣਿਆ ਰਹੇਗਾ ਜਿਸ ਤਰ੍ਹਾਂ ਸਮੁੰਦਰ ਸੀ ਤੇ ਉਸ ਟਾਈਮ ਦੇ ਵਿੱਚ ਪ੍ਰੋਡਿਊਸ ਹੋਇਆ ਜੀ। ਇਸ ਪਾਣੀ ਦੇ ਬਣਨ ਦੇ ਨਾਲ, ਇਹ ਟਕਰਾਵ ਦੇ ਨਾਲ ਜੋ ਪਾਣੀ ਇੱਕ ਲੈਂਡ ਲੌਕਡ ਹੋ ਗਿਆ, ਇਹ ਜੋ ਪ੍ਰੋਡਿਊਸ ਹੋਇਆ ਇਹਨੂੰ ਬੋਲਦੇ ਨੇ ਟੈਥਿਸ ਸੀ। ਇਹਨੂੰ ਟੈਥਿਸ ਸੀ ਬੋਲਦੇ ਨੇ। ਟੈਥਿਸ ਨਾਂ ਦਾ ਸਮੁੰਦਰ ਬਣ ਗਿਆ ਤੇ ਇਹ ਤੁਹਾਡਾ ਟਕਰਾਵ ਜਾਰੀ ਰਿਹਾ ਤੇ ਇਸ ਤੋਂ ਬਾਅਦ ਅੱਗੇ ਜਾ ਕੇ ਇਹ ਪੂਰੀ ਤਰ੍ਹਾਂ ਲੈਂਡ ਮਾਸ ਨਾਲ ਬਣ ਗਿਆ ਤੇ ਇਸ ਤਰ੍ਹਾਂ ਤੁਹਾਡੇ ਇੱਥੇ ਪ੍ਰੋਡਿਊਸ ਹੋਏ ਜੀ ਹਿਮਾਲਿਆਜ਼। ਇਸ ਤਰ੍ਹਾਂ ਬਣੇ ਤੁਹਾਡੇ ਹਿਮਾਲਿਆਜ਼। ਇੱਥੇ ਜਦੋਂ ਦੋ ਲੈਂਡ ਮਾਸ ਟਕਰਾਏ, ਜੋ ਦੋ ਪਲੇਟਸ ਟਕਰਾਉਂਦੀਆਂ ਨੇ, ਇੱਕ ਪਲੇਟ ਉੱਪਰ ਜਾ ਸਕਦੀ ਹੈ, ਇੱਕ ਪਲੇਟ ਨੀਚੇ ਚਲੀ ਜਾਂਦੀ ਹੈ, ਇੱਕ ਪਲੇਟ ਉੱਪਰ ਉੱਠ ਜਾਂਦੀ ਹੈ, ਤਾਂ ਉਹਦੇ ਨਾਲ ਕੀ ਕ੍ਰੀਏਟ ਹੁੰਦਾ ਜੀ, ਮਾਊਂਟੇਨਸ ਕ੍ਰੀਏਟ ਹੁੰਦੇ ਨੇ ਜਿਨ੍ਹਾਂ ਨੂੰ ਫੋਲਡਡ ਮਾਊਂਟੇਨਸ ਬੋਲਿਆ ਜਾਂਦਾ। ਜਿਸ ਤਰ੍ਹਾਂ ਇੱਦਾਂ ਜਾ ਰਿਹਾ, ਕੋਈ ਇੱਦਾਂ ਟਕਰਾ ਗਿਆ, ਫੋਲਡਡ ਮਾਊਂਟੇਨਸ ਕ੍ਰੀਏਟ ਹੋ ਗਈਆਂ। ਇਹ ਹਿਮਾਲਿਆਜ਼ ਤੁਹਾਡੇ ਫੋਲਡਡ ਮਾਊਂਟੇਨਸ ਨੇ ਤੇ ਇਹ ਯੰਗ ਮਾਊਂਟੇਨਸ ਨੇ। ਯੰਗ ਕਿਉਂ ਨੇਗੀਆਂ? ਕਿਉਂਕਿ ਹਜੇ ਤੱਕ ਵੀ ਇਹ ਵਧ ਰਹੀਆਂ ਨੇਗੀਆਂ। ਇਸੇ ਤਰ੍ਹਾਂ ਹੀ ਤੁਹਾਡਾ ਇਹ ਕ੍ਰੀਏਟ ਹੋਈਆਂ ਹਿਮਾਲਿਆਜ਼, ਜੋ ਤੁਹਾਡਾ ਗੋਂਡਵਾਨਾ ਲੈਂਡ ਲੋਰੇਸ਼ੀਆ ਦੇ ਨਾਲ ਟਕਰਾ ਗਿਆ, ਜਾਂ ਤੁਹਾਡੀ ਇੰਡੀਅਨ ਪਲੇਟ ਯੂਰੇਸ਼ੀਅਨ ਪਲੇਟ ਦੇ ਨਾਲ ਟਕਰਾਈ। ਉਸ ਤੋਂ ਬਾਅਦ ਜੀ ਜੋ ਇੱਕ ਹੋਰ ਤੁਹਾਨੂੰ ਫੈਕਟ ਮੈਂ ਦੱਸ ਦੇਵਾਂ ਕਿ ਅੱਜ ਵੀ ਜੋ ਹਿਮਾਲਿਆਜ਼ ਦੇ ਟੌਪ ਲੇਅਰਸ ਨੇ, ਚੋਟੀਆਂ ਨੇ, ਉਹਨਾਂ ਦੇ ਉੱਪਰ ਜੋ ਸਮੁੰਦਰ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਤੱਤ ਪਾਏ ਜਾਂਦੇ, ਜੋ ਸਮੁੰਦਰ ਦੀਆਂ ਵਿੱਚ ਚੀਜ਼ਾਂ ਪਾਈ ਜਾਂਦੀਆਂ, ਅਵਸ਼ੇਸ਼ ਪਾਏ ਜਾਂਦੇ ਨੇ, ਉਹ ਉਹਨਾਂ ਦੇ ਟੌਪਸ ਦੇ ਉੱਤੇ ਅੱਜ ਵੀ ਪਾਏ ਜਾਂਦੇ ਨੇ। ਉਹ ਹੁਣ ਤੁਸੀਂ ਦੇਖ ਲਿਓ ਕਿਉਂ ਪਾਏ ਜਾਂਦੇ ਨੇ। ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਥੇ ਟੈਥਿਸ ਨਾਂ ਦਾ ਸੀ। ਉਸ ਤੋਂ ਬਾਅਦ ਉਹਦਾ ਕੀ ਹੋਇਆ ਇਹਨਾਂ ਕੁ ਤੁਸੀਂ ਗੈਸ ਲਗਾ ਲਿਓ। ਤਾਂ ਕਰਕੇ ਅੱਗੇ ਵੱਧਦੇ ਜੀ ਆਪਾਂ ਹੁਣ। ਇਹ ਹੈ ਤੁਹਾਡੀ ਕੰਟੀਨੈਂਟਲ ਡ੍ਰਿਫਟ ਥਿਊਰੀ। ਆਲਬਰਟ ਵੈਗਨਰ ਦਿੱਤੀ ਸੀ 1915 ਦੇ ਵਿੱਚ। ਕਹਿੰਦੇ ਇਸ ਤਰ੍ਹਾਂ ਸਾਰਾ ਕੁਝ ਹੋਇਆ ਤੇ ਇਸ ਤਰ੍ਹਾਂ ਜਾ ਕੇ ਤੁਹਾਡੇ ਟਕਰਾਏ ਤੇ ਲੈਂਡ ਮਾਸ ਕ੍ਰੀਏਟ ਹੋਏ, ਸਾਰੇ ਕੰਟੀਨੈਂਟਲ ਡ੍ਰਿਫਟ ਹੋ ਰਹੇ ਤੇ ਅੱਜ ਵੀ ਤੁਹਾਡੇ ਕੰਟੀਨੈਂਟਲ ਡ੍ਰਿਫਟ ਹੋ ਰਹੇ ਨੇ। ਜਿਹੜਾ ਜਿੱਧਰ ਨੂੰ ਜਾ ਰਿਹਾ ਸੀ, ਜਿੱਦਾਂ ਇੰਡੀਆ ਜਾ ਰਿਹਾ ਸੀ ਉੱਪਰ ਨੂੰ ਜਾ ਰਿਹਾ, ਆਸਟ੍ਰੇਲੀਆ ਤੁਹਾਡਾ ਸਾਈਡ 'ਤੇ ਖਿਸਕ ਰਿਹਾ ਹੈਗਾ, ਇਸ ਤਰ੍ਹਾਂ ਦੂਰ ਵੀ ਹੁੰਦੇ ਜਾ ਰਹੇ। ਡ੍ਰਿਫਟਿੰਗ ਇਹ ਚੱਲਦੀ ਰਹਿੰਦੀ ਹੈਗੀ। ਇਸ ਤੋਂ ਬਾਅਦ ਜੀ ਆਪਣੇ ਕੋਲ ਆ ਗਿਆ ਸੀ ਫਲੋਰ ਸਪਰੈਡਿੰਗ ਥਿਊਰੀ। ਇਹਦੇ ਵਿੱਚ ਕੀ ਹੈ, ਕਹਿੰਦਾ ਸੀ ਹੈ ਤੁਹਾਡਾ ਜੋ ਉਹ ਸੀ ਫਲੋਰ ਆ, ਉਹ ਸਪਰੈਡ ਹੁੰਦਾ ਹੈਗਾ। ਇਹ ਥਿਊਰੀ ਤੁਹਾਡੀ ਦਿੱਤੀ ਸੀ ਹੈਰੀ ਹੈਸ ਨੇ 1960 ਦੇ ਵਿੱਚ। ਹੈਰੀ ਹੈਸ ਨੇ 1960 ਦੇ ਵਿੱਚ ਇਹ ਥਿਊਰੀ ਦਿੱਤੀ ਹੈਗੀ। ਥੋੜ੍ਹਾ ਜਿਹਾ ਆਪਾਂ ਇਹਦੇ ਬਾਰੇ ਜਾਣਾਂਗੇ, ਜ਼ਿਆਦਾ ਡੀਪ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਇਹਦੇ ਲਈ। ਉਹਦੇ ਵੱਲੋਂ ਕਿਹਾ ਜਾਂਦਾ, ਕਹਿੰਦਾ ਜੋ ਤੁਹਾਡੀਆਂ ਮਿਡ ਓਸ਼ਨਿਕ ਰੀਜਨ ਹੈਗੀਆਂ, ਜੋ ਤੁਹਾਡੇ ਮਿਡ ਓਸ਼ਨਿਕ ਰੀਜਨ ਹੈ, ਕਹਿੰਦਾ ਜਿੱਦਾਂ ਤੁਹਾਡਾ ਸਮੁੰਦਰ ਹੈ, ਇਹਦੇ ਵਿੱਚ ਕਈ ਵਾਰ ਰਿਜਸ ਕ੍ਰੀਏਟ ਹੋ ਜਾਂਦੀਆਂ ਨੇ, ਇੱਦਾਂ ਧਰਤੀਆਂ ਕ੍ਰੀਏਟ ਹੋ ਜਾਂਦੀਆਂ, ਵੋਲਕੈਨੋਜ਼ ਹੁੰਦੇ ਨੇ ਜਾਂ ਟ੍ਰੈਂਚਸ ਬਣ ਜਾਂਦੀਆਂ ਨੇ। ਉਹਦੇ ਵਿੱਚ ਕੀ ਹੋ ਜਾਂਦਾ, ਕਹਿੰਦਾ ਤੁਹਾਡੇ ਲਈ ਇੱਕ ਜੋ ਦੋ ਕਰਸਟ ਨੇ ਉਹ ਆਪਸ ਤੋਂ ਦੂਰ ਮੂਵ ਕਰਦੀਆਂ ਨੇਗੀਆਂ, ਤਾਂ ਉਹ ਇੱਕ ਰਿਫਟ ਕ੍ਰੀਏਟ ਕਰ ਦਿੰਦੇ ਨੇ ਤੇ ਉਹਦੇ ਵਿੱਚੋਂ ਕਹਿੰਦਾ ਮੈਂਟਲ ਦੇ ਵਿੱਚੋਂ ਲਾਵਾ ਨਿਕਲ ਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਉਹ ਲਾਵਾ ਦੀ ਲਗਾਤਾਰ ਡੈਪੋਜੀਸ਼ਨ ਹੈ ਜੋ ਤੁਹਾਡੀ ਇੱਥੋਂ ਆ ਕੇ ਇੱਦਾਂ ਸੀ ਦੇ ਫਲੋਰ 'ਤੇ ਪੈਂਦੀ ਰਹਿੰਦੀ ਹੈ ਤੇ ਉਹਦੇ ਨਾਲ ਨਵੀਂ ਕਰਸਟ ਤਿਆਰ ਹੁੰਦੀ ਰਹਿੰਦੀ ਹੈ ਫਲੋਰ ਦੇ ਉੱਤੇ। ਇੱਕ ਨਵੀਂ ਤਹਿ ਤਿਆਰ ਹੁੰਦੀ ਰਹਿੰਦੀ ਹੈ ਉਸ ਕਰਸਟ ਦੇ ਨਾਲ। ਇਹ ਬੇਸਿਕਲੀ ਤੁਹਾਡੀ ਹੈ ਸੀ ਫਲੋਰ ਥਿਊਰੀ। ਹੁਣ ਆਪਾਂ ਦੇਖਦੇ ਹਾਂ ਜੀ ਤੁਹਾਡੀ ਪਲੇਟ ਟੈਕਟੋਨਿਕ ਥਿਊਰੀ। ਆਪਾਂ ਬੇਸਿਕਲੀ ਦੇਖ ਲਈ ਹੈ ਪਲੇਟ ਟੈਕਟੋਨਿਕ ਜੋ ਤੁਹਾਡਾ ਐਲਫਰਡ ਵੈਗਨਾਰ ਦੀ ਥਿਊਰੀ ਸੀ, ਉਹਦੇ ਵਿੱਚ ਮੈਂ ਤੁਹਾਨੂੰ ਸਮਝਾ ਦਿੱਤਾ ਕਿ ਐਥਨੋਸਫੇਅਰ ਦੇ ਵਿੱਚ ਕੀ ਹੁੰਦਾ। ਐਥਨੋਸਫੇਅਰ ਜੋ ਆਪਾਂ ਜੋ ਪਿਛਲੇ ਪਿਕਸ ਦੇ ਵਿੱਚ ਦੇਖਿਆ, ਉਹਦੇ ਵਿੱਚ ਕੀ ਤੁਹਾਡੀਆਂ ਪਲੇਟਸ ਮੂਵ ਕਰਦੀਆਂ ਨੇ, ਕਦੇ ਟਕਰਾ ਜਾਂਦੀਆਂ ਨੇ, ਕਦੇ ਦੂਰ ਹੋ ਜਾਂਦੀਆਂ ਨੇ। ਜੋ ਤਾਂ ਉਹ ਟਕਰਾਉਂਦੀਆਂ ਨੇ ਉਹ ਤਾਂ ਉਹ ਕੁਛ ਕ੍ਰੀਏਟ ਕਰਦੀਆਂ ਨੇਗੀਆਂ ਟਕਰਾ ਕੇ, ਠੀਕ ਹੈ ਜੀ। ਜਦੋਂ ਉਹ ਦੂਰ ਹੁੰਦੀਆਂ ਨੇ ਉਦੋਂ ਕੁਛ ਡਿਸਟਰਕਟ ਕਰਦੀਆਂ, ਕਹਿੰਦਾ ਭਾਵ ਕਿ ਰਿਫਟਸ ਕ੍ਰੀਏਟ ਕਰਦੀਆਂ ਨੇ, ਵਿਚਾਲੇ ਕੁਛ ਪਾੜ ਪਾ ਦਿੰਦੀਆਂ ਨੇਗੀਆਂ। ਇਹ ਤੁਹਾਡੀਆਂ ਹੁੰਦੀਆਂ ਨੇ ਪਲੇਟ ਟੈਕਟੋਨਿਕ ਥਿਊਰੀ ਹੁੰਦੀ ਹੈਗੀ। ਇਹ ਲਾਰਜ ਮੋਸ਼ਨ ਦੇ ਵਿੱਚ ਹੁੰਦਾ ਤੇ ਇਹ ਤੁਹਾਡਾ ਜੋ ਵਰਡ ਹੈਗਾ ਟੈਕਟੋਨਿਕਸ ਵਰਡ ਹੈ, ਇਹ ਗ੍ਰੀਕ ਭਾਸ਼ਾ ਤੋਂ ਆਇਆ। ਟੈਕਟੋਨਿਕ ਵਰਡ ਗ੍ਰੀਕ ਤੋਂ ਆਇਆ ਜਿਹਦਾ ਨਾਮ ਹੈ ਬਿਲਡਰ, ਮਤਲਬ ਇਹਦਾ ਬਿਲਡਰ, ਠੀਕ ਹੈ ਜੀ। ਚਲੋ ਜੀ ਆਪਾਂ ਹੁਣ ਕੁਛ ਦੇਖ ਲੈਂਦੇ ਹਾਂ ਪਲੇਟਸ ਮੇਨ ਜਿਹੜੀਆਂ ਆਪਣੇ ਲਈ ਧਰਤੀ ਦੇ ਸਾਰੇ ਪਾਰਟਸ ਨੂੰ ਕੁਛ ਪਲੇਟਸ ਦੇ ਵਿੱਚ ਵੰਡਿਆ ਹੋਇਆ। ਜੋ ਮੇਜਰ ਪਲੇਟਸ ਨੇ ਉਹ ਕਿਹੜੀਆਂ 20 ਆਪਣੇ ਲਈ ਮੇਜਰ ਪਲੇਟਸ ਨੇਗੀਆਂ, ਵੱਡੀਆਂ ਪਲੇਟਸ ਨੇ। ਉਹਨਾਂ ਵਿੱਚੋਂ ਮੇਨ ਪਲੇਟ ਕੀ ਹੈ, ਇੱਕ ਤਾਂ ਤੁਹਾਡੀ ਇੰਡੀਅਨ ਪਲੇਟ ਆ ਗਈ, ਇੰਡੀਅਨ ਪਲੇਟ, ਨਾਰਥ ਅਮਰੀਕਾ ਪਲੇਟ ਤੇ ਯੂਰੇਸ਼ੀਅਨ ਪਲੇਟ ਹੋ ਗਈ, ਪੈਸੀਫਿਕ ਹੋ ਗਈ, ਅੰਟਾਰਕਟਿਕਾ, ਸਾਊਥ ਅਮਰੀਕਾ ਐਂਡ ਅਫਰੀਕਨ ਪਲੇਟ ਹੋ ਗਈ। ਤੇ ਮਾਈਨਰ ਪਲੇਟਸ ਦੇ ਵਿੱਚ ਇੰਪੋਰਟੈਂਟ ਕਿਹੜੀਆਂ ਆ ਜਾਂਦੀਆਂ, ਚਾਈਨਾ, ਫਿਲੀਪੀਨ, ਅਰਬੀਅਨ, ਈਰਾਨ, ਨਾਜ਼ਕਾ, ਕੋਕੋਆ, ਕੈਰੀਬੀਅਨ, ਸਕਾਟੀਆ। ਇਹ ਪਲੇਟਸ ਤੁਹਾਡੀਆਂ ਮਾਈਨਰ ਪਲੇਟਸ ਦੇ ਵਿੱਚ ਨੇ ਜੋ ਪ੍ਰਮੁੱਖ ਆ ਜਾਂਦੀਆਂ ਨੇਗੀਆਂ। ਹੁਣ ਤੁਹਾਡੇ ਜੋ ਪਲੇਟ ਮਾਰਜਨ ਆ ਗਏ, ਪਲੇਟ ਮਾਰਜਨ ਦਾ ਕੀ ਕੰਸੈਪਟ ਹੈ। ਹੁਣ ਪਲੇਟਸ ਨੇਗੀਆਂ ਉਹ ਕਈ ਵਾਰ ਇੱਦਾਂ ਵੀ ਟਕਰਾ ਜਾਂਦੀਆਂ, ਕਈ ਵਾਰ ਪੈਰਲਰ ਵੀ ਚੱਲ ਰਹੀਆਂ ਹੁੰਦੀਆਂ ਨੇ, ਇੱਦਾਂ ਵੀ ਚੱਲ ਰਹੀਆਂ ਹੁੰਦੀਆਂ ਨੇਗੀਆਂ। ਜੋ ਪੈਰਲਰ ਵੀ ਹੁੰਦੀਆਂ ਨੇ, ਜਿਹੜੇ ਉਹ ਕੋਨੇ ਹੁੰਦੇ ਨੇ, ਉੱਥੇ ਤੁਹਾਡਾ ਅਰਥਕੁਇਕ ਦਾ ਇੱਕ ਏਰੀਆ ਬਣ ਜਾਂਦਾ ਹੁੰਦਾ, ਉੱਥੇ ਜ਼ਿਆਦਾ ਅਰਥਕੁਇਕ ਹੋਣ ਦੇ ਚਾਂਸਸ ਹੁੰਦੇ, ਬਿਕੋਜ਼ ਪਲੇਟ ਜਦੋਂ ਇੱਦਾਂ ਚੱਲਦੀ ਹੈ, ਇੱਦਾਂ ਮੂਵ ਕਰਦੀ ਹੈ ਜਾਂ ਇੱਦਾਂ ਹੋ ਜੇ
ਜੇ ਪੈਰਲਲ ਵੀ ਚੱਲਦੀ ਹੈ ਨਾ ਰਗੜ ਖਾ ਰਹੀ ਹੈ ਤਾਂ ਵੀ ਤੁਹਾਡਾ ਲੈਂਡ ਮਾਸ ਦੇ ਉੱਤੇ ਅਰਥਕੁਇਕ ਦਾ ਖਤਰਾ ਹੋ ਜਾਂਦਾ। ਪਲੇਟ ਮਾਰਜਨ ਦੇ ਵਿੱਚ ਹੀ ਤੁਹਾਡੇ ਕੋਲ 3 ਤਰ੍ਹਾਂ ਦੇ ਪਲੇਟ ਮਾਰਜਨ ਪਾਏ ਜਾਂਦੇ ਨੇ, ਡਾਇਵਰਜੈਂਟ ਹੋ ਗਿਆ, ਕਨਵਰਜੈਂਟ ਹੋ ਗਿਆ ਐਂਡ ਪੈਰਲਲ ਹੋ ਗਿਆ। ਡਾਇਵਰਜੈਂਟ ਕੀ ਹੈ? ਡਾਇਵਰਜੈਂਟ ਦੇ ਵਿੱਚ ਤੁਹਾਡੇ ਕੋਲ ਕੰਸਟਰਕਟਿਵ ਹੁੰਦਾ। ਉਹ ਡਾਇਵਰਜੈਂਟ ਦੇ ਵਿੱਚ ਜਦੋਂ ਕੰਸਟਰਕਟਿਵ ਹੁੰਦਾ, ਕਹਿੰਦਾ ਭਾਵ ਉਹ ਆਪਸ ਦੇ ਵਿੱਚ ਟਕਰਾਉਂਦੀਆਂ ਨੇ, ਟਕਰਾ ਕੇ ਕੀ ਹੈ ਉਹ ਤੁਹਾਡੀ ਇੱਕ ਪਲੇਟ ਹੈ ਉੱਪਰ ਜਾ ਜਾਂਦੀ ਹੈ, ਇੱਕ ਨੀਚੇ ਚਲੀ ਜਾਂਦੀ ਹੈ। ਜਿਹੜੀ ਨੀਚੇ ਚਲੀ ਗਈ ਉਹ ਮੈਂਟਲ ਦੇ ਵਿੱਚ ਖਤਮ ਹੋ ਜੂ। ਜੋ ਆਪਾਂ ਛੋਟੀਆਂ ਕਲਾਸਿਸ ਦੇ ਵਿੱਚ ਦੇਖਿਆ ਸੀ ਕਿ ਤੁਹਾਡਾ ਮੈਗਮਾ ਜਾਂ ਲਾਵਾ ਕਿਸ ਤਰ੍ਹਾਂ ਪ੍ਰੋਡਿਊਸ ਹੁੰਦਾ, ਉਹ ਮੈਂਟਲ ਦੇ ਵਿੱਚ ਧੱਸ ਜਾਂਦੀ ਹੈ ਅਤੇ ਉੱਥੇ ਗਲ ਜਾਂਦੀ ਹੈ ਉਹ। ਤੇ ਇਹਦੇ ਨਾਲ ਡਾਇਵਰਜੈਂਟ ਦੇ ਨਾਲ ਟਕਰਾ ਕੇ ਇੱਕ ਚੀਜ਼ ਤੁਹਾਡੀ ਕੰਸਟਰਕਟਿਵ ਹੋ ਗਈ, ਮਾਊਂਟੇਨਸ ਕ੍ਰੀਏਟ ਹੋ ਗਈਆਂ। ਠੀਕ ਹੈ ਜੀ। ਉਸ ਤੋਂ ਬਾਅਦ ਸੈਕਿੰਡ ਆਪਣੇ ਲਈ ਆ ਰਹੀ ਹੈਗੀ ਕਨਵਰਜੈਂਟ। ਕਨਵਰਜੈਂਟ ਦੇ ਵਿੱਚ ਕੀ ਹੋ ਰਹੀ ਹੈ? ਡਿਸਟਰਕਸ਼ਨ ਹੋ ਰਹੀ ਹੈ। ਕਹਿਣ ਦਾ ਭਾਵ ਕਿ ਪਲੇਟਸ ਨੇ ਉਹ ਦੂਰ ਜਾ ਰਹੀਆਂ ਨੇਗੀਆਂ, ਦੂਰ ਹੁੰਦੀਆਂ ਨੇ ਤਾਂ ਰਿਫਟ ਬਣ ਜਾਂਦੀ ਹੈ, ਇੱਕ ਟ੍ਰੈਂਚ ਬਣ ਜਾਂਦੀ ਹੈ। ਉਹ ਤੁਹਾਡੇ ਅੱਜ ਕੱਲ੍ਹ ਬੇਸਿਕਲੀ ਕਈ ਅੱਜ ਕੱਲ੍ਹ ਦੇ ਵੀ ਮਾਡਰਨ ਪਾਰਟਸ ਨੇਗੇ। ਰੀਸੈਂਟਲੀ 90s ਦੇ ਵਿੱਚ 1900 ਦੇ ਵਿੱਚ ਵੀ ਕਈ ਵੱਡੀਆਂ ਵੱਡੀਆਂ ਖਾੜੀਆਂ ਬਣੀਆਂ ਨੇ ਜਿੱਥੇ ਪਲੇਟਸ ਦੀ ਮੂਵਮੈਂਟ ਨਾਲ ਉੱਥੇ ਵੱਡੀਆਂ ਵੱਡੀਆਂ ਖਾੜੀਆਂ ਡਿਵੈਲਪ ਹੋ ਗਈਆਂ ਇੱਕਦਮ ਹੀ ਥੋੜ੍ਹੇ ਸਮੇਂ ਦੇ ਅੰਤਰਾਲ ਦੇ ਵਿੱਚ ਹੀ। ਅਤੇ ਬਟ ਅਗਰ ਆਪਾਂ ਅਰਥ ਦਾ ਟਾਈਮ ਲੈ ਕੇ ਦੇਖੀਏ ਤਾਂ ਬਹੁਤ ਜਲਦੀ ਦੇ ਵਿੱਚ ਉਹ ਖਾੜੀਆਂ ਡਿਵੈਲਪ ਹੋ ਗਈਆਂ। USA ਦੇ ਵਿੱਚ ਵੀ ਇੱਦਾਂ ਦੀਆਂ ਖਾੜੀਆਂ ਪਾਈ ਜਾਂਦੀਆਂ ਨੇ। ਬੇਸਿਕਲੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ, ਰੀਓ ਗ੍ਰੈਂਡ ਵੀ ਤੁਹਾਡੀ ਇਹਨਾਂ ਦੇ ਵਿੱਚੋਂ ਆ ਜਾਂਦੀ ਹੈਗੀ, ਇੱਕ ਖਾੜੀ ਹੈ ਜੋ ਡਰਿਫਟ ਕਹਿ ਸਕਦੇ ਹੋ। ਪੈਰਲਲ ਪਲੇਟ ਮਾਰਜਨ ਦੇ ਵਿੱਚ ਕੀ ਹੁੰਦਾ ਜੀ? ਉਹ ਪੈਰਲਲ ਚੱਲਦੀਆਂ ਨੇ, ਇੱਕ ਦੂਜੇ ਬਰਾਬਰ ਚੱਲਦੀਆਂ ਨੇ। ਇਹ ਤੁਹਾਡੇ ਡਿਫਰੈਂਟ ਪਲੇਟ ਮਾਰਜਨ ਆ ਗਏ ਜੀ ਇਹਨਾਂ ਦੇ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਫੋਰਸਿਸ। ਜੋ ਤੁਹਾਡੀਆਂ ਫੋਰਸਿਸ ਨੇਗੀਆਂ ਅਰਥ ਦੀ ਜੋ ਕਰਸਟ ਹੈਗੀ, ਉੱਪਰਲਾ ਪਾਰਟ ਹੈ, ਇਹਨੂੰ ਇਫੈਕਟ ਕਰਦੀਆਂ ਨੇ। ਉੱਪਰਲੇ ਪਾਰਟ ਨੂੰ ਜੋ ਨੁਕਸਾਨ ਪਹੁੰਚਾਉਂਦੀਆਂ ਨੇ ਜਾਂ ਕਿਸ ਤਰ੍ਹਾਂ ਹੁੰਦਾ ਹੈਗਾ। ਇਹਦੇ ਵਿੱਚ ਤੁਹਾਡੀਆਂ ਬੇਸਿਕਲੀ ਆ ਜਾਂਦੀਆਂ ਨੇ ਐਕਸੋਜੈਨੇਟਿਕ ਐਂਡ ਐਂਡੋਜੈਨੇਟਿਕ। ਦੋ ਤਰ੍ਹਾਂ ਦੀਆਂ ਫੋਰਸਿਸ ਆ ਜਾਂਦੀਆਂ ਨੇ, ਐਕਸੋ ਅਤੇ ਐਂਡੋਜੈਨੇਟਿਕ। ਐਕਸੋ ਜੋ ਹੁੰਦਾ ਉਹ ਐਕਸਟਰਨਲ ਹੁੰਦਾ, ਐਂਡੋਜੈਨੇਟਿਕ ਜੋ ਹੁੰਦਾ ਉਹ ਇੰਟਰਨਲ ਹੁੰਦਾ ਹੈਗਾ। ਐਕਸੋਜੈਨੇਟਿਕ ਦੇ ਵਿੱਚ ਤੁਹਾਡੇ ਕੋਲ ਬੇਸਿਕਲੀ ਦੋ ਆ ਜਾਂਦੀਆਂ ਨੇ, ਵਿਦਰਿੰਗ ਆ ਗਿਆ ਐਂਡ ਸੈਕਿੰਡ ਆ ਗਿਆ ਇਰੋਜ਼ਨ। ਐਕਸੋਜੈਨੇਟਿਕ ਦੇ ਪਾਰਟ ਨੇ ਇਹ, ਵਿਦਰਿੰਗ ਐਂਡ ਇਰੋਜ਼ਨ। ਵਿਦਰਿੰਗ ਹੁਣ ਕੀ ਹੁੰਦੀ ਹੈ ਜੀ? ਇਹਦੇ ਵਿੱਚ ਕੀ ਹੁੰਦਾ ਹੈ, ਇੱਕ ਲੌਂਗ ਪ੍ਰੋਸੈਸ ਹੈ ਜਿਹਦੇ ਵਿੱਚ ਤੁਹਾਡੀਆਂ ਰੌਕਸ ਹੁੰਦੀਆਂ ਨੇਗੀਆਂ ਜਾਂ ਜੋ ਪੱਥਰ ਹੁੰਦੇ ਨੇਗੇ ਉਹਨਾਂ ਦੀ, ਰੌਕਸ ਦਾ ਆਪਾਂ ਕੰਸੈਪਟ ਹੈ ਜੀ ਕੀਤਾ ਨਹੀਂ ਆਈ ਥਿੰਕ, ਚਲੋ ਇਸ ਤੋਂ ਬਾਅਦ ਰੌਕਸ ਦਾ ਕੰਸੈਪਟ ਕਰ ਲੈਂਦੇ ਹਾਂ। ਜੋ ਰੌਕ ਹੁੰਦੇ ਆ ਉਹਨਾਂ ਦੀ ਡੀਇੰਟੀਗ੍ਰੇਸ਼ਨ ਹੋਣ ਲੱਗ ਜਾਂਦੀ, ਡੀਕੰਪੋਜੀਸ਼ਨ ਹੋ ਜਾਂਦੀ ਹੈ, ਵੀ ਉਹ ਭੁਰਨੇ ਸਟਾਰਟ ਹੋ ਜਾਂਦੀ ਹੈ ਟਾਈਮ ਦੇ ਨਾਲ, ਜਾਂ ਇਸ ਤਰ੍ਹਾਂ ਕੁਝ ਕੰਸੈਪਟਸ ਆ। ਬੇਸਿਕਲੀ ਨੈਚੁਰਲ ਏਜੰਟਸ ਦੇ ਨਾਲ ਹੁੰਦਾ ਵੀ ਨੇਚਰ ਵੱਲੋਂ ਹੀ ਕੀਤੀ ਜਾਂਦੀ ਹੈ ਵਿਦਰਿੰਗ। ਉਸ ਪਾਰਟ ਨੂੰ ਬੋਲਦੇ ਜਦੋਂ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਬੋਲਦੇ ਆ ਜੀ ਵਿਦਰਿੰਗ। ਇਹ ਦੋ ਤਰ੍ਹਾਂ ਨਾਲ ਹੋ ਜਾਂਦੀ ਹੈ, ਤਿੰਨ ਤਰ੍ਹਾਂ ਨਾਲ ਹੋ ਜਾਂਦੀ ਸੌਰੀ। ਫਸਟ ਹੁੰਦੀ ਹੈ ਫਿਜ਼ੀਕਲ, ਅਤੇ ਸੈਕਿੰਡ ਤੁਹਾਡੀ ਪੈ ਜਾਂਦੀ ਹੈ ਕੈਮੀਕਲ, ਥਰਡ ਹੁੰਦੀ ਹੈ ਬਾਇਓਲੋਜੀਕਲ। ਜੋ ਫਿਜ਼ੀਕਲ ਵਿਦਰਿੰਗ ਹੈ ਉਹਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਕੀ ਹੋ ਗਿਆ ਜੀ, ਟੈਂਪਰੇਚਰ ਚੇਂਜ ਹੋ ਗਿਆ, ਕਲਾਈਮੇਟ ਚੇਂਜ ਹੋ ਗਿਆ ਜਾਂ ਕ੍ਰਿਸਟਲਾਈਜੇਸ਼ਨ ਹੋ ਗਿਆ ਰੌਕ ਦਾ, ਉਹਦੇ ਨਾਲ ਫਿਜ਼ੀਕਲ ਵਿਦਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਪ੍ਰੋਸੈਸ ਇਹਦੇ ਵਿੱਚ ਆ ਜਾਂਦੇ ਨੇਗੇ। ਅਤੇ ਉਸ ਤੋਂ ਬਾਅਦ ਕੀ ਹੈ ਜੀ, ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦੀ ਹੈ ਕੈਮੀਕਲ ਵਿਦਰਿੰਗ। ਜਦੋਂ ਕਿਸੇ ਰੌਕ ਦੇ ਵਿੱਚ ਕੈਮੀਕਲ ਦੇ ਜੋ ਕੰਪਾਊਂਡਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਆਉਣੇ ਸਟਾਰਟ ਹੋ ਜਾਣ ਤਾਂ ਰੌਕ ਭੁਰਨੀ ਸ਼ੁਰੂ ਕਰ ਦਿੰਦੀ ਹੈ, ਉਹ ਹੁੰਦੀ ਹੈ ਕੈਮੀਕਲ ਵਿਦਰਿੰਗ। ਇਸ ਤੋਂ ਬਾਅਦ ਤੁਹਾਡੇ ਕੋਲ ਲਾਸਟ ਆ ਜਾਂਦੀ ਹੈ ਬਾਇਓਲੋਜੀਕਲ। ਬਾਇਓਲੋਜੀਕਲ ਦੇ ਵਿੱਚ ਕੀ ਹੁੰਦਾ, ਫਲੋਰਲ, ਫਾਉਨਾ ਐਂਡ ਐਂਥਰੋਪੋਜੈਨਿਕ ਵਿਦਰਿੰਗ ਹੁੰਦੀ ਹੈ, ਜੋ ਕਿ ਨੈਚੁਰਲ ਏਜੈਂਟਸ ਦੁਆਰਾ, ਜਿੱਦਾਂ ਕਿ ਤੁਹਾਡੇ ਜੰਗਲ ਹੋ ਗਏ, ਫੁੱਲ ਬੂਟੇ ਹੋ ਗਏ, ਹਿਊਮਨ ਹੋ ਗਿਆ, ਇਹਨਾਂ ਦੁਆਰਾ ਜੋ ਵਿਦਰਿੰਗ ਦੇ ਕਾਰਨ ਬਣਦੇ ਨੇ, ਜੋ ਇਰੋਜ਼ਨ ਦੇ ਕਾਰਨ ਬਣਦੇ ਆ, ਉਹ ਤੁਹਾਡੀ ਖੁਰਨ ਦੇ ਕਾਰਨ ਬਣਦੇ ਆ, ਉਹ ਬੇਸਿਕਲੀ ਤੁਹਾਡੀ ਬਣਦੀ ਹੈਗੀ ਇਹ ਨੈਚੁਰਲ ਏਜੰਟਸ ਦੁਆਰਾ, ਜੋ ਆ ਗਏ ਤੁਹਾਡੇ ਬਾਇਓਲੋਜੀਕਲ। ਇਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਜੀ ਇਰੋਜ਼ਨ। ਇਰੋਜ਼ਨ ਦੇ ਵਿੱਚ ਕੀ ਹੁੰਦਾ, ਇਰੋਜ਼ਨ ਤੁਹਾਡਾ ਕੰਪਰਾਈਜ਼ ਕਰਦਾ ਕਿ ਜੋ ਤੁਹਾਡਾ ਰੌਕ ਮਟੀਰੀਅਲ ਹੈ ਉਹ ਬੇਸਿਕਲੀ ਉੱਪਰ ਦੀ ਕਰਸਟ ਹੈ, ਉਹਦਾ ਮਟੀਰੀਅਲ ਹੈ ਜੋ ਉਹ ਖੁਰ ਜਾਂਦਾ ਜਾਂ ਮਰ ਜਾਂਦਾ ਜਾਂ ਟਰਾਂਸਪੋਰਟ ਹੋ ਜਾਂਦਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲਾ ਜਾਂਦਾ। ਬਟ ਕਿਸ ਚੀਜ਼ ਨਾਲ, ਨਹਿਰਾਂ ਨਾਲ, ਦਰਿਆਵਾਂ ਨਾਲ, ਠੀਕ ਹੈ ਜੀ, ਜਾਂ ਤੁਸੀਂ ਕਹਿ ਸਕਦੇ ਹੋ ਹਵਾਵਾਂ ਨਾਲ, ਵਿੰਡਸ ਨਾਲ, ਵੇਵਜ਼ ਨਾਲ, ਲਹਿਰਾਂ ਨਾਲ, ਜਾਂ ਤੁਹਾਡੇ ਅੰਡਰਗਰਾਊਂਡ ਵਾਟਰ, ਇਹਨਾਂ ਚੀਜ਼ਾਂ ਨਾਲ ਕੀ ਹੁੰਦਾ, ਜੋ ਅਰਥ ਦਾ ਇੱਕ ਪਾਰਟ ਹੁੰਦਾ ਉਹ ਟਰਾਂਸਪੋਰਟ ਹੋ ਜਾਂਦਾ, ਖੁਰ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲਾ ਜਾਂਦਾ, ਉਸ ਨੂੰ ਬੋਲਦੇ ਨੇ ਜੀ ਇਰੋਜ਼ਨ। ਜਿੱਦਾਂ ਆਪਾਂ ਪਾਣੀ ਇੱਕਦਮ ਛੱਡਦੇ ਹਾਂ ਤਾਂ ਉਹ ਕਾਫੀ ਜ਼ਿਆਦਾ ਮਿੱਟੀ ਉੱਤੋਂ ਉਤਲੀ ਢਹਿ ਤੋਂ ਲੈ ਕੇ ਥੱਲੇ ਆ ਜਾਂਦੀ ਹੁੰਦੀ ਹੈ, ਉਹ ਹੁੰਦਾ ਇਰੋਜ਼ਨ। ਇਹ ਹੁੰਦਾ ਜੀ ਤੁਹਾਡਾ ਇਰੋਜ਼ਨ। ਦੋ ਤਰ੍ਹਾਂ ਦੇ ਇਹ ਤੁਹਾਡੇ ਐਕਸੋਜੈਨੇਟਿਕ ਜਾਂ ਐਕਸਟਰਨਲ ਫੋਰਸਿਸ ਨੇ ਜੋ ਤੁਹਾਡੀ ਕਰਸਟ ਨੂੰ ਇਫੈਕਟ ਕਰਦੇ ਨੇ। ਹੁਣ ਦੇਖਦੇ ਜੀ ਐਂਡੋਜੈਨੇਟਿਕ ਜਾਂ ਇੰਟਰਨਲ ਫੋਰਸਿਸ ਕਿਹੜੀਆਂ ਹੁੰਦੀਆਂ ਨੇਗੀਆਂ।
जो अर्थ की क्रस्ट ਨੂੰ ਅਫੈਕਟ ਕਰਦੀਆਂ ਨੇ। ਬੇਸਿਕਲੀ ਉਹ ਅਰਥ ਦੀ ਕਰਸਟ ਦੇ ਅੰਦਰ ਅੰਦਰ ਹੀ ਹੁੰਦੀਆਂ ਨੇਗੀਆਂ। ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਤਾਂ ਹੋਗੀ ਤੁਹਾਡੇ ਕੋਲ ਸਡਨ ਐਂਡੋਜੈਨੇਟਿਕ, ਇੱਕ ਹੋਗੀ ਸਲੋਅਰ। ਸਡਨ ਨੂੰ ਤੁਸੀਂ ਹੋਰ ਕੀ ਕਹਿ ਸਕਦੇ ਹੋ, ਕੈਟਾਸਟ੍ਰੋਫਿਕ ਫੋਰਸਸ। ਕੈਟਾਸਟ੍ਰੋਫਿਕ ਫੋਰਸਸ ਇਹ ਹੁੰਦੀਆਂ ਨੇ ਜੀ ਸਡਨ ਐਂਡੋਜੈਨੇਟਿਕ ਫੋਰਸਸ। ਇਹਦੇ ਵਿੱਚ ਕੀ ਹੁੰਦਾ, ਕਰਸਟ ਦੇ ਅੰਦਰ ਬਹੁਤ ਹੀ ਲੰਬੇ ਸਮੇਂ ਤੱਕ ਕੁਛ ਨਾ ਕੁਛ ਹੁੰਦਾ ਰਹਿੰਦਾ ਤੇ ਉਹ ਬਣਦਾ ਰਹਿੰਦਾ। ਜਿੱਦਾਂ ਤੁਸੀਂ ਕਹਿ ਲਓ ਕਿ ਕੋਈ ਤੁਹਾਡੇ ਨਾਲ ਖਹਿ ਖਾ ਰਿਹਾ ਤਾਂ ਉਹ ਬਹੁਤ ਹੀ ਅੰਦਰ ਤੁਹਾਡੇ ਲਈ ਬਹੁਤ ਟਾਈਮ ਤੱਕ ਇੱਕ ਖੋਬ ਬਣਾਈ ਜਾਂਦਾ, ਬਟ ਜਦੋਂ ਉਹਨੂੰ ਕਿਤੇ ਮੌਕਾ ਮਿਲਦਾ ਬੋਲਣ ਦਾ ਜਾਂ ਕੁਛ ਕਹਿਣ ਦਾ ਤਾਂ ਉਹ ਭੱਜ ਕੇ ਉੱਥੇ ਫੁੱਟ ਪੈਂਦਾ ਤੇ ਤੁਹਾਡੇ ਨਾਲ ਲੜ ਪੈਂਦਾ। ਸੋ ਬੇਸਿਕਲੀ ਇਹੀ ਚੀਜ਼ ਤੁਹਾਡੀ ਕਰਸਟ ਦੇ ਅੰਦਰ ਹੁੰਦੀ ਹੈ। ਬਹੁਤ ਲੰਬੇ ਸਮੇਂ ਤੱਕ ਇੱਕ ਕੀ ਹੈ, ਉਹ ਧਰਤੀ ਦੇ ਅੰਦਰ ਕੁਛ ਨਾ ਕੁਛ ਚੱਲਦਾ ਰਹਿੰਦਾ, ਕਰਸਟ ਦੇ ਥੱਲੇ ਚੱਲਦਾ ਰਹਿੰਦਾ, ਬਟ ਜਦੋਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਹ ਇੱਕਦਮ ਬਾਹਰ ਫੁੱਟ ਜਾਂਦਾ ਗਾ, ਇੱਕਦਮ ਸਡਨ ਹੋ ਜਾਂਦਾ, ਸਾਰਾ ਕੁਛ ਇੱਕਦਮ ਬਾਹਰ ਨਿਕਲ ਆਉਂਦਾ। ਇਹਦੇ ਵਿੱਚ ਤੁਸੀਂ ਕੀ ਚੀਜ਼ ਇੱਦਾਂ ਦੀ ਹੁੰਦੀ ਹੈ, ਅਗਰ ਇਸ ਡੈਫੀਨੇਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਜ਼ਾਰਾ ਕ੍ਰੀਏਟ ਹੋਵੇ, ਕੀ ਚੀਜ਼ ਇੱਦਾਂ ਦੀ ਹੁੰਦੀ ਹੈ, ਉਹ ਹੁੰਦੀ ਹੈ ਜੀ ਅਰਥਕੁਇਕ। ਜਾਂ ਤੁਸੀਂ ਕਹਿ ਲਓ ਵੋਲਕੈਨੋ ਇਰਪਸ਼ਨ, ਜਵਾਲਾਮੁਖੀ ਫਟਣਾ। ਇਸ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇਗੀਆਂ, ਇੱਕਦਮ ਸਭ ਕੁਝ ਬਾਹਰ ਆ ਜਾਂਦਾ, ਸਡਨ ਹੁੰਦਾ ਤੇ ਉਹ ਕਰਸਟ ਨੂੰ ਇਫੈਕਟ ਕਰਦਾ ਬਾਹਰ ਆ ਕੇ। ਇਹ ਤੁਹਾਡਾ ਹੋ ਜਾਂਦਾ ਹੈਗਾ ਕੈਟਾਸਟ੍ਰੋਫਿਕ ਫੋਰਸਿਸ, ਜਾਂ ਤੁਸੀਂ ਕਹਿ ਲਓ ਸਡਨ ਐਂਡੋਜੈਨੇਟਿਕ ਫੋਰਸਿਸ। ਇਸ ਤੋਂ ਬਾਅਦ ਤੁਹਾਡੇ ਕੋਲ ਸਲੋ ਐਂਡ ਗ੍ਰੈਜੂਅਲ ਐਂਡੋਜੈਨੇਟਿਕ ਫੋਰਸਿਸ, ਸਲੋ ਐਂਡ ਗ੍ਰੈਜੂਅਲ, ਜੋ ਹੌਲੀ ਹੌਲੀ ਹੁੰਦੇ ਹੈਗੇ ਐਂਡੋਜੈਨੇਟਿਕ ਫੋਰਸਿਸ। ਤੇ ਇਹਨਾਂ ਨੂੰ ਕਿਹਾ ਜਾਂਦਾ ਜੀ ਡਾਇਸਟ੍ਰੋਫਿਕ ਫੋਰਸਿਸ। ਹੁਣ ਇਹ ਫੋਰਸਿਸ ਕਿਹੜੀਆਂ ਹੁੰਦੀਆਂ ਨੇਗੀਆਂ, ਇਹ ਹੁੰਦੀਆਂ ਨੇ ਜੋ ਤੁਹਾਡੀਆਂ ਬਹੁਤ ਹੀ ਸਲੋ ਪੇਸ 'ਤੇ, ਇੱਦਾਂ ਨਹੀਂ ਹੈ ਕਿ ਕੁਛ ਰੁਕਿਆ, ਬਹੁਤ ਸਲੋ ਪੇਸ 'ਤੇ ਹੁੰਦਾ ਜਾਂਦਾ ਅਤੇ ਚੱਲੀ ਜਾਂਦਾ ਉਹ ਇਸ ਤਰ੍ਹਾਂ ਹੋ ਰਿਹਾ ਹੈਗਾ। ਅਤੇ ਉਹਦੀ ਜੋ ਆਪਾਂ ਨੂੰ ਰਿਜ਼ਲਟ ਨੇ, ਉਹਦੇ ਰਿਜ਼ਲਟ ਆਪਾਂ ਨੂੰ ਲੱਖਾਂ ਸਾਲਾਂ ਬਾਅਦ ਦੇਖਣ ਨੂੰ ਮਿਲਦੇ ਨੇ। ਜਿਸ ਤਰ੍ਹਾਂ ਕਿ ਤੁਹਾਡੇ ਮਾਊਂਟੇਨਸ ਕ੍ਰੀਏਟ ਹੋ ਗਏ, ਜਿਸ ਤਰ੍ਹਾਂ ਤੁਹਾਡੇ ਹਿਮਾਲਿਆਜ਼ ਕ੍ਰੀਏਟ ਹੋ ਗਏ, ਉਹ ਸਾਰਾ ਕੁਛ ਹੁੰਦਾ ਰਹਿੰਦਾ। ਬਟ ਉਹਦੀ ਸਪੀਡ ਦੇ ਕਾਰਨ ਆਪਾਂ ਨੂੰ ਰਿਜ਼ਲਟ ਜੋ ਨੇਗੇ ਉਹ ਕਈ ਲੱਖਾਂ ਕਰੋੜਾਂ ਸਾਲਾਂ ਬਾਅਦ ਆਪਾਂ ਨੂੰ ਵਿਜ਼ੀਬਲ ਹੁੰਦੇ ਨੇ, ਬਹੁਤ ਸਲੋ ਸਪੀਡ 'ਤੇ ਹੁੰਦਾ। ਹਿਊਮਨ ਲਾਈਫ 'ਤੇ ਤੁਸੀਂ ਉਹ ਚੀਜ਼ ਦੇਖ ਨਹੀਂ ਸਕਦੇ। ਸੋ ਤੁਹਾਡੇ ਇਹਦੇ ਬੇਸਿਕਲੀ ਆਊਟਪੁੱਟ ਕੀ ਨਿਕਲਦੀ ਹੈ, ਇਹਨਾਂ 'ਚ ਨਿਕਲਦੇ ਨੇ ਮਾਊਂਟੇਨਸ, ਪਲੇਨਸ ਬਣਦੇ ਜੋ ਤੁਹਾਡੇ, ਠੀਕ ਹੈ ਜੀ, ਡਰਿਫਟ ਬਣਦੀਆਂ ਨੇਗੀਆਂ। ਇਹ ਬੇਸਿਕਲੀ ਇਸ ਦੀਆਂ ਐਗਜ਼ਾਮਪਲਸ ਆ ਜਾਂਦੀਆਂ ਨੇਗੀਆਂ ਤੁਹਾਡੇ ਸਲੋ ਅਤੇ ਗ੍ਰੈਜੂਅਲ ਫੋਰਸਿਸ ਦੀਆਂ। ਅਤੇ ਇਹਦੇ ਵਿੱਚ ਤੁਹਾਡੇ ਲਈ ਜੋ ਬਿਗ ਫਲਟਸ ਪੈ ਜਾਂਦੇ ਨੇ, ਵੈਲੀਆਂ ਬਣ ਜਾਂਦੀਆਂ ਨੇ ਵੱਡੀਆਂ, ਜਾਂ ਤੁਸੀਂ ਕਹਿ ਸਕਦੇ ਹੋ ਟੈਕਟੋਨਿਕ ਲੇਕਸ ਬਣ ਜਾਂਦੀਆਂ। ਟੈਕਟੋਨਿਕ ਲੇਕਸ ਕੀ ਹੁੰਦੀਆਂ ਨੇ, ਪਲੇਟਸ ਦੀ ਮੂਵਮੈਂਟ ਨਾਲ ਜੋ ਦੂਰ ਹੋ ਜਾਂਦੀਆਂ ਨੇ, ਤਾਂ ਕਈ ਵਾਰ ਇੱਦਾਂ ਹੁੰਦਾ ਕਿ ਬਹੁਤ ਹੀ ਵੱਡਾ ਸਾਰਾ ਗੱਡਾ ਬਣ ਜਾਂਦਾ ਜਿਹਦੇ ਵਿੱਚ ਪਾਣੀ ਭਰਨਾ ਸ਼ੁਰੂ ਕਰ ਦਿੰਦਾ, ਉਹ ਟੈਕਟੋਨਿਕ ਲੇਕਸ ਵੱਜਦੀਆਂ ਨੇਗੀਆਂ। ਸੋ ਇਹ ਹੈ ਤੁਹਾਡੇ ਸਲੋ ਅਤੇ ਗ੍ਰੈਜੂਅਲ ਫੋਰਸਿਸ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ, ਇੱਕ ਤੁਹਾਡੇ ਆ ਰਹੇ ਨੇਗੇ ਰੌਕਸ ਦਾ ਤੁਹਾਡਾ ਕੰਸੈਪਟ ਰਹਿ ਗਿਆ ਸੀ, ਉਹ ਦੇਖ ਲੈਂਦੇ ਹੈਗੇ ਰੌਕਸ ਕਿਸ ਤਰ੍ਹਾਂ ਫਾਰਮ ਹੋਈਆਂ ਸੀ। ਇਹ ਚੀਜ਼ ਆਪਾਂ ਪੜ੍ਹ ਲਈ ਹੈ ਕਿ ਬੇਸਿਕਲੀ ਰੌਕਸ ਤੁਹਾਡੀਆਂ ਕੀ ਨੇਗੀਆਂ, ਕਰਸਟ ਤੋਂ ਹੀ ਫਾਰਮ ਹੋਈਆਂ ਨੇ। ਉਹਦੇ ਵਿੱਚ ਹੀ ਇਹਦੇ ਵਿੱਚ ਤੁਹਾਡੇ ਲਈ 3 ਤਰ੍ਹਾਂ ਦੀਆਂ ਰੌਕਸ ਪਾਈ ਜਾਂਦੀਆਂ ਨੇ, ਇਗਨੀਅਸ ਐਂਡ ਸੈਡੀਮੈਂਟਰੀ ਐਂਡ ਮੈਟਾਮੋਰਫਿਕ। ਇਗਨੀਅਸ ਕੀ ਹੈ, ਇਗਨੀਅਸ ਤੁਹਾਡੀ ਇੱਦਾਂ ਦੀ ਰੌਕ ਹੈਗੀ, ਫਸਟ ਤੁਸੀਂ ਦੇਖ ਲਓ igneous ਆਈ ਥਿੰਕ INEOUS ਪਏਗਾ ਇਹ 'ਚ। igneous igneous ਰੌਕਸ, ਠੀਕ ਹੈ ਜੀ। ਇਹ ਕੀ ਰੌਕਸ ਨੇਗੀਆਂ, ਇਹ ਤੁਹਾਡੀਆਂ ਜਦੋਂ ਧਰਤੀ ਦੇ ਉੱਪਰ ਬਹੁਤ ਹੀ ਜ਼ਿਆਦਾ ਲਾਵਾ ਜਾਂ ਮੈਗਮਾ ਬਣਦਾ ਰਿਹਾ, ਜੋ ਆਪਾਂ ਪਹਿਲਾਂ ਵੀ ਲੈਕਚਰ 'ਚ ਗੱਲ ਕੀਤੀ ਹੈ ਕਿ ਕਰਸਟ ਤਿਆਰ ਹੋਈ ਤੁਹਾਡੀ ਮੈਗਮਾ ਦੀ ਡੈਪੋਜੀਸ਼ਨ ਆ, ਉਹ ਮੈਗਮਾ ਦੇ ਠੰਡੇ ਹੋਣ ਨਾਲ, ਠੰਡੇ ਹੋ ਕੇ ਜਦੋਂ ਠਰ ਕੇ ਉਹ ਸੋਲਿਡ ਹੋ ਗਿਆ, ਪੂਰਾ ਜ਼ਿਆਦਾ ਸੋਲਿਡ ਹੋ ਗਿਆ, ਤਾਂ ਇਹ ਤੁਹਾਡੀਆਂ ਜਿਹੜੀਆਂ ਰੌਕਸ ਫਾਰਮ ਹੋਈਆਂ ਉਹਨਾਂ ਨੂੰ ਬੋਲਿਆ ਜਾਂਦਾ ਜੀ ਇਗਨੀਅਸ ਰੌਕਸ। ਇਹਨਾਂ ਨੂੰ ਬੋਲਿਆ ਜਾਂਦਾ ਇਗਨੀਅਸ ਰੌਕਸ। ਸੋ ਬੇਸਿਕਲੀ ਇਹਨਾਂ ਨੂੰ ਪ੍ਰਾਇਮਰੀ ਰੌਕਸ ਵੀ ਬੋਲਿਆ ਜਾਂਦਾ। ਪ੍ਰਾਇਮਰੀ ਰੌਕਸ ਵੀ ਇਹਨਾਂ ਨੂੰ ਕਿਹਾ ਜਾਂਦਾ। ਉਹ ਕਿਉਂ ਕਿਹਾ ਜਾਂਦਾ, ਬਿਕੋਜ਼ ਇਸ ਤੋਂ ਬਾਅਦ ਹੀ ਤੁਹਾਡੀਆਂ ਸਾਰੀਆਂ ਰੌਕ ਫਾਰਮਸ ਕ੍ਰੀਏਟ ਹੋਣਗੀਆਂ। ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲ ਇਗਨੀਅਸ ਰੌਕ ਫਾਰਮ ਹੀ ਆਉਂਦੀ ਹੈਗੀ, ਜੋ ਤੁਹਾਡੀ ਫਸਟ ਐਂਡ ਫੋਰੇਮੋਸਟ ਹੈਗੀ। ਸੋ ਬੇਸਿਕਲੀ ਇਹ ਤੁਹਾਡੀ ਜੋ ਰੌਕ ਹੁੰਦੀ ਹੈ, ਇਹ ਤੁਹਾਡੀ ਨੇਚਰ ਦੇ ਵਿੱਚ ਹਾਰਡ ਹੁੰਦੀ ਆ, ਹਾਰਡ ਹੋ ਗਈ, ਕ੍ਰਿਸਟਲਾਈਨ ਹੋ ਗਈ,
ਐਂਡ ਇਹਦੇ ਉੱਪਰ ਜੋ ਤੁਹਾਡਾ ਕੈਮੀਕਲ ਵੀਦਰਿੰਗ ਹੈ ਉਹਦਾ ਕੋਈ ਇਫੈਕਟ ਨਹੀਂ ਹੁੰਦਾ। ਕੈਮੀਕਲ ਵੀਦਰਿੰਗ ਇਹਦਾ ਕੋਈ ਇਫੈਕਟ ਨਹੀਂ ਹੁੰਦਾ, ਇਗਨੀਅਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਇਸ ਨੂੰ ਕੈਮੀਕਲ ਵੀਦਰਿੰਗ ਦੇ ਨਾਲ। ਐਂਡ ਜੀ ਇਹ ਜੋ ਤੁਹਾਡਾ ਇਗਨੀਅਸ ਰੌਕ ਹੈ ਇਹਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਅਵਿਸ਼ੇਸ਼ ਹੋ ਗਏ ਜਾਂ ਮਿਨਰਲਸ ਹੋ ਗਏ ਜਾਂ ਇੱਦਾਂ ਦੀ ਚੀਜ਼ ਨਹੀਂ ਪਈ ਜਾਂਦੀ। ਬੇਸਿਕਲੀ ਤੁਹਾਡੀ ਸਾਰੀ ਬਣੀ ਕੀ ਆ, ਲਾਵਾ ਤੋਂ ਬਣੀ ਆ। ਤਾਂ ਸੋ ਬੇਸਿਕਲੀ ਇਹਦੇ ਵਿੱਚ ਤੁਹਾਡੇ ਕੋਲ ਫੋਸਿਲਸ ਵਗੈਰਾ, ਅਵਸ਼ੇਸ਼ ਵਗੈਰਾ ਕੁਝ ਵੀ ਇਸ ਤਰ੍ਹਾਂ ਦੇ ਨਹੀਂ ਪਾਏ ਜਾਂਦੇ। ਉਸ ਤੋਂ ਬਾਅਦ ਤੁਹਾਡੇ ਕੋਲ ਸੈਕਿੰਡ ਆ ਜਾਂਦੀ ਹੈ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਇਗਨੀਅਸ ਤੋਂ ਬਾਅਦ ਆ ਜਾਂਦੀ ਹੈ ਸੈਡੀਮੈਂਟਰੀ। ਸੈਡੀਮੈਂਟਰੀ ਰੌਕ। ਉਹਦੇ ਵਿੱਚ ਕੀ ਹੁੰਦਾ, ਜਦੋਂ ਤੁਹਾਡੀ ਇਗਨੀਅਸ ਰੌਕ ਹੈ ਜੋ ਉਹਦੇ ਉੱਪਰ ਜੋ ਇਫੈਕਟ ਪੈਦਾ ਹੁੰਦੇ ਨੇਗੇ, ਜਦੋਂ ਉਹ ਤੁਹਾਡੀ ਇਗਨੀਅਸ ਰੌਕ ਹੈ ਜੋ ਉਹਦੇ ਨਾਲ ਤੁਹਾਡੀ ਕਹਿ ਸਕਦੇ ਹੋ ਕਿ ਵਿਦ ਦਾ ਟਾਈਮ ਪੀਰੀਅਡ ਜਾਂ ਤੁਹਾਡੇ ਵਿਦ ਅਗਰੈਸ਼ਨ ਜਾਂ ਕੁਛ ਵੀ ਇੱਦਾਂ ਦੇ ਲੌਂਗ ਟਾਈਮ ਦੇ ਰਨ ਦੇ ਨਾਲ ਜੋ ਉਹਦੇ ਉੱਪਰ ਇਫੈਕਟ ਪਏ ਜਾਂ ਉਸ ਦੇ ਅੰਦਰ ਜੋ ਤੁਸੀਂ ਕਹਿ ਸਕਦੇ ਹੋ ਵਿਦ ਦਾ ਟਾਈਮ ਪੀਰੀਅਡ ਪਲਾਂਟਸ ਨੀਚੇ ਦਬ ਗਏ ਜਾਂ ਉਹਦੇ ਵਿੱਚ ਹੱਡੀਆਂ ਜਾਨਵਰਾਂ ਦੀ ਦਬ ਗਈਆਂ, ਫੋਸਿਲਸ ਦਬ ਗਏ ਜਾਂ ਤੁਹਾਡੇ ਫੋਸਿਲਸ ਆਫ ਪਲਾਂਟਸ ਦਬ ਗਏ ਨੀਚੇ, ਉਹਨਾਂ ਦੇ ਨਾਲ ਅਗਰੈਸ਼ਨ ਦੇ ਨਾਲ ਇੱਕ ਇੰਪੈਕਟ ਦੇ ਨਾਲ ਜੋ ਰੌਕ ਫਾਰਮ ਹੋਈ, ਕਾਫੀ ਟਾਈਮ ਧਰਤੀ ਦੇ ਨੀਚੇ ਦਬੀ ਰਹੀ ਉਹ ਇਗਨੀਅਸ ਦੇ ਉੱਪਰ, ਉਹ ਸਾਰਾ ਕੁਝ ਆਇਆ ਸੀ, ਉਹ ਮਰ ਗਏ ਉੱਥੇ, ਉਹਦੇ ਵਿੱਚ ਹੀ ਦਬ ਗਏ, ਸਾਰਾ ਕੁਝ ਹੋ ਗਿਆ ਅਤੇ ਉਸ ਤੋਂ ਬਾਅਦ ਨਵੀਂ ਪਰਤ ਚੜ੍ਹ ਗਈ ਇੱਕ, ਅਤੇ ਉਹ ਬਹੁਤ ਟਾਈਮ ਲੱਖਾਂ ਕਰੋੜਾਂ ਸਾਲ ਉਹ ਧਰਤੀ ਦੇ ਵਿੱਚ ਹੀ ਦਬੀ ਰਹੀ। ਉਹ ਜਿਹੜੀ ਰੌਕ ਫਾਰਮ ਹੋਈ ਉਹਨੂੰ ਬੋਲਦੇ ਨੇ ਸੈਡੀਮੈਂਟਰੀ ਰੌਕ, ਜੋ ਤੁਹਾਡੇ ਸਾਰੇ ਫੋਸਿਲਸ ਵਗੈਰਾ ਕ੍ਰੀਏਟ ਕਰਦੀ ਹੈਗੀ। ਇਸੇ ਦੇ ਵਿੱਚ ਹੀ ਤੁਹਾਡੇ ਕੋਲ ਕੋਲਾ ਵਗੈਰਾ ਪਾਇਆ ਜਾਂਦਾ ਹੈਗਾ, ਇਸੇ ਦੇ ਵਿੱਚ ਹੀ ਤੁਹਾਡਾ ਕੋਲਾ ਤਿਆਰ ਹੋਏਗਾ। ਇਸ ਫਾਰਮ ਨੂੰ ਬੋਲਦੇ ਨੇ ਜੀ ਸੈਡੀਮੈਂਟਰੀ ਰੌਕ। ਇੱਕ ਇਹਦੀ ਟਰਮ ਹੈ ਜੀ ਲੈਟਿਨ ਵਰਡ ਸੈਡੀਮੈਂਟਮ ਤੋਂ ਤਿਆਰ ਹੋਇਆ। ਇਹ ਸੈਡੀਮੈਂਟਰੀ ਹੈ ਜੋ ਇਹ ਤੁਹਾਡਾ ਇੱਕ ਨੰਬਰ ਦੇ ਕੁਐਸਚਨ ਲਈ ਹੋ ਸਕਦਾ। ਸੈਡੀਮੈਂਟਮ, ਸੈਡੀਮੈਂਟਮ ਹੈ ਲੈਟਿਨ ਵਰਡ ਹੈ ਇਹ, ਉਸੇ ਤੋਂ ਤੁਹਾਡਾ ਸੈਡੀਮੈਂਟਰੀ ਤਿਆਰ ਹੋਇਆ। ਸੈਡੀਮੈਂਟਮ ਦਾ ਅਰਥ ਹੈ ਜੀ ਸੈਟਲਿੰਗ, ਇਹਦਾ ਅਰਥ ਹੁੰਦਾ ਸੈਟਲਿੰਗ। ਸੈਟਲਿੰਗ ਦਾ ਮਤਲਬ ਹੈ ਕਿ ਜਦੋਂ ਨੀਚੇ ਰੌਕ ਸੀ ਉਹਦੇ ਉੱਪਰ ਸਾਰਾ ਕੁਝ ਡਿੱਗ ਗਿਆ, ਸਾਰਾ ਕੁਝ ਡਿੱਗ ਗਿਆ, ਤਬਾਹ ਹੋ ਗਿਆ, ਫੋਸਿਲਸ ਬਣ ਕੇ ਸਾਰਾ ਕੁਝ ਹੋ ਗਿਆ, ਅਵਸ਼ੇਸ਼ ਡਿੱਗੀ ਗਏ, ਉਸ ਤੋਂ ਬਾਅਦ ਇੱਕ ਸੈਟਲ ਹੋ ਗਿਆ, ਸਾਰਾ ਕੁਝ ਸੈਟਲ ਹੋ ਗਿਆ, ਇੱਕ ਨਵੀਂ ਪਰਤ ਹੋ ਗਈ, ਅਤੇ ਉਹ ਕਰੋੜਾਂ ਸਾਲ ਨੀਚੇ ਰਹਿਣ ਤੋਂ ਬਾਅਦ ਜਿਹੜੀ ਰੌਕ ਫਾਰਮ ਹੋਈ ਉਹਨੂੰ ਬੋਲਦੇ ਸੈਡੀਮੈਂਟਰੀ ਰੌਕ। ਇਸ ਤੋਂ ਬਾਅਦ ਆ ਜਾਂਦੀ ਤੁਹਾਡੇ ਕੋਲ ਮੈਟਾਮੋਰਫਿਕ ਰੌਕ। ਹੁਣ ਜੋ ਸੈਡੀਮੈਂਟਰੀ ਆ, ਇਹ ਸੈਡੀਮੈਂਟਰੀ ਦੇ ਉੱਪਰ ਜੋ ਵਰਕ ਹੋਏਗਾ ਉਹਨੂੰ ਉਸ ਤੋਂ ਤਿਆਰ ਹੋਏਗੀ ਮੈਟਾਮੋਰਫਿਕ ਰੌਕ। ਇਹ ਜੋ ਵਰਕ ਹੁੰਦਾ ਪ੍ਰੋਸੈਸ, ਇਹਦੇ ਵਿੱਚ ਵਰਕ ਹੋਣ 'ਚ ਬੇਸਿਕਲੀ ਕੀ ਹੋਏਗਾ ਤੁਹਾਡਾ ਮੈਟਾਮੋਰਫਿਕ ਦੇ ਵਿੱਚ, ਇਹਦੇ ਵਿੱਚ ਤੁਹਾਡੇ ਕੋਲ ਸਲੋ ਇਰੋਜ਼ਨ ਹੋ ਗਿਆ, ਵਿਦਰਿੰਗ ਹੋ ਗਈ, ਇੱਦਾਂ ਦੇ ਨਾਲ ਕ੍ਰਿਸਟਲਾਈਨ ਹੋ ਗਿਆ ਜਾਂ ਛਾਣਿਆ ਜਾਣਾ, ਇੱਕ ਚੀਜ਼ ਕਹਿ ਰਹੇ ਹੋ ਸਕਦੇ ਹੋ ਤੁਸੀਂ, ਉਸ ਦੇ ਹਿਸਾਬ ਨਾਲ ਜੋ ਤੁਹਾਡੀ ਸੈਡੀਮੈਂਟਰੀ ਦੇ ਉੱਪਰ ਇਹ ਸਾਰਾ ਕੁਝ ਹੋਇਆ ਤਾਂ ਉਹਦੇ ਨਾਲ ਤੁਹਾਡੀ ਇੱਕ ਮੈਟਾਮੋਰਫਿਕ ਰੌਕ ਤਿਆਰ ਹੋਈ। ਇੱਕ ਚੇਂਜਡ ਫਾਰਮ ਹੈ ਤੁਹਾਡੀ ਬੇਸਿਕਲੀ ਸੈਡੀਮੈਂਟਰੀ ਦੀ। ਇਸੇ ਦੀ ਸੈਡੀਮੈਂਟਰੀ ਦੀ ਡਿਸਇੰਟੀਗ੍ਰੇਸ਼ਨ ਹੋਈ ਆ, ਛੋਟੇ ਛੋਟੇ ਪਾਰਟਸ ਟੁੱਟ ਗਏ, ਛੋਟੇ ਛੋਟੇ ਉੱਪਰ ਸਾਰਾ ਕੁਝ ਹੋਇਆ ਜਿੱਦਾਂ ਆਪਾਂ ਤੁਹਾਡੇ ਜੋ ਐਕਸਟਰਨਲ ਫੋਰਸਿਸ ਦੇਖੇ ਉਹਨਾਂ ਦੇ ਨਾਲ, ਉਸੇ ਤੋਂ ਜੋ ਰੌਕ ਤਿਆਰ ਹੋਈ ਉਹ ਹੋਈ ਆ ਮੈਟਾਮੋਰਫਿਕ। ਅਤੇ ਇਹ ਜੋ ਤਿਆਰ ਹੋਣ ਦਾ ਸਾਰਾ ਪ੍ਰੋਸੈਸ ਸੀਗਾ ਇਹਨੂੰ ਬੋਲਦੇ ਜੀ ਮੈਟਾਮੋਰਫਸਿਸ। ਇਸ ਪ੍ਰੋਸੈਸ ਨੂੰ ਬੋਲਦੇ ਨੇ ਮੈਟਾਮੋਰਫੋਸਿਸ। ਹੁਣ ਜੋ ਤੁਹਾਡੇ ਕੋਲ ਇਗਨੀਅਸ ਰੌਕ ਹੈ ਉਹਦੇ ਵਿੱਚ ਬੇਸਿਕਲੀ ਕੀ ਪਾਇਆ ਜਾਂਦਾ, ਕਿਸ ਤਰ੍ਹਾਂ ਦੀਆਂ ਰੌਕਸ ਤੁਹਾਡੇ ਕੋਲ ਪਾਈ ਜਾਂਦੀਆਂ ਨੇ। ਇਹਦੇ ਵਿੱਚ ਤੁਹਾਡੇ ਹੋ ਗਏ ਸਿਲਿਕਾ ਹੋ ਗਿਆ, ਗ੍ਰੇਨਾਈਟ ਹੋ ਗਿਆ, ਇਸ ਤਰ੍ਹਾਂ ਦੀਆਂ ਰੌਕਸ ਪਾਈ ਜਾਂਦੀਆਂ ਨੇ। ਸੈਡੀਮੈਂਟਰੀ ਦੇ ਵਿੱਚ ਤੁਹਾਡੇ ਕੋਲ ਕੀ ਪਾਇਆ ਜਾਂਦਾ ਹੈਗਾ, ਜਿਪਸਮ, ਲਾਈਮਸਟੋਨ, ਕੋਲ ਹੋ ਗਿਆ, ਸੈਂਡਸਟੋਨ ਹੋ ਗਿਆ, ਅਤੇ ਤੁਸੀਂ ਕਹਿ ਸਕਦੇ ਹੋ ਪੀਟ ਹੋ ਗਿਆ, ਇਸ ਤਰ੍ਹਾਂ ਦੀਆਂ ਰੌਕਸ ਪਾਈਆਂ ਜਾਂਦੀਆਂ ਨੇਗੀਆਂ। ਹੁਣ ਉਸ ਤੋਂ ਬਾਅਦ ਇਸ ਦੇ ਉੱਪਰ ਵੀ ਵਰਕ ਹੋਣ ਤੋਂ ਬਾਅਦ ਜੋ ਮੈਟਾਮੋਰਫਿਕ ਤਿਆਰ ਹੋਈ ਹੈ ਉਹਦੇ ਵਿੱਚ ਜੋ ਤੁਹਾਡੇ ਕੋਲ ਸੈਡੀਮੈਂਟਰੀ ਦੇ ਵਿੱਚ ਪਾਈਆਂ ਗਈਆਂ ਸੀ ਉਸ ਦੀ ਇੱਕ ਨਵਾਂ ਰੂਪ ਤਿਆਰ ਹੋਇਆ ਮੈਟਾਫੋਰਮਿਕ ਦੇ ਵਿੱਚ। ਸੈਡੀਮੈਂਟਰੀ ਵਿੱਚ ਹੀ ਰੌਕ ਪਾਈ ਜਾਂਦੀ ਸੀ ਬਟ ਉਹਦਾ ਇੱਕ ਨਵਾਂ ਰੂਪ ਤਿਆਰ ਹੋਇਆ। ਉਹ ਕਿਵੇਂ, ਜਿੱਦਾਂ ਆਪਣੇ ਸੈਡੀਮੈਂਟਰੀ 'ਚ ਲਾਈਮਸਟੋਨ ਪਾਈ ਜਾਂਦੀ ਹੈ ਤਾਂ ਮੈਟਾਮੋਰਫਿਕ ਦੇ ਵਿੱਚ ਉਹ ਮਾਰਬਲ ਬਣ ਜਾਂਦੀ ਹੈਗੀ। ਤੁਹਾਡੇ ਕੋਲ ਕਲੇ ਪਾਈ ਜਾਂਦੀ ਹੈ ਸੈਡੀਮੈਂਟਰੀ ਦੇ ਵਿੱਚ ਅਤੇ ਉਹ ਸਲੇਟ ਬਣ ਜਾਂਦੀ ਹੈ ਮੈਟਾਮੋਰਫਿਕ ਦੇ ਵਿੱਚ। ਕੋਲ ਪਾਇਆ ਜਾਂਦਾ ਜੀ ਤੁਹਾਡੇ ਕੋਲ ਸੈਡੀਮੈਂਟਰੀ ਦੇ ਵਿੱਚ, ਬਟ ਇਹਦੇ ਵਿੱਚ ਆ ਕੇ ਮੈਟਾਮੋਰਫਿਕ ਦੇ ਵਿੱਚ ਆ ਕੇ ਉਹ ਕੀ ਬਣ ਜਾਂਦਾ, ਡਾਇਮੰਡ।
ਕੋਲ ਨੂੰ ਜਦੋਂ ਜ਼ਿਆਦਾ ਪ੍ਰੈਸ਼ਰ ਤੇ ਬਹੁਤ ਹੀ ਜ਼ਿਆਦਾ ਗਰਮੀ ਤੇ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਨੂੰ ਬਹੁਤ ਜ਼ਿਆਦਾ ਸਮੇਂ ਲਈ ਰੱਖਿਆ ਜਾਂਦਾ ਤਾਂ ਕੋਲ ਕੀ ਹੈ ਡਾਇਮੰਡ ਦੇ ਵਿੱਚ ਬਦਲ ਜਾਂਦਾ। ਸੋ ਬੇਸਿਕਲੀ ਇਹੀ ਤੁਹਾਡਾ ਬਹੁਤ ਹੀ ਇੱਕ ਤੁਹਾਨੂੰ ਸਿੰਪਲ ਕਨਸੈਪਟ ਆਪਦੇ ਆਪ ਹੀ ਸਾਹਮਣੇ ਦੱਸ ਰਿਹਾ ਕਿ ਜੋ ਕੋਲ ਦੀ ਡੈਫੀਨੇਸ਼ਨ ਹੈਗੀ, ਜੋ ਕੋਲ ਕਿਸ ਤਰ੍ਹਾਂ ਕ੍ਰੀਏਟ ਹੋਇਆ, ਕੋਲ ਤੋਂ ਇੱਕ ਡਾਇਮੰਡ ਕਿਸ ਤਰ੍ਹਾਂ ਬਣਿਆ, ਇਹ ਸਾਰੇ ਪ੍ਰੋਸੈਸ ਤੁਹਾਨੂੰ ਦੱਸ ਦਿੰਦਾ ਸੈਡੀਮੈਂਟਰੀ ਤੋਂ ਲੈ ਕੇ ਮੈਟਾਮੋਰਫਿਕ ਤੱਕ ਦਾ। ਇਹ ਹੈ ਤੁਹਾਡੀ ਰੌਕ ਫਾਰਮਸ, ਜੋ 3 ਤਰ੍ਹਾਂ ਦੀਆਂ ਰੌਕਸ ਪਾਈਆਂ ਜਾਂਦੀਆਂ ਨੇ। ਹੁਣ ਆਪਾਂ ਦੇਖ ਲੈਂਦੇ ਜੀ ਅਰਥਕੁਇਕ ਐਂਡ ਵੋਲਕੈਨੋਸ ਦੇਖ ਲੈਂਦੇ ਹੈਗੇ। ਅਰਥਕੁਇਕ ਆਪਾਂ ਬੇਸਿਕਲੀ ਜ਼ਿਆਦਾਤਰ ਤਾਂ ਦੇਖ ਹੀ ਲਿਆ ਕਿਸ ਤਰ੍ਹਾਂ ਹੁੰਦਾ ਹੈਗਾ। ਪਲੇਟ ਜੋ ਤੁਹਾਡੀਆਂ ਨੇ ਟੈਕਟੋਨਿਕ ਪਲੇਟਸ, ਉਹਨਾਂ ਦੀ ਮੂਵਮੈਂਟ ਹੁੰਦੀ ਹੈ ਐਟਮੋਸਫੇਅਰ ਤੇ ਜਿੱਥੇ ਜਾ ਕੇ ਮੂਵਮੈਂਟ ਹੁੰਦੀ ਹੈਗੀ ਜੀ, ਜਿੱਥੇ ਜਾ ਕੇ ਉਹਨਾਂ ਦਾ ਬਾਉਂਡਰੀਜ਼ ਬਣਦੀਆਂ ਨੇ ਜਾਂ ਮੂਵਮੈਂਟ ਹੁੰਦੀ, ਉਹਦੇ ਨਾਲ ਜੋ ਜਿੱਥੇ ਜ਼ਿਆਦਾ ਇੰਪੈਕਟ ਹੁੰਦਾ ਉੱਥੇ ਧਰਤੀ ਹਿਲਦੀ ਹੈ, ਉੱਥੇ ਹੁੰਦਾ ਅਰਥਕੁਇਕ। ਹੁਣ ਜੇ ਤੁਸੀਂ ਕਹਿ ਲਓ ਅਰਥਕੁਇਕ ਦੀ ਆਹ ਸਤਹ ਹੈਗੀ, ਸੌਰੀ ਧਰਤੀ ਦੀ ਸਤਹ, ਇੱਥੇ ਜਾ ਕੇ ਮੂਵਮੈਂਟ ਹੋਈ ਹੈ, ਇੱਥੋਂ ਅਰਥਕੁਇਕ ਜਨਰੇਟ ਹੋ ਰਿਹਾ, ਇਹਨੂੰ ਬੋਲਦੇ ਜੀ ਫੋਕਸ। ਇਹਨੂੰ ਫੋਕਸ ਬੋਲਦੇ ਆ। ਇਹਦੇ ਬਿਲਕੁਲ ਸਿੱਧੇ ਰਹਿਣ, ਜੋ ਧਰਤੀ ਦੇ ਉੱਤੇ ਆਹ ਪੁਆਇੰਟ ਆ ਗਿਆ, ਜੋ ਬਿਲਕੁਲ ਸਿੱਧਾ ਇਹਦੇ ਪੈਰਲਲ ਜਾ ਕੇ ਧਰਤੀ ਦੇ ਉੱਪਰ ਆਹ ਪੁਆਇੰਟ ਆ ਗਿਆ, ਇਹਨੂੰ ਬੋਲਦੇ ਆ ਐਪੀਸੈਂਟਰ। ਅਰਥਕੁਇਕ ਨੂੰ ਮਾਪਣ ਦਾ ਜੋ ਤੁਹਾਡਾ ਇੱਕ ਸਕੇਲ ਹੈਗਾ, ਉਹਨੂੰ ਬੋਲਦੇ ਆ ਰਿਚਰ ਸਕੇਲ। ਐਂਡ ਜੋ ਇਹਨੇ ਜੋ ਡੈਮੇਜ ਕੀਤਾ ਹੁੰਦਾ ਕਿ ਕਿਸ ਤਰ੍ਹਾਂ ਦੀ ਇਹਨੇ ਤਬਾਹੀ ਕ੍ਰੀਏਟ ਕੀਤੀ ਹੈ ਅਰਥਕੁਇਕ ਨੇ, ਉਹਨੂੰ ਬੋਲਦੇ ਜੀ ਮਰਸੈਲੀ ਇੰਟੈਂਸਿਟੀ ਸਕੇਲ। ਮਰਸੈਲੀ ਇੰਟੈਂਸਿਟੀ ਸਕੇਲ, ਇਹ ਇਹਦੇ ਵਿੱਚ ਇੰਪੋਰਟੈਂਟ ਚੀਜ਼ਾਂ ਨੇਗੀਆਂ। ਐਪੀਸੈਂਟਰ, ਫੋਕਸ, ਮਰਸੈਲੀ ਇੰਟੈਂਸਿਟੀ ਸਕੇਲ, ਰਿਚਰ ਸਕੇਲ। ਐਂਡ ਜੋ ਅਰਥਕੁਇਕ ਦੀ ਸਟੱਡੀ ਹੁੰਦੀ ਆ ਉਹਨੂੰ ਬੋਲਦੇ ਆ ਸੈਸਮੋਲੋਜੀ। ਤੇ ਬਾਕੀ ਆਪਾਂ ਇਹਦੀ ਇੱਕ ਥਿਊਰੀ ਦੇਖ ਹੀ ਲਈ ਕਿ ਕਿਸ ਤਰ੍ਹਾਂ ਅਰਥਕੁਇਕ ਬਣਦਾ, ਕਿਸ ਤਰ੍ਹਾਂ ਪਲੇਟਸ ਮੂਵ ਕਰਦੀਆਂ ਨੇਗੀਆਂ। ਸੋ ਬੇਸਿਕਲੀ ਤੁਹਾਡੇ ਕੋਲ ਜ਼ਿਆਦਾ ਜੋ ਇਹਦੇ ਵਿੱਚ ਆ ਜਾਂਦੀਆਂ ਨੇ ਵੇਵਜ਼ ਆ ਜਾਂਦੀਆਂ ਨੇ, 2 ਤਰ੍ਹਾਂ ਦੀਆਂ ਵੇਵਜ਼ ਅਰਥਕੁਇਕ ਦੇ ਵਿੱਚ ਪਾਈਆਂ ਜਾਂਦੀਆਂ ਨੇ। ਜੋ ਅਰਥਕੁਇਕ ਹੁੰਦਾ 2 ਤਰ੍ਹਾਂ ਦੀਆਂ ਵੇਵਜ਼ ਬਣਦੀਆਂ, ਇੱਕ ਤਾਂ ਜੋ ਤੁਹਾਡੇ ਅਰਥ ਦੇ ਇੰਟੀਰੀਅਰ 'ਚ ਹੀ ਰਹਿੰਦੀਆਂ ਨੇ, ਅੰਦਰ ਹੀ ਰਹਿੰਦੀਆਂ ਨੇ, ਸਰਫੇਸ 'ਤੇ ਬਹੁਤ ਘੱਟ ਆਉਂਦੀਆਂ ਨੇਗੀਆਂ, ਉਹ ਹੁੰਦੀਆਂ ਨੇ ਬੋਡੀ ਵੇਵਜ਼। ਇਹਨਾਂ ਦੇ ਵਿੱਚ ਇਹਨਾਂ ਦੀ ਜੋ ਵੇਵ ਲੈਂਥ ਸ਼ਾਰਟ ਹੁੰਦੀ ਹੈ ਅਤੇ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਹੈ, ਇੱਦਾਂ ਜਾਂਦੀਆਂ ਨੇ ਸ਼ਾਰਟ ਵੇਵ ਲੈਂਥ 'ਚ, ਇਹ ਅਰਥ ਦੇ ਵਿੱਚ ਹੀ ਰਹਿੰਦੀਆਂ ਨੇਗੀਆਂ ਅਤੇ ਇਹਨਾਂ ਨੂੰ ਬੋਲਦੇ ਨੇ ਬੋਡੀ ਵੇਵਜ਼। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਪਾਈਆਂ ਜਾਂਦੀਆਂ ਨੇਗੀਆਂ ਸਰਫੇਸ ਵੇਵਜ਼ ਜਾਂ ਲੌਂਗ ਵੇਵਜ਼। ਇਹ ਅਰਥ ਦੀ ਸਤ੍ਹਾ ਦੇ ਉੱਪਰ ਪਾਈਆਂ ਜਾਂਦੀਆਂ ਨੇ, ਮੇਨਲੀ ਅਰਥ ਦੀ ਕਰਸਟ ਦੇ ਉੱਪਰ ਪਾਈਆਂ ਜਾਂਦੀਆਂ ਨੇ, ਅਤੇ ਇਹ ਇਹਨਾਂ ਦੀਆਂ ਲੌਂਗ ਵੇਵ ਲੈਂਥ ਹੁੰਦੀ ਹੈਗੀ, ਲੌਂਗ ਵੇਵ ਲੈਂਥ ਹੁੰਦੀ ਹੈ ਇਹਨਾਂ ਦੀ, ਉਹਨਾਂ ਦੀ ਸ਼ਾਰਟ ਸੀ ਇੱਦਾਂ, ਇਹਦੀ ਲੌਂਗ ਵੇਵ ਲੈਂਥ ਹੁੰਦੀ ਹੈ। ਸੋ ਇਹ ਬੇਸਿਕਲੀ ਤੁਹਾਡਾ ਜੋ ਜ਼ਿਆਦਾ ਨੁਕਸਾਨ ਕਰਦੀਆਂ ਨੇ ਲੌਂਗ ਤੁਹਾਡੀਆਂ ਸਰਫੇਸ ਵੇਵਜ਼ ਜਾਂ ਲੌਂਗ ਵੇਵਜ਼ ਹੀ ਕ੍ਰੀਏਟ ਕਰਦੀਆਂ ਨੇ, ਜੋ ਜ਼ਿਆਦਾ ਇੱਕ ਤਬਾਹੀ ਬਣਾਉਂਦੀਆਂ ਨੇ ਅਰਥ ਦੀ ਕਰਸਟ ਦੇ ਉੱਤੇ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਜੀ ਵੋਲਕੈਨੋਜ਼। ਵੋਲਕੈਨੋਜ਼ ਗੱਲ ਕੀ ਕਰੀ ਲਈ ਆਪਾਂ, ਪਲੇਟਸ ਦੂਰ ਹੋ ਜਾਂਦੀਆਂ ਨੇ, ਇਰਪਟ ਹੋਣੇ ਸ਼ੁਰੂ ਹੋ ਜਾਂਦੇ ਨੇ, ਜਿੱਥੋਂ ਉਹਨਾਂ ਨੂੰ ਮੈਗਮਾ ਨੂੰ ਪ੍ਰੈਸ਼ਰ ਬਣਦਾ, ਨੀਚੋਂ ਪ੍ਰੈਸ਼ਰ ਹਰ ਟਾਈਮ ਬਣਿਆ ਹੁੰਦਾ, ਜਦੋਂ ਉਹਨੂੰ ਕਿਤੋਂ ਨਿਕਲਣ ਦੀ ਜਗ੍ਹਾ ਮਿਲਦੀ ਹੈ ਤਾਂ ਉਹ ਬਾਹਰ ਨਿਕਲਣਾ ਸ਼ੁਰੂ ਕਰ ਦਿੰਦਾ ਹੈਗਾ। ਇਹਦੇ ਵਿੱਚ ਹੁੰਦੇ ਆ ਵੋਲਕੈਨੋਜ਼। ਇਹਦੇ ਵਿੱਚ ਜੋ ਹੁੰਦਾ 2 ਤਰ੍ਹਾਂ ਦੇ ਵੋਲਕੈਨੋਜ਼ ਹੁੰਦੇ ਨੇ। ਇੱਕ ਹੁੰਦੇ ਜੋ ਤੁਹਾਡੇ ਬਹੁਤ ਹੀ ਜ਼ੋਰ ਸ਼ੋਰ ਨਾਲ ਇਰਪਟ ਹੁੰਦੇ ਨੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਜੀ ਸੈਂਟਰਲ ਇਰਪਸ਼ਨ ਜਾਂ ਐਕਸਪਲੋਸਿਵ ਟਾਈਪ। ਸੈਂਟਰਲ ਇਰਪਸ਼ਨ ਜਾਂ ਐਕਸਪਲੋਸਿਵ ਟਾਈਪ ਬੋਲਿਆ ਜਾਂਦਾ, ਜਿਹਦੇ ਵਿੱਚ ਇੱਕਦਮ ਧਮਾਕਾ ਹੁੰਦਾ ਅਤੇ ਬਹੁਤ ਹੀ ਜ਼ਿਆਦਾ ਲਾਵਾ ਬਾਹਰ ਡਿੱਗਣਾ ਸ਼ੁਰੂ ਹੁੰਦਾ ਅਤੇ ਧਮਾਕੇ ਹੁੰਦੇ ਰਹਿੰਦੇ ਨੇ ਅਤੇ ਬਾਹਰ ਡਿੱਗਦਾ ਰਹਿੰਦਾ ਉਹ। ਸੋ ਦੂਸਰਾ ਹੁੰਦਾ ਤੁਹਾਡੇ ਕੋਲ ਫਿਜ਼ਰ ਐਂਡ ਕੁਆਇਟ ਇਰਪਸ਼ਨ। ਫਿਜ਼ਰ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚੋਂ ਲਾਵਾ ਇੱਦਾਂ ਨਿਕਲਦਾ ਰਹਿੰਦਾ, ਸਾਈਡਾਂ 'ਤੇ ਡਿੱਗਦਾ ਰਹਿੰਦਾ, ਨਿਕਲਦਾ ਰਹਿੰਦਾ, ਸੋਲੀਡੀਫਾਈ ਹੁੰਦਾ ਰਹਿੰਦਾ, ਬਾਹਰ ਹੌਲੀ ਹੌਲੀ ਨਿਕਲਦਾ ਰਹਿੰਦਾ, ਇੱਕਦਮ ਧਮਾਕਾ ਨਹੀਂ ਹੁੰਦਾ। ਸੋ ਇਹ 2 ਤਰ੍ਹਾਂ ਦੇ ਤੁਹਾਡੇ ਵੋਲਕੈਨਿਕ ਇਰਪਸ਼ਨ ਪਾਈ ਜਾਂਦੀ ਹੈਗੀ। ਹੁਣ ਇਹਦੇ ਵਿੱਚ 3 ਹੋਰ ਚੀਜ਼ਾਂ ਇੱਕ ਆਪਣੇ ਲਈ ਆ ਜਾਂਦੇ ਨੇ, ਪੁਆਇੰਟਸ ਆ ਜਾਂਦੇ ਨੇ। ਇੱਕ ਆ ਜਾਂਦਾ ਜੀ ਐਕਟਿਵ, ਇੱਕ ਆ ਜਾਂਦਾ ਡੋਰਮੈਂਟ ਅਤੇ ਇੱਕ ਆ ਜਾਂਦਾ ਐਕਸਟਿੰਕਟ। ਜੋ ਐਕਟਿਵ ਹੈ ਇਹਦੇ ਵਿੱਚ ਕੀ ਹੈ, ਜੋ ਵੋਲਕੈਨੋ ਤੁਹਾਡਾ ਸਟਿਲ ਫੁੱਟ ਰਿਹਾ ਹੈਗਾ ਅਤੇ ਤਬਾਹੀ ਮਚਾ ਰਿਹਾ ਹੈਗਾ, ਜੋ ਜਿੰਨਾ ਵੀ ਆ ਲਾਵਾ ਉਹਦੇ ਵਿੱਚੋਂ ਬਾਹਰ ਨਿਕਲ ਰਿਹਾ, ਗੈਸਿਸ ਬਾਹਰ ਨਿਕਲ ਰਹੀਆਂ ਨੇ, ਕਹਿੰਦਾ ਭਾਵੇਂ ਦੇਖਣ ਨੂੰ ਐਕਟਿਵ ਹੈ, ਤੁਹਾਨੂੰ ਪਤਾ ਲੱਗ ਰਿਹਾ ਹੈਗਾ, ਉਹ ਚੀਜ਼ ਹੈਗੀ ਐਕਟਿਵ ਹੈ ਜੋ ਹਜੇ ਵੀ ਤੁਹਾਡਾ ਵੋਲਕੈਨੋ ਚੱਲ ਰਿਹਾ ਹੈਗਾ। ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਡੋਰਮੈਂਟ। ਇਹਦੇ ਵਿੱਚ ਕੀ ਹੁੰਦਾ ਹੈਗਾ, ਜੋ ਤੁਹਾਡਾ ਵੋਲਕੈਨੋ ਹੈ ਉਹ ਕਹਿ ਸਕਦੇ ਹੋ ਤੁਸੀਂ ਇੱਕ ਨੀਂਦ ਦੇ ਵਿੱਚ ਗਿਆ ਹੋਇਆ ਹੈਗਾ। ਇੱਦਾਂ ਨਹੀਂ ਹੈ ਕਿ ਉਹ ਖਤਮ ਹੋ ਗਿਆ, ਇੱਕ ਨੀਂਦ ਦੇ ਵਿੱਚ ਗਿਆ ਹੋਇਆ, ਬਟ ਕਿਸੇ ਵੀ ਟਾਈਮ ਉਹ ਫੁੱਟ ਸਕਦਾ, ਕਿਸੇ ਵੀ ਟਾਈਮ ਬਲਾਸਟ ਹੋ ਸਕਦਾ ਦੁਬਾਰਾ, ਅਤੇ ਲਾਵਾ ਨਿਕਲਣਾ ਬਾਹਰ ਸ਼ੁਰੂ ਕਰ ਸਕਦਾ ਇਹਦੇ ਵਿੱਚ। ਅਤੇ ਇਹ ਇਸ ਤੋਂ ਬਾਅਦ ਇਹਦੇ ਵਿੱਚ ਪਾਏ ਜਾਂਦੇ ਐਕਸਟਿੰਕਟ। ਐਕਸਟਿੰਕਟ ਦੇ ਵਿੱਚ ਕੀ ਹੁੰਦਾ ਜੀ, ਇਹਦੇ ਨਾਲ ਇਹਦੀ ਜੋ ਲਾਈਫ ਹੈ ਉਹ ਖਤਮ ਹੋ ਜਾਂਦੀ ਆ।
ਇਹਦੇ ਵਿੱਚ ਦਾ ਜੋ ਮਟੀਰੀਅਲ ਸਾਰਾ ਮੁੱਕ ਜਾਂਦਾ, ਸਾਰਾ ਕੁਝ ਖਤਮ ਹੋ ਜਾਂਦਾ। ਇਸ ਤੋਂ ਬਾਅਦ ਕੋਈ ਚਾਂਸਸ ਨਹੀਂ ਰਹਿੰਦੇ ਵੀ ਇਸ ਤੋਂ ਬਾਅਦ ਇਹ ਫੁੱਟੂਗਾ ਹੀ ਕਦੇ। ਜਿੱਦਾਂ ਆਪਣੇ ਲਵੇ ਐਂਸ਼ੀਅੰਟ ਪੀਰੀਅਡ ਦੇ ਵੋਲਕੈਨੋਜ਼ ਨੇਗੇ ਜੋ ਲੱਖਾਂ ਕਰੋੜਾਂ ਸਾਲ ਪਹਿਲਾਂ ਦੇ ਵੋਲਕੈਨੋਜ਼ ਨੇ, ਕਈ ਵੋਲਕੈਨੋਜ਼ ਇੱਦਾਂ ਦੇ ਨੇ ਕਿ ਉਹ ਖਤਮ ਹੋ ਗਏ ਅਤੇ ਉਹਨਾਂ ਦਾ ਜੋ ਕ੍ਰੇਟਰ ਸੀ, ਟੋਆ ਬਣਿਆ ਹੋਇਆ ਸੀ, ਉਹਦੇ ਵਿੱਚ ਹੁਣ ਪਾਣੀ ਭਰਿਆ ਹੋਇਆ ਅਤੇ ਉਹ ਵੋਲਕੈਨਿਕ ਲੇਕਸ ਅਖਵਾਉਂਦੇ ਨੇਗੇ। ਪਾਣੀ ਭਰ ਜਾਂਦੇ ਉਹ ਵੋਲਕੈਨਿਕ ਲੇਕਸ ਬੋਲਦੇ ਨੇ ਇਹਨਾਂ ਨੂੰ। ਅੱਗੇ ਵੋਲਕੈਨੋਜ਼ 'ਤੇ ਹੀ ਤੁਹਾਡੇ ਜਿਸ ਤਰ੍ਹਾਂ ਮਾਲਵਾ ਬਾਹਰ ਨਿਕਲਦਾ ਅਤੇ ਵੋਲਕੈਨੋਜ਼ ਦੇ ਉਹ ਡ੍ਰਿਫਟ ਮਨ ਦੇ ਨਾਲ ਇੱਕ ਇਸ ਤਰ੍ਹਾਂ ਸਟਰਕਚਰ ਤਿਆਰ ਹੁੰਦਾ, ਉਹਨਾਂ ਨੂੰ ਵੋਲਕੈਨੋ ਮਾਊਂਟੇਨ ਬੋਲਿਆ ਜਾਂਦਾ। ਅਤੇ ਟਾਈਮ ਦੇ ਨਾਲ ਕੀ ਹੁੰਦਾ ਕਈ ਵਾਰ ਅੱਜ ਜੇ ਤੁਸੀਂ ਦੇਖੋ ਕਿਲਿਮੰਜਾਰੋ ਇੱਕ ਵੋਲਕੈਨਿਕ ਮਾਊਂਟੇਨ ਹੈ, ਸਰਚ ਕਰਕੇ ਦੇਖਿਓ ਉਹ ਬੜੀ ਇਸ ਤਰ੍ਹਾਂ ਦੀ ਮਾਊਂਟੇਨ ਆ ਵੱਡੀ, ਉਹ ਇੱਥੇ ਉਹਦੇ ਵੋਲਕੈਨੋ ਹੈਗਾ। ਅਤੇ ਇਹਦੇ ਨਾਲ ਹੀ ਕੀ ਹੁੰਦਾ ਟਾਈਮ ਦੇ ਨਾਲ ਕਈ ਵਾਰ ਕੀ ਹੁੰਦਾ ਹੈਗਾ ਜਿੱਦਾਂ ਤੁਸੀਂ ਅਮਰੀਕਾ ਦੇ ਵੋਲਕੈਨੋ ਸਰਚ ਕਰੋ ਪੁਰਾਣੇ ਟਾਈਮ ਦੇ, ਉਹ ਸਾਰਾ ਇਰੋਜ਼ਨ ਦੇ ਨਾਲ ਸਾਈਡਾਂ ਤੋਂ ਸਾਰੀ ਜੋ ਮਾਊਂਟੇਨ ਹੈ ਉਹ ਚਲੀ ਗਈ, ਸਿਰਫ ਟਿਊਬਸ ਖੜੀਆਂ ਨੇ। ਇਹ ਇੱਕ ਉਹਨਾਂ ਦਾ ਨੈਸ਼ਨਲ ਪਾਰਕ ਹੈ ਅਮਰੀਕਾ ਦਾ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਫ ਵੋਲਕੈਨੋ ਦੀਆਂ ਟਿਊਬਸ ਖੜੀਆਂ ਨੇ। ਉਹਦੇ ਵਿੱਚ ਇੱਦਾਂ ਦੀਆਂ ਮਾਊਂਟੇਨਸ ਨੇ, ਇੱਦਾਂ ਦੀਆਂ ਖੜੇ ਹੋਏ ਆ, ਉਹ ਤੁਸੀਂ ਚੈੱਕ ਕਰ ਸਕਦੇ ਹੋਗੇ। ਅਤੇ ਇੱਕ ਤੁਹਾਡੇ ਲਈ ਇੱਕ ਹੋਰ ਕੰਮ ਹੈ, ਇੰਡੀਆ ਦਾ ਕਿਹੜਾ ਮੋਸਟ ਐਕਟਿਵ ਅਤੇ ਰੀਸੈਂਟਲੀ ਫੁੱਟਿਆ ਵੀ ਹੈ ਕਿਹੜਾ ਵੋਲਕੈਨੋ ਆ, ਉਹਦਾ ਤੁਸੀਂ ਨਾਮ ਲੱਭ ਲੈਣਾ ਜੀ। ਚਲੋ ਜੀ, ਆਪਣੇ ਲਈ ਜੋ ਵੋਲਕੈਨਿਕ ਬੈਲਟਸ ਪਾਈਆਂ ਜਾਂਦੀਆਂ ਨੇਗੀਆਂ, ਇੱਕ ਤਾਂ ਤੁਹਾਡੀ ਪੈਸੀਫਿਕ ਪਾਈ ਜਾਂਦੀ ਹੈ ਜੋ ਉੱਪਰੋਂ ਜਾਪਾਨ ਤੋਂ ਲੈ ਕੇ ਨੀਚੇ ਨਿਊਜ਼ੀਲੈਂਡ ਅਤੇ ਸੋਲੋਮਨ ਆਈਲੈਂਡਸ ਦੇ ਵਿੱਚ ਚੱਲਦੀ ਹੈ। ਪੈਸੀਫਿਕ ਬੈਲਟ ਹੈ, ਇਹ ਮੇਨਲੀ ਵੋਲਕੈਨਿਕ ਏਰੀਆ ਹੈਗਾ ਬਿਕੋਜ਼ ਇਹਦੇ ਪਲੇਟ ਟੈਕਟੋਨਿਕ ਥਿਊਰੀ ਐਕਟੀਵਿਟੀ ਜ਼ਿਆਦਾ ਹੁੰਦੀ ਹੈ। ਉਸ ਤੋਂ ਬਾਅਦ ਜੀ ਤੁਹਾਡੇ ਕੋਲ ਮਿਡ ਕੰਟੀਨੈਂਟਲ ਬੈਲਟ ਪਾਈ ਜਾਂਦੀ ਹੈ, ਇਹਦੇ ਵਿੱਚ ਅਲਪਾਈਨ ਮਾਊਂਟੇਨਸ ਹੋ ਗਿਆ, ਮੈਡੀਟਰੇਨੀਅਨ ਸੀ ਹੋ ਗਿਆ, ਈਸਟਰਨ ਅਫਰੀਕਾ ਹੋ ਗਿਆ ਅਤੇ ਕਿਲਿਮੰਜਾਰੋ ਵਗੈਰਾ ਵੀ ਇਹਦੇ ਵਿੱਚ ਹੀ ਆਉਂਦੇ ਨੇਗੇ। ਮਿਡਲ ਐਟਲਾਂਟਿਕ ਦੇ ਵਿੱਚ ਹੀ ਤੁਹਾਡੇ ਕੋਲ ਆਈਸਲੈਂਡ, ਕੈਨਰੀ ਆਈਲੈਂਡਸ ਐਂਡ ਅਜੋਰਸ, ਇਹ ਜੋ ਸਾਈਟਸ ਨੇਗੀਆਂ ਇਹ ਤੁਹਾਡੀਆਂ ਮਿਡਲ ਐਟਲਾਂਟਿਕ ਦੀ ਬੈਲਟ ਦੇ ਵਿੱਚ ਪਾਈਆਂ ਜਾਂਦੀਆਂ ਨੇਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਲੈਂਡ ਫਾਰਮਸ ਦੀ। ਕਲਾਸੀਫਿਕੇਸ਼ਨ ਆਫ ਲੈਂਡ ਫਾਰਮ ਦੇਖਦੇ ਹਾਂ ਕਿੰਨਾ ਗਾ। ਇਹਦੇ ਵਿੱਚ ਕੀ ਆ ਤੁਹਾਡੇ ਕੋਲ ਮਾਊਂਟੇਨ ਪਾਏ ਜਾਂਦੇ ਨੇ ਧਰਤੀ 'ਤੇ, ਪਲੇਨਸ ਪਾਏ ਜਾਂਦੇ ਨੇ ਅਤੇ ਉਸ ਤੋਂ ਬਾਅਦ ਹਿਲਸ ਪਾਈਆਂ ਜਾਂਦੀਆਂ ਨੇਗੀਆਂ ਅਤੇ ਪਲੇਟੂ ਪਾਏ ਜਾਂਦੇ ਨੇ। ਪਲੇਟੂ ਕੀ ਹੁੰਦਾ ਜੀ ਬੇਸਿਕਲੀ ਆਲੇ ਦੁਆਲੇ ਦੀ ਧਰਤੀ ਨਾਲੋਂ 500 ਮੀਟਰ ਤੋਂ ਉਚਾਈ ਦੇ 500 ਫੁੱਟ ਦੀ ਉਚਾਈ ਤੋਂ ਜੋ ਸਥਾਨ ਹੁੰਦਾ ਹੈਗਾ ਉਹਨੂੰ ਬੋਲਦੇ ਨੇ ਪਲੇਟੂ। ਆਲੇ ਦੁਆਲੇ ਦੀ ਧਰਤੀ ਨੂੰ ਕਿਤੇ ਵੀ ਕ੍ਰੀਏਟ ਹੋਇਆ ਹੋਵੇ ਉਹ ਹੁੰਦਾ ਜੀ ਪਲੇਟੂ। ਆਪਣੇ ਇੰਡੀਆ ਦੇ ਵਿੱਚ ਮੋਸਟ ਇੰਪੋਰਟੈਂਟ ਹੈਗਾ ਜਾਂ ਮਸ਼ਹੂਰ ਹੈਗਾ ਡੈਕਨ ਪਲੇਟੂ ਜੋ ਸਾਰਾ ਸਾਊਥ ਦਾ ਪਲੇਟੂ ਹੈਗਾ। ਮਾਊਂਟੇਨ ਦੇ ਵਿੱਚ ਕੀ ਹੈ, ਮਾਊਂਟੇਨ ਦਾ ਤੁਹਾਡਾ ਏਰੀਆ ਆ ਜਾਂਦਾ ਇੱਥੇ 12% ਪੂਰੀ ਧਰਤੀ ਦਾ। ਪਲੇਨਸ ਤੁਹਾਡੇ ਕੋਲ ਆ ਜਾਂਦੇ ਨੇ 41% ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦੇ ਨੇ ਹਿਲਸ ਨੇ ਜੋ ਨੇਗੀਆਂ 14% ਐਂਡ ਪਲੇਟੂ ਤੁਹਾਡੇ ਕੋਲ ਨੇ 33%। ਇਹ ਸਾਰੀ ਇਹਦੀ ਕਲਾਸੀਫਿਕੇਸ਼ਨ ਹੈ ਜੋ ਧਰਤੀ ਦੇ ਉੱਤੇ ਪਾਏ ਜਾਂਦੇ। ਅੱਜ ਆਪਾਂ ਗੱਲ ਕਰਾਂਗੇ ਮਾਊਂਟੇਨਸ ਦੀ। ਮਾਊਂਟੇਨਸ ਬੇਸਿਕਲੀ ਤੁਹਾਡੇ ਕੋਲ ਮੋਸਟ ਇੰਪੋਰਟੈਂਟ ਤਾਂ ਦੋ ਤਰ੍ਹਾਂ ਦੀਆਂ ਨੇ, ਫੋਲਡਡ ਅਤੇ ਬਲੌਕ। ਫੋਲਡਡ ਦੇ ਵਿੱਚ ਕੀ ਹੁੰਦਾ ਜਿਹਦੇ ਵਿੱਚ ਆਪਾਂ ਦੇਖਿਆ ਜਿਸ ਤਰ੍ਹਾਂ ਹਿਮਾਲਿਆਸ ਫਾਰਮ ਹੁੰਦੇ ਆ, ਟੈਕਟੋਨਿਕ ਐਕਟੀਵਿਟੀ ਹੁੰਦੀ ਆ, ਪਲੇਟਸ ਆਪਸ ਦੇ ਵਿੱਚ ਮੂਵ ਕਰਦੀਆਂ ਨੇ, ਉਹ ਟਕਰਾ ਕੇ ਇਸ ਤਰ੍ਹਾਂ ਉੱਠ ਜਾਂਦੀਆਂ ਨੇ, ਉਹਨਾਂ ਨੂੰ ਬੋਲਦੇ ਨੇ ਫੋਲਡਡ ਮਾਊਂਟੇਨਸ। ਜੋ ਟਕਰਾਅ ਹੁੰਦਾ ਜਾਂ ਇਸ ਤਰ੍ਹਾਂ ਵੜ ਗਈ ਇੱਕ ਪਲੇਟ, ਇੱਕ ਤਾਂ ਇਸ ਤਰ੍ਹਾਂ ਉੱਠ ਗਈ ਜਾਂ ਇਸ ਤਰ੍ਹਾਂ ਦੀਆਂ ਦੋਨੋਂ ਉੱਠ ਗਈਆਂ, ਉਹਨਾਂ ਨੂੰ ਬੋਲਦੇ ਨੇ ਫੋਲਡਡ ਮਾਊਂਟੇਨਸ। ਇਹਨਾਂ ਦੇ ਵਿੱਚ ਆ ਜਾਂਦੀਆਂ ਨੇ ਨਿਊ ਮਾਊਂਟੇਨਸ ਹੋ ਗਏ, ਯੰਗ ਮਾਊਂਟੇਨਸ ਹੋ ਗਏ ਜੋ ਰੀਸੈਂਟਲੀ ਫੋਲਡਡ ਹੋਈਆਂ ਜਿੱਦਾਂ ਹਿਮਾਲਿਆਸ ਹੋ ਗਏ। ਅਤੇ ਇਹਦੇ ਵਿੱਚ ਓਲਡ ਆ ਜਾਂਦੇ ਜੋ ਪੁਰਾਣੇ ਟਾਈਮ ਦੇ ਵਿੱਚ ਕਿਸੇ ਐਂਸ਼ੀਅੰਟ ਟਾਈਮ ਦੇ ਵਿੱਚ ਫੋਲਡ ਹੋਈਆਂ ਸੀ, ਉਹ ਤੇ ਤੁਹਾਡੇ ਆ ਗਏ ਜਿੱਦਾਂ ਅਰਾਵਲੀਜ਼ ਆ ਗਏ, ਅਰਾਵਲੀ ਰੇਂਜ ਆਫ ਇੰਡੀਆ, ਉਹ ਫੋਲਡਡ ਮਾਊਂਟੇਨਸ ਦੇ ਵਿੱਚ ਆ ਗਏ। ਇਸ ਤੋਂ ਬਾਅਦ ਹੁੰਦਾ ਜੀ ਬਲੌਕ ਮਾਊਂਟੇਨਸ। ਬਲੌਕ ਮਾਊਂਟੇਨਸ ਵੀ ਬੇਸਿਕਲੀ ਤੁਹਾਡੀ ਪਲੇਟਸ ਦੀ ਮੂਵਮੈਂਟ ਨਾਲ ਹੀ ਹੁੰਦਾ। ਬਲੌਕ ਦੇ ਵਿੱਚ ਕੀ ਹੁੰਦਾ ਹੈਗਾ, ਬਲੌਕ ਦੇ ਵਿੱਚ ਬੇਸਿਕਲੀ ਇੱਕ ਭਾਗ ਨੀਚੇ ਰਹਿ ਜਾਂਦਾ ਜੀ, ਬਾਕੀ ਦੋ ਭਾਗ ਉੱਪਰ ਉੱਠ ਜਾਂਦੇ ਨੇ, ਜਾਂ ਦੋ ਭਾਗ ਉੱਪਰ ਉੱਠ ਜਾਂਦੇ ਨੇ ਅਤੇ ਇੱਕ ਭਾਗ ਨੀਚੇ ਰਹਿ ਜਾਂਦਾ। ਉਹਦੇ ਨਾਲ ਇਸ ਤਰ੍ਹਾਂ ਧਰਤੀ ਹੈ ਜੀ, ਇੱਥੇ ਪਲੇਟ ਟੈਕਟੋਨਿਕ ਥਿਊਰੀ, ਪਲੇਟ ਦੀ ਮੂਵਮੈਂਟ ਹੋਈ ਅਤੇ ਆਹ ਭਾਗ ਹੈ ਜੋ ਇਹ ਨੀਚੇ ਬਹਿ ਗਿਆ। ਪਲੇਟਸ ਦੇ ਮੂਵ ਹੋਣ ਦੇ ਨਾਲ ਆਹ ਭਾਗ ਹੈ ਜੋ ਤੁਹਾਡਾ ਨੀਚੇ ਬਹਿ ਗਿਆ, ਸਾਈਡਸ 'ਤੇ ਕ੍ਰੀਏਟ ਹੋ ਗਿਆ। ਜਾਂ ਇਸ ਦੇ ਨਾਲ ਕੀ ਹੈਗਾ, ਆਹ ਭਾਗ ਹੈ ਜੋ ਉੱਪਰ ਰਹਿ ਗਿਆ ਅਤੇ ਸਾਈਡਸ ਦੇ ਪਾਰਟ ਨੇਗੇ ਉਹ ਨੀਚੇ ਬੈਠ ਗਏ, ਅਤੇ ਇਸ ਦੇ ਨਾਲ ਤੁਹਾਡੀਆਂ ਸਿੱਧੀਆਂ ਚੌਰਸ ਇੱਕ ਇੱਦਾਂ ਦੀ ਮਾਊਂਟੇਨ ਕ੍ਰੀਏਟ ਹੋ ਗਈ, ਬਲੌਕ ਦੇ ਵਾਂਗੂ ਮਾਊਂਟੇਨ ਕ੍ਰੀਏਟ ਹੋ ਗਈ। ਉਸ ਨੂੰ ਬੋਲਿਆ ਜਾਂਦਾ ਜੀ ਬਲੌਕ ਮਾਊਂਟੇਨ। ਫੋਲਡਡ ਮਾਊਂਟੇਨਸ ਨੇ ਜੋ ਤੁਹਾਡੀਆਂ ਇਸ ਤਰ੍ਹਾਂ ਚੱਲਦੀਆਂ ਨੇ, ਫੋਲਡਡ ਮਾਊਂਟੇਨਸ ਇਸ ਤਰ੍ਹਾਂ ਚੱਲਦੀਆਂ ਨੇ, ਬਲੌਕ ਮਾਊਂਟੇਨਸ ਇਸ ਤਰ੍ਹਾਂ ਚੱਲਦੀਆਂ ਨੇ ਜੋ ਬਲੌਕਸ ਦੇ ਵਾਂਗੂ ਬਣੀਆਂ ਹੁੰਦੀਆਂ ਨੇ ਇੱਕ ਟੇਬਲ ਦੀ ਤਰ੍ਹਾਂ। ਚਲੋ ਜੀ, ਇਹ ਤੁਹਾਡੀਆਂ ਦੋ ਮਾਊਂਟੇਨਸ ਨੇ। ਇੱਕ ਆਪਾਂ ਵੋਲਕੈਨਿਕ ਦੀ ਗੱਲ ਕਰ ਹੀ ਲਈ ਜੋ ਤੁਹਾਡੀ ਬੇਸਿਕਲੀ ਮਾਊਂਟੇਨਸ ਪਾਈ ਜਾਂਦੀਆਂ ਨੇ, ਵੋਲਕੈਨੋਸ ਬਣਦੇ ਨੇ ਉਦੋਂ ਮਾਊਂਟੇਨਸ ਇਹ ਕ੍ਰੀਏਟ ਹੁੰਦੀਆਂ ਨੇ। ਅਤੇ ਫੋਲਡ ਦੇ ਵਿੱਚ ਤੁਹਾਡੇ ਕੋਲ ਐਗਜ਼ਾਮਪਲ ਆ ਜਾਂਦੀ ਹਿਮਾਲਿਆਸ, ਐਲਪਸ ਹੋ ਗਏ, ਐਂਡੀਜ਼ ਹੋ ਗਈਆਂ, ਰੌਕੀਜ਼ ਐਂਡ ਐਟਲਸ। ਇਹ ਜੋ ਤੁਹਾਡੇ ਮਾਊਂਟੇਨਸ ਨੇ ਇਹ ਫੋਲਡਡ ਨੇ, ਟਕਰਾਅ ਦੇ ਨਾਲ ਇਹ ਪੈਦਾ ਹੋਈਆਂ ਨੇ।
ਜੋ ਤੁਹਾਡੇ ਕੋਲ ਬਲੌਕ ਮਾਊਂਟੇਨਸ ਨੇ ਉਹ ਬੇਸਿਕਲੀ ਪਾਏ ਜਾਂਦੇ ਨੇ, ਜਿਸ ਤਰ੍ਹਾਂ ਤੁਹਾਡੇ ਕੋਲ ਵਿੰਧਿਅਨ ਐਂਡ ਸਤਪੁੜਾ ਰੇਂਜ ਆ ਗਈ ਇੰਡੀਆ ਦੇ ਵਿੱਚ, ਤੇ ਉਸ ਤੋਂ ਬਾਅਦ ਬਲੈਕ ਫੋਰੈਸਟ ਆ ਗਿਆ ਜਰਮਨੀ ਦੇ ਵਿੱਚ। ਇਹ ਤੁਹਾਡੀਆਂ ਨੇ ਜੀ ਲੈਂਡ ਫਾਰਮਸ ਜੋ ਬਲੌਕ ਮਾਊਂਟੇਨਸ ਅਖਵਾਉਂਦੀਆਂ ਨੇਗੀਆਂ। ਇਸ ਤੋਂ ਬਾਅਦ ਤੁਹਾਡੇ ਕੋਲ ਵੋਲਕੈਨਿਕ ਨੇ, ਇਹਦੇ ਵਿੱਚ ਤੁਹਾਡੇ ਲਈ ਮਾਊਂਟ ਫਿਊਜੀ ਆ ਗਈ ਜਾਪਾਨ ਦੀ, ਤੇ ਮਾਊਂਟ ਮੈਓ ਆ ਗਈ ਫਿਲੀਪੀਨਸ ਦੀ, ਤੇ ਮਾਊਂਟ ਕਿਲਿਮੰਜਾਰੋ ਆ ਗਈ ਤੁਹਾਡੀ ਤੰਜ਼ਾਨੀਆ ਦੀ, ਬੇਸਿਕਲੀ ਅਫਰੀਕਾ। ਇਹ ਤੁਹਾਡੀਆਂ ਨੇ ਵੋਲਕੈਨਿਕ, ਜੋ ਵੋਲਕੈਨਿਕ ਰਪਸ਼ਨ ਦੇ ਨਾਲ ਸਾਈਡਾਂ 'ਤੇ ਲਾਵਾ ਇਕੱਠਾ ਹੋਈ ਗਿਆ, ਉਹਦੀ ਡਿਪੋਜੀਸ਼ਨ ਹੋਈ ਗਈ ਅਤੇ ਉਹਦੇ ਨਾਲ ਕਰਸਟ ਤਿਆਰ ਹੋਈ ਗਈ ਉੱਚੀ ਲੈਵਲ ਦੀ, ਉਹ ਹੋ ਗਈ ਵੋਲਕੈਨਿਕ ਮਾਊਂਟੇਨਸ। ਇਸ ਤੋਂ ਬਾਅਦ ਇੱਕ ਹੋਰ ਕੈਟੇਗਰੀ ਆ ਜਾਂਦੀ ਹੈ ਰੈਜ਼ੀਡੂਅਲ ਔਰ ਡਾਈਸੈਕਟਡ ਮਾਊਂਟੇਨਸ। ਇਹਦੇ ਨਾਲ ਕੀ ਹੁੰਦੇ, ਜੋ ਵੋਲਕੈਨੋਜ਼ ਦੀ ਇੱਕ ਮਾਊਂਟੇਨ ਕ੍ਰੀਏਟ ਹੋਈ ਹੁੰਦੀ ਹੈ ਤਾਂ ਸਮੇਂ ਦੇ ਨਾਲ ਉਹਦੇ ਉੱਪਰੋਂ ਵੀ ਵੋਲਕੈਨੋ ਦੇ ਉੱਪਰ ਇਰੋਜਨ ਹੋਈ ਸ਼ੁਰੂ ਹੋ ਜਾਂਦੀ ਹੈ। ਜੋ ਆਪਾਂ ਦੇਖਿਆ ਕਿ ਤੁਹਾਡਾ USA ਦਾ ਪਾਰਕ ਹੈ ਜਿਹਦੇ ਵਿੱਚ ਸਿੱਧੀਆਂ ਟਿਊਬ ਵਾਂਗੂ ਮਾਊਂਟੇਨਸ ਬਣੀਆਂ ਹੋਈਆਂ ਨੇ, ਉਹ ਇਰੋਜਨ ਨਾਲ ਤੁਹਾਡੀ ਇਕੱਲੀ ਵੋਲਕੈਨੋ ਟਿਊਬ ਬਾਕੀ ਰਹਿੰਦੀ ਹੈ, ਬਾਕੀ ਸਾਰੇ ਇਰੋਡ ਹੋ ਕੇ ਇੱਧਰੋਂ ਉੱਧਰੋਂ ਹਵਾ ਚੱਕ ਕੇ ਲੈ ਜਾਂਦੇ ਆ ਉਹਨੂੰ। ਸੋ ਬੇਸਿਕਲੀ ਇੰਨੀ ਕੁ ਟਿਊਬ ਬਣ ਜਾਂਦੀ ਹੈ, ਉਹਨਾਂ ਨੂੰ ਬੋਲਿਆ ਜਾਂਦਾ ਤੁਹਾਡਾ ਰੈਜ਼ੀਡੂਅਲ ਐਂਡ ਡਾਈਸੈਕਟਡ ਮਾਊਂਟੇਨ। ਮੇਜਰਲੀ ਤੁਹਾਡੇ ਕੋਲ ਮਾਊਂਟੇਨ ਰੇਂਜ ਐਂਡੀਜ਼ ਹੈਗੀ, ਹਿਮਾਲਿਆਜ਼ ਹੈ, ਤੇ ਰੌਕੀਸ ਹੈ, ਗ੍ਰੇਟ ਡਿਵਾਈਡਿੰਗ ਰੇਂਜ ਹੈ, ਕੈਕਸ, ਐਲਪਸ, ਇਹ ਪਾਏ ਜਾਂਦੇ ਨੇ ਜੀ। ਇਸ ਤੋਂ ਬਾਅਦ ਪਲੇਨਸ ਨੇਗੇ। ਇੱਕ ਟੈਬੂਲਰ ਨਾਂ ਦਾ, ਟੈਬੂਲਰ ਤਰ੍ਹਾਂ ਟੇਬਲ ਦੀ ਤਰ੍ਹਾਂ ਇੱਕ ਅਪਲੈਂਡ ਹੁੰਦਾ ਜੋ ਕਿ 500 ਫਿਟ ਹੁੰਦਾ ਗਾ, ਜਾਂ ਕੋਈ ਪਲੇਟੂ 500 ਫਿਟ ਹੁੰਦਾ ਆਲੇ ਦੁਆਲੇ ਦਾ ਨਾਲੋਂ, ਉਹ ਹੋ ਗਿਆ, ਉਹ ਇੱਕ ਰੇਂਜ ਹੋ ਗਈ ਟੇਬਲ ਦੀ ਤਰ੍ਹਾਂ ਉੱਠਿਆ ਹੋਇਆ ਪਾਰਟ ਹੈਗਾ, ਜਿੱਦਾਂ ਡੈਕਨ ਪਲੇਟੂ ਹੈ। 500 ਮੀਟਰ ਆਲੇ ਦੁਆਲੇ ਨੂੰ ਉੱਚਾ ਹੁੰਦਾ ਗਾ ਤਾਂ ਉਹਨੂੰ ਬੋਲਿਆ ਜਾਂਦਾ 500 ਫਿਟ ਦੀ ਉਚਾਈ 'ਤੇ ਪਲੇਟੂ ਬੋਲਿਆ ਜਾਂਦਾ ਉਹਨੂੰ। ਅਤੇ ਸਾਰਿਆਂ ਨਾਲੋਂ ਵੱਡਾ ਧਰਤੀ ਦੇ ਉੱਪਰ ਤੁਹਾਡੇ ਕੋਲ ਹੁਣ ਤੱਕ ਹੈ ਟਿਬੇਟਨ ਪਲੇਟੂ ਜਾਂ ਤਿੱਬਤਨ ਪਲੇਟੂ ਹੈ, ਜੋ ਹਿਮਾਲਿਆਜ਼ ਤੋਂ ਉਸ ਸਾਈਡ 'ਤੇ ਪਾਇਆ ਜਾਂਦਾ ਹੈਗਾ। 5000 ਮੀਟਰ ਦੀ ਇਹਦੀ ਉਚਾਈ ਹੈ ਜੀ। ਸਾਰਿਆਂ ਨਾਲੋਂ ਇੰਪੋਰਟੈਂਟ ਅਤੇ ਬੇਸਿਕ ਇਹੀ ਹੈ। ਅਤੇ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਪਲੇਟੂ ਹੈ ਡੈਕਨ ਪਲੇਟੂ। ਉਸ ਤੋਂ ਬਾਅਦ ਹੀ ਇੰਡੀਆ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਪਾਇਆ ਜਾਂਦਾ ਛੋਟਾ ਨਾਗਪੁਰ ਪਲੇਟੂ, ਜੋ ਤੁਹਾਡੇ ਮਿਨਰਲਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਇਹ ਵੀ ਤੁਹਾਡੇ ਟੈਕਟੋਨਿਕ ਪਲੇਟੂ 2-3 ਤਰ੍ਹਾਂ ਦੇ ਹੁੰਦੇ। ਟੈਕਟੋਨਿਕ ਪਲੇਟਸ ਹੋ ਗਏ ਜੋ ਟੈਕਟੋਨਿਕ ਐਕਟੀਵਿਟੀ ਦੇ ਨਾਲ ਹੋ ਗਏ, ਅਤੇ ਇਸ ਦੇ ਨਾਲ ਆ ਕੇ ਤੁਹਾਡੇ ਕੋਲ ਇਨਰ ਮੋਸਟ ਪਲੇਟੂ ਆ ਗਏ, ਜੋ ਤੁਹਾਡੀਆਂ ਫੋਲਡਡ ਮਾਊਂਟੇਨ ਸੀਗੀਆਂ ਉਹਨਾਂ ਦੇ ਨਾਲ ਕੱਟ ਦੇ ਨਾਲ ਜੋ ਬਣੇ ਨੇ ਜਾਂ ਉਹਨਾਂ ਦੀ ਮੂਵਮੈਂਟ ਦੇ ਨਾਲ ਕ੍ਰੀਏਟ ਹੋਏ, ਉਹਨਾਂ ਨੂੰ ਇਨਰ ਮੋਸਟ ਪਲੇਟੂ ਬੋਲਿਆ ਜਾਂਦਾ। ਜਾਂ ਵੋਲਕੈਨਿਕ ਪਲੇਟੂ ਆ ਗਏ, ਜੋ ਤੁਹਾਡੇ ਵੋਲਕੈਨੋ ਮਾਊਂਟੇਨ ਸੀ ਉਹਨਾਂ ਦੀ ਫਾਰਮੇਸ਼ਨ ਦੇ ਨਾਲ ਹੋਏ। ਅਤੇ ਡਾਈਸੈਕਟਡ ਪਲੇਟੂ ਕੀ ਹੋ ਗਏ, ਜੋ ਤੁਹਾਡੇ ਬੇਸਿਕਲੀ ਮਾਊਂਟੇਨਸ ਦੀ ਤਰ੍ਹਾਂ ਇਰੋਜਨ ਦੇ ਨਾਲ ਕ੍ਰੀਏਟ ਹੋਏ ਇੱਕ ਟੇਬਲ ਦੀ ਤਰ੍ਹਾਂ ਫਾਰਮ ਬਣ ਗਈ, ਉਹਨਾਂ ਨੂੰ ਡਾਈਸੈਕਟਡ ਪਲੇਟੂ ਬੋਲਿਆ ਜਾਂਦਾ। ਪਲੇਨਸ ਕੀ ਹੋ ਗਿਆ ਜੀ, ਪਲੇਨਸ ਕੀ ਆ, ਸਾਰਿਆਂ ਉੱਪਰਲੀਆਂ ਤੁਹਾਡੇ ਤੁਸੀਂ ਮੈਦਾਨ ਤੁਸੀਂ ਕਹਿ ਸਕਦੇ ਹੋ, ਉੱਪਰਲੇ ਤੁਹਾਡੇ ਜੋ ਵੀ ਕਹਿ ਲਓ ਤੁਸੀਂ ਮਾਊਂਟੇਨਸ ਕਹਿ ਲਓ, ਪਲੇਟੂਜ਼ ਕਹਿ ਲਓ, ਇਹਨਾਂ ਨੂੰ ਛੱਡ ਕੇ ਜੋ ਵੀ ਲੌਂਗ ਲਾਈਂਗ ਏਰੀਆ ਹੁੰਦਾ, ਇੱਕ ਬੈੱਡ ਏਰੀਆ ਹੋ ਗਿਆ ਸਾਰਾ ਧਰਤੀ ਦੇ ਉੱਪਰ ਪਾਇਆ ਜਾਂਦਾ, ਉਹਨਾਂ ਨੂੰ ਬੇਸਿਕਲੀ ਪਲੇਨਸ ਬੋਲਿਆ ਜਾਂਦਾ। ਅਤੇ ਇਹ ਤੁਹਾਡੇ ਪਲੇਨਸ ਬੇਸਿਕਲੀ ਓਰੀਜਨਲ ਅਤੇ ਜਿੰਨੇ ਵੀ ਸਾਰੇ ਇਹ ਵਿਦਰਿੰਗ ਸਾਰੇ ਹੋ ਗਏ, ਇਹਨਾਂ ਦੇ ਕਾਰਨ ਉਹਦੇ ਇਹਨਾਂ ਦੀ ਡੈਪੋਜੀਸ਼ਨ ਪਲੇਨਸ ਦੇ ਵਿੱਚ ਹੁੰਦੀ ਹੈ। ਅਤੇ ਇਸੇ ਕਰਕੇ ਜਦੋਂ ਪਹਾੜਾਂ ਤੋਂ ਜੋ ਡੈਪੋਜੀਸ਼ਨ ਹੋ ਗਈ ਜਾਂ ਇਹ ਹੋ ਗਈ, ਇਸ ਕਰਕੇ ਪਲੇਨਸ ਮੋਸਟ ਆਫ ਤੁਹਾਡੇ ਉਪਜਾਊ ਹੁੰਦੇ ਨੇਗੇ। ਇਸ ਦੇ ਵਿੱਚ ਹੀ ਪਲੇਨਸ ਦੇ ਵਿੱਚ ਤੁਹਾਡੇ ਕੋਲ ਬੇਸਿਕਲੀ ਇੰਡੀਆ ਦੇ ਆਗੇ ਗ੍ਰੇਟ ਜੋ ਤੁਹਾਡੇ ਗੈਂਗਸ ਪਲੇਨ ਨੇ ਜਾਂ ਪੰਜਾਬ ਹਰਿਆਣਾ ਪਲੇਨਸ ਨੇ, ਇਹ ਬੇਸਿਕਲੀ ਤੁਹਾਡੇ ਕੋਲ ਇੰਪੋਰਟੈਂਟ ਪਾਏ ਜਾਂਦੇ ਨੇ। ਅਤੇ ਬਾਕੀ ਇਹਦੀ ਕਲਾਸੀਫਿਕੇਸ਼ਨ ਲਈ ਪਲੇਨਸ ਦੇ ਲਈ ਜ਼ਿਆਦਾ ਇਹਦੇ ਵਿੱਚ ਥਿਊਰੀ ਕੁਛ ਨਹੀਂ ਹੈ, ਅਤੇ ਇਹਦੇ ਓਨਲੀ ਫੈਕਟਸ ਨੇ, ਉਹ ਤੁਸੀਂ ਇੰਟਰਨੈਟ ਦੇ ਉੱਪਰ ਚੈੱਕ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਤੁਹਾਡੇ ਮੇਨ ਪਲੇਨਸ ਪਾਏ ਜਾਂਦੇ ਨੇ, ਅਤੇ ਕਿੱਥੇ ਕਿੱਥੇ ਕੀ ਬੋਲਿਆ ਜਾਂਦਾ, ਕਿਤੇ ਇਹਨਾਂ ਨੂੰ ਪੈਂਪਾਸ ਬੋਲਿਆ ਜਾਂਦਾ, ਕਿਤੇ ਇਹਨਾਂ ਨੂੰ ਕੈਨੀਜ਼ ਬੋਲਿਆ ਜਾਂਦਾ। ਇਹ ਫੈਕਟਸ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ, ਅਤੇ ਬੇਸਿਕਲੀ ਤੁਸੀਂ ਇਹਨੂੰ ਵੀ ਆਪਣੇ ਆਪ ਟੱਚ ਕਰਦੇ ਰਹਿਣਾ। ਸੋ ਇਸ ਦੇ ਨਾਲ ਆਪਣੀ ਲਿਥੋਸਫੇਅਰ ਅੱਜ ਕੰਪਲੀਟ ਹੁੰਦੀ ਹੈ ਜੀ। ਆਪਾਂ ਐਟਮੋਸਫੇਅਰ ਸ਼ੁਰੂ ਕਰਾਂਗੇ। ਐਟਮੋਸਫੇਅਰ ਦੇ ਵਿੱਚ ਦੇਖਾਂਗੇ ਕੀ ਚੀਜ਼ਾਂ ਹੁੰਦੀਆਂ ਨੇਗੀਆਂ। ਲਿਥੋਸਫੇਅਰ ਦੇ ਵਿੱਚ ਆਪਾਂ ਲੈਂਡ ਫਾਰਮਸ ਦੇਖ ਲਏ, ਮਾਊਂਟੇਨਸ ਕਿਸ ਤਰ੍ਹਾਂ ਬਣਦੀਆਂ ਨੇ, ਅਰਥ ਦੀ ਕਰਸਟ ਕਿਸ ਤਰ੍ਹਾਂ ਹੋਈ, ਅਰਥ ਦੇ ਪਾਰਟ ਕੀ ਹੋ ਗਏ, ਬੇਸਿਕਲੀ ਆਪਣਾ ਕੰਪਲੀਟ ਹੈਗਾ। ਇਸ ਤੋਂ ਜ਼ਿਆਦਾ ਆਈ ਡੋਂਟ ਥਿੰਕ ਕਿ ਤੁਹਾਡੇ ਕੋਲ ਕੁਛ ਆਏਗਾ, ਬਿਕੋਜ਼ ਸਿਵਲ ਸਰਵਿਸ ਵੀ ਇਸ ਤੋਂ ਜ਼ਿਆਦਾ ਨਹੀਂ ਹੁੰਦਾ। ਮੈਂ ਫਿਰ ਵੀ ਤੁਹਾਨੂੰ ਕਾਫੀ ਜ਼ਿਆਦਾ ਡਾਟਾਸ ਦੇ ਨਾਲ ਕਰਵਾ ਰਿਹਾ ਹੈਗਾ। ਕੋਈ ਤੁਹਾਡੇ ਡਾਊਟਸ ਹੋਣ ਜਾਂ ਇਨਕੁਆਇਰੀਜ਼ ਹੋਣ, ਓਬਵੀਅਸਲੀ ਤੁਹਾਡੇ ਕੋਲ ਨੰਬਰ ਵੀ ਹੈ, ਅਤੇ ਤੁਸੀਂ ਜੋ ਆਪਣਾ ਟੈਲੀਗ੍ਰਾਮ ਗਰੁੱਪ ਹੈ ਉਹ 'ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਇੱਕ ਕਮੈਂਟ ਸੈਕਸ਼ਨ ਬਣਿਆ ਹੋਇਆ, ਅਤੇ ਆਪਾਂ ਇੱਕ ਟੈਸਟ ਸੀਰੀਜ਼ ਵੀ ਲਾਂਚ ਕਰ ਦਿੱਤੀ ਹੈ, ਜਿਹਦੇ ਰਿਗਾਰਡਿੰਗ ਵੀਡੀਓ ਆਲਰੇਡੀ ਪਾ ਦਿੱਤੀ ਗਈ ਹੈ, ਤੁਸੀਂ ਉਹਨੂੰ ਚੈੱਕਆਊਟ ਕਰ ਸਕਦੇ ਹੋ। ਬਹੁਤ ਹੀ ਮਿਨੀਮਲ ਪ੍ਰਾਈਸ 1499 ਦੀ ਰੱਖੀ ਹੋਈ ਹੈ, ਤਾਂ ਕਿ ਹਰ ਕੋਈ ਇਹਨੂੰ ਅਫੋਰਡ ਕਰ ਸਕੇ। ਅਤੇ ਤੁਹਾਡੇ ਟੈਸਟ ਨੇਗੇ ਇੱਕ ਇਹਦੇ ਵਿੱਚ ਤੁਹਾਨੂੰ ਕਹਿ ਸਕਦੇ ਹੋ ਚੈਲੰਜਿੰਗ ਟੈਸਟਸ ਪ੍ਰੋਡਿਊਸ ਕੀਤੇ ਜਾਣਗੇ। ਮਾਸਟਰ ਲੈਵਲ ਤੋਂ ਥੋੜ੍ਹਾ ਉੱਤੇ ਦਾ ਲੈਵਲ ਰੱਖਿਆ ਰਹੇਗਾ ਤੁਹਾਡੀ ਬੈਟਰ ਪ੍ਰੈਪਰੇਸ਼ਨ ਦੇ ਲਈ। 12 ਤੋਂ 15 ਟੈਸਟ ਹੋਣਗੇ, ਅਤੇ ਤੁਸੀਂ ਅਗਰ ਟੈਸਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੰਬਰ 'ਤੇ ਸਾਨੂੰ ਵਟਸਐਪ ਕਰ ਸਕਦੇ ਹੋ। ਸੋ ਅੱਜ ਲਈ ਇੰਨਾ ਹੀ, ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ। ਅੱਜ ਲਈ ਧੰਨਵਾਦ।